ਕਬੀਰ ਰਹਿ ਨਾਇਰ ਵਿਛੋਰਿਆ, ਰਹਰੇ ਸ਼ੰਖ ਮਜੂਰ। ਦੇਵਲ ਦੇਵਲ ਤਾਹੜੀ, ਦੇਸੈ ਉਗਵਤ ਸੂਰ। ਸਿਰ ਮਸਤਕ ਰੱਖਿਆ ਪਾਰ ਬ੍ਰਹਮ, ਹਸਤ ਕਾਇਆ ਰੱਖਿਆ ਪਰਮੇਸ਼ਰੈ। ਆਤਮ ਰੱਖਿਆ ਗੋਪਾਲ ਸੁਆਮੀ, ਧਨ ਚਰਨ ਰੱਖਿਆ ਜਗਦੀਸ਼ਵਰੈ। ਸਰਬ ਰੱਖਿਆ ਗੁਰ ਦਇਆਲੈ, ਭੈ ਦੁਖ ਵਿਨਾਸ਼ਨੈ। ਭਗਤ ਵਛਲ ਅਨਾਥ ਨਾਥੇ, ਸ਼ਰਨ ਨਾਨਕ ਪੁਰਖ ਅਚੁਤੈ। ਜੇਨ ਕਲਾ ਧਾਰਿਓ, ਆਕਾਸ਼ੰ ਬੈਸੰਤਰ ਕਾਸ਼ਟ ਬੇਸਟੰ। ਜੇਨ ਕਲਾ ਸਸ ਸੂਰ ਨਖਯਤਰ, ਜੋਤਿ ਸਾਸੰ ਸਰੀਰ ਧਾਰਣੰ। ਜੇਨ ਕਲਾ ਮਾਤ ਗਰਭ ਪ੍ਰਤਿਪਾਲੰ, ਨਹਿ ਛੇਜੰਤ ਜਠਰ ਰੋਗਣੈ। ਤੇਨ ਕਲਾ ਅਸਥੰਭੰ ਸਰੋਵਰੰ, ਨਾਨਕ ਨਹਿ ਛੇਜੰਤ ਤਰੰਗ ਤੋਇਣੈ। ਜੇਨ ਕਲਾ ਮਾਤ ਗਰਭ ਪ੍ਰਤਿਪਾਲੰ, ਨਹਿ ਛੇਜੰਤ ਜਠਰ ਰੋਗਣੈ। ਤੇਨ ਕਲਾ ਅਸਥੰਭੰ ਸਰੋਵਰੰ, ਨਾਨਕ ਨਹਿ ਛੇਜੰਤ ਤਰੰਗ ਤੋਇਣੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਗੁਰਮੁਖ ਜਨੋ, ਸਤਸੰਗਤ ਜੀਓ, ਗੁਰੂ ਖਾਲਸਾ ਜੀਓ, ਆਪ ਜੀ ਦੇ ਚਰਨਾਂ 'ਚ ਸੀਸ ਰੱਖ ਕੇ ਪ੍ਰਣਾਮ। ਗੁਰੂ ਸਾਹਿਬ ਫਰਮਾਉਨੇ, ਪੰਚਮ ਨਾਨਕ ਧੰਨ ਧੰਨ ਗੁਰੂ ਅਰਜਨ ਦੇਵ ਜੀ, ਕਿ ਪਰਮਾਤਮਾ ਨੇ ਸਾਡੇ ਸਰੀਰ ਦੇ ਹਰ ਅੰਗ ਦੀ ਰੱਖਿਆ ਕਰੀ ਹੈ। ਸਿਰ ਦੀ, ਮਸਤਕ ਦੀ, ਹੱਥਾਂ ਦੀ, ਸਰੀਰ ਕਾਇਆ ਦੀ ਪਰਮੇਸ਼ਰ ਨੇ ਸਾਡੀ ਰੱਖਿਆ ਕਰੀ ਹੈ। ਇਹਨਾਂ ਨੂੰ ਮਾੜੇ ਪਾਸੇ ਜਾਣ ਤੋਂ ਵਰਜਿਆ। ਆਤਮ ਰੱਖਿਆ ਗੋਪਾਲ ਸੁਆਮੀ, ਸਾਡੀ ਆਤਮਾ ਦੀ ਰੱਖਿਆ ਵੀ ਉਸੇ ਨੇ ਕਰੀ ਹੈ। ਧਨ ਚਰਨ ਰੱਖਿਆ ਜਗਦੀਸ਼ਰ, ਜਿਹੜੇ ਸਾਡੇ ਚਰਨ ਹੈ ਕਿਸੇ ਗਲਤ ਪਾਸੇ ਨਾ ਜਾਣ ਸੰਗਤ ਤੋਂ ਬਿਨਾਂ, ਇਹਦੀ ਵੀ ਰੱਖਿਆ ਜਗਦੀਸ਼ਰ ਨੇ ਕਰੀ ਹੈ। ਸਰਬ ਰੱਖਿਆ ਗੁਰ ਦਿਆਲ, ਸਭ ਪਾਸੇ ਤੋਂ ਰੱਖਿਆ ਕਰੀਏ ਗੁਰੂ ਦਿਆਲ ਨੇ। ਭੈ ਦੁਖ ਵਿਨਾਸ਼ਨ, ਉਹ ਜਿਹੜੇ ਸਾਡੇ ਦੁੱਖ ਔਰ ਭੈ ਹੈ ਉਹਨੂੰ ਦੂਰ ਕਰਨ ਵਾਲਾ। ਭਗਤ ਵਛਲ ਅਨਾਥ ਨਾਥੇ, ਉਹ ਭਗਤਾਂ ਦਾ ਪਿਆਰਾ ਹੈ, ਅਨਾਥਾਂ ਦਾ ਨਾਥ ਹੈ। ਜਿਹਦੇ ਪੱਲੇ ਕੁਛ ਨਹੀਂ ਹੁੰਦਾ ਉਹਨਾਂ ਦਾ ਵੀ ਨਾਥ ਹੈ, ਉਹ ਉਹਨਾਂ ਦਾ ਮਾਲਕ ਹੈ। ਉਹੀ ਉਹਨਾਂ ਨੂੰ ਪਾਲਦਾ ਪੋਸ਼ਦਾ ਕਿਸੇ ਨਾ ਕਿਸੇ ਵਿਧੀ ਦੇ ਰਾਹੀਂ। ਸ਼ਰਨ ਨਾਨਕ ਪੁਰਖ ਅਚੁੱਤ ਹੈ। ਪਾਤਸ਼ਾਹ ਫਰਮਾਉਂਦੇ ਆ ਵੀ ਅਸੀਂ ਇਹੋ ਜਿਹੇ ਅਚੁੱਤ ਪੁਰਖ ਦੇ, ਅਬਨਾਸ਼ੀ ਪੁਰਖ ਦੀ ਸ਼ਰਨ ਵਿੱਚ ਹੈ। ਇਹ ਜਿਹੜਾ ਵਛਲ ਸ਼ਬਦ ਹੈ ਸਾਧ ਸੰਗਤ ਜੀ, ਉਹ ਅਸਲ 'ਚ ਸੰਸਕ੍ਰਿਤ ਹਿੰਦੀ 'ਚ ਵਤਸਲ ਹੈ। ਵਤਸਲ ਭਗਤਾਂ ਦਾ ਪਿਆਰਾ। ਜੇਨ ਕਲਾ ਧਾਰਿਓ, ਆਕਾਸ਼ੰ ਬੈਸੰਤਰੰ ਕਾਸ਼ਟ ਬੇਸਟੰ। ਉਸ ਵਾਹਿਗੁਰੂ ਨੇ ਜਿਹਨੇ ਇਹ ਕਲਾ ਧਾਰੀ ਹੈ, ਕਲਾ ਧਾਰ ਕੇ ਆਕਾਸ਼ ਟਿਕਾਇਆ ਹੋਇਆ ਬਿਨਾਂ ਹੀ ਥੰਮਾਂ ਤੇ, ਔਰ ਲੱਕੜੀ ਦੇ ਵਿੱਚ ਅੱਗ ਬੇੜੀ ਹੋਈ ਹੈ, ਦਿਖਦੀ ਕੋਈ ਨਹੀਂ। ਦੋਨਾਂ ਦਾ ਸੁਭਾਅ ਵੀ ਉਲਟ ਹੈ, ਕਿਉਂਕਿ ਜਿਹੜੀ ਅਗਨੀ ਵਸੰਤਰ ਹੈ ਉਹ ਲੱਕੜੀ ਨੂੰ ਜਾਲ ਦਿੰਦੀ ਹੈ, ਮਚਾ ਦਿੰਦੀ ਹੈ, ਪਰ ਬੈਠੀ ਵਿੱਚ ਹੈ। ਜੇਨ ਕਲਾ ਸਸ ਸੂਰ ਨਖਯਤਰ, ਜਿਸਨੇ ਆਪਣੀ ਕਲਾ ਧਾਰ ਕੇ ਚੰਦਰਮਾ, ਸੂਰਜ, ਨਖਯਤਰ, ਤਾਰੇ ਅਤੇ ਜਿਹੜੇ ਦੂਜੇ ਨਛੱਤਰ 27 28 ਗਿਣੇ ਜਾਂਦੇ, ਜੋਤਿ ਸਾਸਨ ਸਰੀਰ ਧਾਰਨ, ਇਹ ਸਰੀਰ ਨੂੰ ਧਾਰ ਕੇ ਇਹਦੇ ਵਿੱਚ ਜੋਤ ਔਰ ਸਾਸ ਵੀ ਟਿਕਾਏ ਹੋਏ, ਤਾਂ ਹੀ ਇਹ ਸਰੀਰ ਚੱਲਦਾ ਹੈ। ਜੇਨ ਕਲਾ ਮਾਤ ਗਰਭ ਪ੍ਰਤਿਪਾਲਨ, ਜਿਹਦੀ ਕਲਾ ਦੇ ਨਾਲ, ਜਿਹਦੀ ਸ਼ਕਤੀ ਦੇ ਨਾਲ, ਜਿਹਦੀ ਸੱਤਾ ਦੇ ਨਾਲ ਮਾਤਾ ਦੇ ਗਰਭ ਦੇ ਵਿੱਚ ਸਾਡੀ ਰੱਖਿਆ ਹੁੰਦੀ ਹੈ।
ਨਹਿ ਛੇ ਜੰਤ ਜਠਰ ਰੋਗਣਾ। ਉਸ ਅਗਨੀ ਦੇ ਵਿੱਚ ਜਿਹੜੀ ਜਠਰ ਅਗਨੀ ਹੈ, ਗਰਭ ਦੀ ਅਗਨੀ ਹੈ, ਉਹਦੇ ਵਿੱਚ ਸਾਡਾ ਕੁਛ ਨਹੀਂ ਵਿਗੜਦਾ, ਉਹ ਸਾਨੂੰ ਪੋਹ ਨਹੀਂ ਸਕਦੀ। ਜਠਰ ਅਗਨੀ ਦੇ ਜਿੰਨੇ ਵੀ ਰੋਗ ਹੈ ਉਹ ਸਾਨੂੰ ਤੰਗ ਨਹੀਂ ਕਰਦੇ। ਤੇਨ ਕਲਾ ਅਸਥੰਭੰ ਸਰੋਵਰੰ, ਉਸਦੀ ਕਲਾ ਦੇ ਨਾਲ ਹੀ ਇਹ ਜਿਹੜਾ ਮਾਇਆ ਦਾ ਸਰੋਵਰ ਹੈ, ਮਾਇਆ ਦਾ ਸਮੁੰਦਰ ਹੈ, ਇਹ ਟਿਕਿਆ ਹੋਇਆ। ਨਾਨਕ ਨਹਿ ਛਿਜੰਤ ਤਰੰਗ ਤੋਇਣ। ਪੰਚਮ ਨਾਨਕ ਗੁਰੂ ਅਰਜਨ ਦੇਵ ਜੀ ਫਰਮਾ ਰਹੇ ਹੈ, ਇਹ ਜਿਹੜੇ ਪਾਣੀ ਦੇ ਤਰੰਗਾਂ ਹੈ, ਪਾਣੀ ਦੀਆਂ ਤੋਇਣ, ਪਾਣੀ ਦੀਆਂ ਤਰੰਗਾਂ ਵੀ ਸਾਨੂੰ ਤੰਗ ਨਹੀਂ ਕਰਦੀਆਂ, ਸਾਨੂੰ ਕਿਸੇ ਵੀ ਤਰ੍ਹਾਂ ਇਹ ਘਾਇਲ ਨਹੀਂ ਕਰਦੀਆਂ। ਜਿਹੜੀਆਂ ਮਾਇਆ ਦੇ ਸਰੋਵਰ ਦੀਆਂ ਤਰੰਗਾਂ, ਸਮੁੰਦਰ ਦੀਆਂ ਤਰੰਗਾਂ, ਜਿਹਨੂੰ ਭਵ ਸਾਗਰ ਵੀ ਕਿਹਾ ਜਾਂਦਾ, ਇਹ ਉਹਦੀ ਕਲਾ ਹੈ, ਉਹਦੀ ਸੱਤਾ ਹੈ, ਉਹਦੀ ਸ਼ਕਤੀ ਹੈ। ਤੋ ਗੁਰੂ ਮਹਾਰਾਜ ਨੇ, ਭਗਤ ਸਾਹਿਬਾਨਾਂ ਨੇ ਹਰ ਪੱਖ ਤੋਂ ਪ੍ਰਮਾਤਮਾ ਨੂੰ ਬੜਾ ਕਰਿਆ। ਇਹ ਬਾਰ-ਬਾਰ ਗੱਲ ਸਪਸ਼ਟ ਹੋ ਰਹੀ ਹੈ ਕਿਸੇ ਵੀ ਬਾਣੀ 'ਚ, ਕਿਸੇ ਵੀ ਸ਼ਬਦ ਦੇ ਵਿੱਚ, ਬਈ ਸਭ ਪਾਸੇ ਤੋਂ ਰੱਖਿਆ ਕਰਨ ਵਾਲਾ ਪ੍ਰਮਾਤਮਾ ਔਰ ਗੁਰੂ ਹੈ। ਕਿਸੇ ਵੀ ਤਰ੍ਹਾਂ ਦੇ ਕਸ਼ਟਾਂ ਤੋਂ ਬਚਾਉਣ ਵਾਲਾ ਸਤਿਗੁਰੂ ਹੈ, ਪਰਮੇਸ਼ਰ। ਉਹ ਆਪੇ ਬੌੜ ਜਾਂਦਾ ਹੈ, ਰੱਖਿਆ ਕਰ ਲੈਂਦਾ। ਕਿੱਥੇ ਆਉਣਾ ਕਿੱਥੇ ਨਹੀਂ ਆਉਣਾ ਰੱਖਿਆ ਕਰਨ ਖਾਤਰ, ਇਹ ਉਹਦਾ ਡੋਮੇਨ ਹੈ। ਬੰਦੇ ਦੀ ਬੁੱਧੀ ਇਹਨੂੰ ਨਹੀਂ ਪਕੜ ਸਕਦੀ। ਬੰਦਾ ਇਹੀ ਕਹਿੰਦਾ ਹੈ ਵੀ ਸਤਿਗੁਰਾਂ ਖਾਤਰ ਤਵੀ ਦੇ ਉੱਤੇ ਬਿਠਾਏ ਸੀ ਜਦੋਂ, ਜਾਂ ਚਾਂਦਨੀ ਚੌਕ 'ਚ ਦਾ ਜਿਹੜਾ ਸਾਕਾ ਸੀ ਉਹ ਵਰਤਿਆ ਵੀ ਉਦੋਂ ਕਿਉਂ ਨਹੀਂ ਆਇਆ। ਇਹ ਅਕਸਰ ਸਵਾਲ ਆਉਂਦਾ, ਪਹਿਲਾਂ ਵੀ ਵਿਚਾਰ ਹੋ ਲਈ ਹੈ। ਤੇ ਕਬੀਰ ਜੀ ਖਾਤਰ ਗੰਗਾ ਦੀਆਂ ਲਹਿਰਾਂ 'ਚੋਂ ਕੱਢਣ ਖਾਤਰ ਕਿਉਂ ਆਇਆ, ਭਗਤ ਸਧਨਾ ਜੀ ਨੂੰ ਬਚਾਉਣ ਖਾਤਰ ਕਿਉਂ ਆਇਆ, ਨਾਮਦੇਵ ਜੀ ਦੇ ਖਾਤਰ ਦੇਹਰਾ ਕਿਉਂ ਘੁਮਾਇਆ। ਇਹ ਬੁੱਧੀ ਦੇ ਸਵਾਲ ਹੈ ਸਾਧ ਸੰਗਤ ਜੀ। ਜਿਹੜੀ ਬਾਤ ਹੈ ਉਹ ਇਹ ਹੈ ਵੀ ਪਰਮਾਤਮਾ ਸਰਵ ਸ਼ਕਤੀਮਾਨ ਹੈ, ਉਹਦੀ ਡੋਮੇਨ ਹੈ, ਉਹਦੀ ਆਪਣੀ ਰਜ਼ਾ ਹੈ, ਉਹ ਜਿਵੇਂ ਵੀ ਚਾਹੁੰਦਾ ਹੈ ਠੀਕ ਹੈ। ਸਾਡਾ ਉਹਦੇ ਪਰ ਜ਼ੋਰ ਕੋਈ ਨਹੀਂ, ਜੇ ਅਸੀਂ ਉਹੋ ਜਿਹੇ ਹੋਈਏ ਤਾਂ ਉਹਨੂੰ ਜਾਣੀਏ। ਰੱਖਿਆ ਕਿਹਦੀ ਕਰਨੀ ਹੈ, ਕਿਤੇ ਨਹੀਂ ਕਰਨੀ ਹੈ, ਆਪਣਾ ਭਾਣਾ ਵਰਤਾਉਣਾ ਹੈ, ਜਗਤ ਨੂੰ ਕੋਈ ਸੰਦੇਸ਼ ਦੇਣਾ ਹੈ, ਉਹ ਕੁਛ ਵੀ ਕਰਾ ਸਕਦਾ। ਬਹੁਤ ਪੋਸੀਬਲ। ਲੰਗੜੇ ਨੂੰ ਪਹਾੜ ਚੜਾ ਦੇਵੇ, ਅੰਨੇ ਨੂੰ ਅੱਖਾਂ ਦੇ ਦੇਵੇ, ਬੋਲਿਆਂ ਨੂੰ ਸੁਣਨ ਲਾ ਦੇਵੇ, ਕੁਛ ਵੀ ਕਰ ਸਕਦਾ। ਇਤਿਹਾਸ ਵਿੱਚ ਵੀ ਐਸੇ ਜ਼ਿਕਰ ਆਉਂਦੇ, ਔਰ ਵੈਸੇ ਵੀ ਥਿਓਰੈਟੀਕਲੀ ਵੀ ਪਰਮਾਤਮਾ ਨੂੰ ਬੇਅੰਤ ਕਿਹਾ ਗਿਆ, ਸਰਵ ਸ਼ਕਤੀਮਾਨ ਸਰਵੱਗ ਕਿਹਾ ਗਿਆ। ਉਹੀ ਬਾਤ ਇਹਨਾਂ ਸ਼ਲੋਕਾਂ ਦੇ ਵਿੱਚ ਆ ਰਹੀ ਹੈ। ਪਰਮਾਤਮਾ ਗਹਿਰ ਗੰਭੀਰ ਹੈ, ਸਭ ਦੁੱਖਾਂ ਨੂੰ ਭੰਨਣ ਵਾਲਾ ਹੈ, ਦੁੱਖਾਂ ਨੂੰ ਹਰਨ ਵਾਲਾ ਹੈ। ਇਹ ਜਿਹੜੀਆਂ ਚੀਜ਼ਾਂ ਸਾਡੇ ਹਿੰਦੂ ਮਿਥਿਹਾਸ 'ਚ ਆਉਂਦੀਆਂ ਹੈ, ਗੱਲ ਸਿਰਫ ਇੰਨੀ ਆ ਵੀ ਉੱਥੇ ਉਹ ਇਹ ਸਾਰੀਆਂ ਜਿੰਨੇ ਵੀ ਇਹ ਗੁਣ ਹੈ, ਸਰਵ ਸ਼ਕਤੀਮਾਨਤਾ ਪਰਮੇਸ਼ਰ ਦੇ, ਇਹ ਕਿਸੇ ਵਿਅਕਤੀ ਵਿਸ਼ੇਸ਼ ਨਾਲ ਜੋੜ ਕੇ ਦੇਖੇ ਗਏ। ਗੁਰਮਤਿ ਨੇ ਇਹਨਾਂ ਨੂੰ ਪਰਮਾਤਮਾ ਵੱਲ ਸਿੱਧਤ ਕਰਿਆ ਹੋਇਆ ਵੀ ਵਿਅਕਤੀ ਵਿਸ਼ੇਸ਼ ਦੀ ਕੋਈ ਪਾਇਆ ਨਹੀਂ। ਉਹ ਤਾਂ 10 ਸਾਲ 20 ਸਾਲ 50 ਸਾਲ ਇੱਥੋਂ ਭੋਗ ਕੇ ਉਹਨੇ ਜਾਣਾ ਹੈ, ਆਪਣੀ ਉਮਰ ਭੋਗ ਕੇ, ਪਰ ਉਹ ਹਮੇਸ਼ਾ ਹੀ ਰਹਿਣ ਵਾਲਾ। ਜਿਹੜਾ ਇਹ ਸੱਤਾ ਉਹਨੂੰ ਵੀ ਦਿੰਦਾ ਹੈ, ਜਿਹਦੇ ਨਾਲ ਅਸੀਂ ਜੋੜਦੇ ਹਾਂ ਨਾ ਵੀ ਉਹਨੇ ਇਹ ਕਰਿਆ, ਉਹਨੇ ਇਹ ਕਰਿਆ। ਜਿਵੇਂ ਇੱਕ ਬਚਨ ਆਉਂਦਾ ਗੁਰਬਾਣੀ 'ਚ, ਜੀ ਉਪਾਏ ਜੁਗਤ ਹੱਥ ਕੀਨੀ, ਕਾਲੀ ਨੱਥ ਕਿਆ ਵੱਡਾ ਪਿਆ। ਪਰਮਾਤਮਾ ਨੇ ਤਾਂ ਭਾਈ ਸਾਰੀਆਂ ਜੁਗਤਾਂ ਆਪਣੇ ਹੱਥ 'ਚ ਰੱਖੀਆਂ ਹੋਈਆਂ ਜੀਵਾਂ ਨੂੰ ਪੈਦਾ ਕਰਕੇ। ਜੇ ਕਾਲੀ ਨਾਗ ਨੂੰ ਵਸ 'ਚ ਕਰ ਲਿਆ, ਕ੍ਰਿਸ਼ਨ ਜੀ ਦਾ ਹੋਆ ਲਾ ਰਿਹਾ, ਤਾਂ ਉਹਦੀ ਕਿਆ ਵਡਿਆਈ ਹੈ ਇਸ ਗੱਲ 'ਚ। ਇੱਕ ਸੱਪ ਨੂੰ ਵਸ ਕਰ ਲੈਣਾ ਤਾਂ ਕੋਈ ਬੜੀ ਗੱਲ ਨਹੀਂ ਹੈ, ਉਹਨੇ ਤਾਂ ਸਾਰੀ ਜਗਤ ਨੂੰ ਆਪਣੇ ਵਸ 'ਚ ਕਰਿਆ ਹੋਇਆ, ਨੱਥ ਪਾਈ ਹੋਈ ਹੈ ਸਾਰੇ ਸੰਸਾਰ ਨੂੰ। ਆਹ ਅੰਤਰ ਹੈ ਜਿਹੜਾ ਗੁਰਮਤਿ ਦਾ ਤੇ ਹਿੰਦੂ ਫਲਸਫੇ 'ਚ ਹੈ। ਉੱਥੇ ਕਿਸੇ ਵਿਅਕਤੀ ਵਿਸ਼ੇਸ਼ ਦੀ ਵਡਿਆਈ ਹੈ, ਇਹ ਗੁਰਬਾਣੀ ਦੇ ਵਿੱਚ ਵਿਅਕਤੀ ਵਿਸ਼ੇਸ਼ ਦੀ ਬਜਾਏ ਪਰਮਾਤਮਾ ਗੁਰੂ ਦੀ ਵਡਿਆਈ ਹੈ। ਹੋਰ ਕਿਸੇ ਦੀ ਵਡਿਆਈ ਨਹੀਂ ਆਉਂਦੀ ਗੁਰਬਾਣੀ 'ਚ। ਇਹ ਜਿਹੜੀਆਂ ਸਾਖੀਆਂ ਦੀ ਗੱਲ ਆਪਾਂ ਕਈ ਦਿਨ ਤੋਂ ਕਰੀ ਵੀ ਹੈ, ਇਹ ਜਿੰਨੀਆਂ ਵੀ ਸਾਖੀਆਂ ਆਪਾਂ ਨੂੰ ਸੁਣਨ ਨੂੰ ਮਿਲਦੀਆਂ ਪੁਰਾਣੇ ਬਜ਼ੁਰਗਾਂ ਤੋਂ, ਪੁਰਾਣੇ ਜਿਹੜੇ ਗਵਈਏ ਸੀ ਉਹ ਵੀ
ਉਹ ਹਮੇਸ਼ਾ ਹੀ ਬੰਦਿਆਂ ਦੀ ਵਡਿਆਈ ਕਰਦੇ ਰਹੇ। ਵਿਅਕਤੀ ਵਿਸ਼ੇਸ਼ਾਂ ਦੀ ਵਡਿਆਈ ਜੋੜੀ ਹੋਈ ਹੈ ਉਹਨਾਂ ਨੇ। ਗੁਰਬਾਣੀ ਕਹਿੰਦੀ ਹੈ ਵੀ ਜੇ ਉਹਨਾਂ ਨੇ ਇਹ ਕਰਿਆ ਵੀ ਹੈ ਤਾਂ ਉਹਦੇ ਪਿੱਛੇ ਸੱਤਾ ਪਰਮਾਤਮਾ ਦੀ। ਬਸ ਆ ਅੰਤਰ ਹੈ। ਤੋ ਚਲੋ ਸਾਧ ਸੰਗਤ ਜੀ, ਸਮੇਟੀਏ ਵਿਚਾਰ ਨੂੰ। ਦੋਹਾਂ ਸ਼ਲੋਕਾਂ ਦੇ ਵਿੱਚ ਪਰਮਾਤਮਾ ਦੀ ਵਡਿਆਈ ਦੇ ਅੱਗੇ ਸਿਰ ਝੁਕਦਾ ਹੈ। ਜਿਹਨੇ ਸਾਡੀ ਹਰ ਪੱਖ ਤੋਂ ਰੱਖਿਆ ਕਰੀ ਹੈ। ਗੁਰੂ ਮਹਾਰਾਜ ਫਰਮਾ ਰਹੇ ਹੈ, ਉਹ ਧੰਨ ਹੈ, ਧੰਨ ਹੈ, ਧੰਨ ਹੈ। ਕੋਈ ਅਪਸ਼ਬਦ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਮਨਜੀਤ ਸਿੰਘ ਜੀ, ਤੁਹਾਡੇ ਵਾਸਤੇ ਸਪੈਸ਼ਲੀ ਜਾਂ ਹੋਰ ਵੀ ਜਿਹਨੇ ਕਿਸੇ ਨੇ ਫਾਇਦਾ ਉਠਾਉਣਾ, ਵਿਆਕਰਨ ਦੀਆਂ ਥੋੜ੍ਹੀਆਂ ਜਿਹੀਆਂ ਬਾਤਾਂ ਕਰਨੀਆਂ ਸਾਂਝੀਆਂ। ਜਿਵੇਂ ਇਹ ਜਿਹੜਾ ਮੁਕਤਾ ਅੱਖਰ ਹੈ, ਜਿਹਨੂੰ ਕੋਈ ਵੀ ਲਘੂ ਮਾਤਰ ਨਹੀਂ ਲੱਗੀ ਵੀ ਹੁੰਦੀ, ਉਹ ਜਦੋਂ ਵੀ ਕਿਸੇ ਇਸਤਰੀ ਲਿੰਗ ਨਾਮ ਦੇ ਵਿਸ਼ੇਸ਼ਣ ਦਾ ਅੰਤਲਾ ਔਂਕੜ ਲੈ ਕੇ ਮੁਕਤਾ ਹੋ ਜਾਂਦਾ ਹੈ। ਜਿਵੇਂ ਫੱਕੜ ਜਾਤੀ, ਫੱਕੜ ਨਾਉ। ਨਾਉ ਦਾ ਜਿਹੜਾ ਫੱਕੜ ਹੈ ਉਹਨੂੰ ਔਂਕੜ ਹੈਗਾ, ਜਾਤੀ ਇਸਤਰੀ ਲਿੰਗ ਹੋਣੇ ਕਰਕੇ ਫੱਕੜ ਦੇ ਰਾੜੇ ਨੂੰ ਔਂਕੜ ਹੈ ਨਹੀਂ। ਐਸੇ ਤਰੀਕੇ ਨਾਲ ਕਵਣ ਥਿਤ, ਕਵਣ ਵਾਰ। ਥਿਤੀ ਕਿਉਂਕਿ ਇਸਤਰੀ ਲਿੰਗ ਹੈ, ਇਸ ਕਰਕੇ ਨਾਣਾ ਮੁਕਤਾ ਹੈ, ਤੇ ਵਾਰ ਪੁਲਿੰਗ ਹੈ, ਇਸੀ ਕਰਕੇ ਨਾਣੇ ਨੂੰ ਔਂਕੜ ਲੱਗਿਆ ਹੋਇਆ। ਅੱਜ ਥੋੜ੍ਹੀ ਵਿਚਾਰ ਕਈ ਦਿਨ ਚ ਕਰਾਂਗੇ ਤਾਂ ਕਿ ਸਮਝ ਵੀ ਆਉਂਦੀ ਜਾਵੇ। ਕਹਿਣ ਦਾ ਭਾਵ ਹੈ ਵੀ ਇਸਤਰੀ ਲਿੰਗ ਨਾਮ ਦੇ ਵਿਸ਼ੇਸ਼ਣ ਦਾ ਵੀ ਅੰਤਲਾ ਔਂਕੜ ਲੈ ਕੇ ਮੁਕਤਾ ਹੋ ਜਾਂਦਾ ਹੈ। ਫੱਕੜ ਜਾਤੀ, ਫੱਕੜ ਨਾਉ। ਜਾਤੀ ਇਸਤਰੀ ਲਿੰਗ ਹੋਣੇ ਕਰਕੇ ਰਾੜੇ ਨੂੰ ਔਂਕੜ ਨਹੀਂ ਹੈ। ਨਾਉ ਫੱਕੜ ਨਾਉ, ਨਾਉ ਹੈਗਾ ਪੁਲਿੰਗ, ਇਸ ਕਰਕੇ ਰਾੜੇ ਨੂੰ ਔਂਕੜ ਆਉਂਦੀ ਹੈ। ਇਕਣੇ ਕਵਣ ਥਿਤੀ, ਕਵਣ ਵਾਰ। ਵਾਰ ਪੁਲਿੰਗ ਹੈ, ਉਹਨੂੰ ਨਾਣੇ ਨੂੰ ਔਂਕੜ ਹੈ। ਥਿਤੀ ਇਸਤਰੀ ਲਿੰਗ ਹੈ, ਇਸ ਕਰਕੇ ਨਾਣਾ ਮੁਕਤਾ ਹੈ। ਤੋ ਇੱਕ ਤਾਂ ਨਿਯਮ ਹੋ ਗਿਆ ਇਹ। ਇੱਕ ਜਿੱਥੇ ਵੀ ਨਾਮ ਦੇ ਨਾਲ ਸੰਬੰਧਕ ਆ ਜਾਏਗਾ ਕੋਈ ਵੀ ਪ੍ਰੈਪੋਜੀਸ਼ਨ, ਜਿਵੇਂ ਖਿਨ ਮਹਿ ਉਪਜੈ, ਖਿਨ ਖਪੈ, ਖਿਨ ਆਵੈ, ਖਿਨ ਜਾਏ। ਖਿਨ ਅੱਗੇ ਮਹਿ ਸ਼ਬਦ ਹੈ, ਜਿਹੜਾ ਮਹਿ ਇਹ ਸੰਬੰਧਕ ਹੈ, ਇਸ ਕਰਕੇ ਨੰਨੇ ਦਾ ਔਂਕੜ ਉੜ ਗਿਆ। ਔਰ ਬਹੁਤ ਸਾਰੇ ਸ਼ਬਦ ਹੈ, ਖਿਨ ਆਵੈ, ਖਿਨ ਜਾਏ। ਖੱਖੇ ਨੂੰ ਸਿਆਰੀ, ਨੰਨੇ ਨੂੰ ਔਂਕੜ ਖਿਨ। ਇਹਦਾ ਨੰਨੇ ਨੂੰ ਔਂਕੜ ਰਿਹਾ ਹੋਇਆ ਕਿਉਂਕਿ ਨਾਲ ਇਹਦੇ ਸੰਬੰਧਕ ਕੋਈ ਨਹੀਂ ਹੈ। ਆਵੇ ਕਿਰਿਆ ਹੈ। ਜਿਹੜਾ ਮੈਂ ਸ਼ਬਦ ਹੈ ਇਹ ਸੰਬੰਧਕ ਹੈ, ਇਸ ਕਰਕੇ ਔਂਕੜ ਉੜ ਗਿਆ। ਸੰਬੰਧਕ ਹੁੰਦੇ ਦਾ, ਦੇ, ਦੀ, ਔਰ ਉੱਪਰ, ਹੇਠ, ਵਿੱਚ, ਮਹਿ, ਇਹ ਸਾਰੇ ਪ੍ਰੈਪੋਜੀਸ਼ਨਾਂ ਕਹਾਣੀਆਂ। ਇੰਗਲਿਸ਼ 'ਚ ਪ੍ਰੈਪੋਜੀਸ਼ਨ ਹੈ, ਪੰਜਾਬੀ 'ਚ ਇਹਨਾਂ ਨੂੰ ਸੰਬੰਧਕ ਕਹਿੰਦੇ। ਜਿਵੇਂ ਐਟ, ਇਨ, ਅਪੋਨ, ਔਨ, ਇਹ ਇੰਗਲਿਸ਼ 'ਚ ਹੁੰਦੇ ਪ੍ਰੈਪੋਜੀਸ਼ਨ। ਇੱਕ ਨਿਯਮ ਹੋਰ ਹੈ ਗੁਰਬਾਣੀ 'ਚ, ਜਿੱਥੇ ਬਹੁਵਚਨ ਬਣਾਉਣਾ ਹੁੰਦਾ ਨਾ ਇੱਕ ਤੋਂ, ਉੱਥੇ ਇੱਕ ਨਿਯਮ ਹੈ। ਜਿਵੇਂ ਚੰਦ, ਚੱਚੇ ਪਰ ਟਿੱਪੀ ਦੱਦੇ ਨੂੰ ਔਂਕੜ ਚੰਦ ਤੋਂ ਚੰਦਾ। ਚੰਦਾ ਬਹੁਵਚਨ ਹੈ। ਰਸ, ਰਾਰਾ ਸੱਸੇ ਨੂੰ ਔਂਕੜ ਰਸ ਤੋਂ ਰਸਾ। ਪੁੰਨ ਤੋਂ ਪੁੰਨਾ, ਲੱਖ ਪੁੰਨਾ ਪ੍ਰਵਾਨ, ਜਿਵੇਂ ਆਉਂਦਾ ਆਸਾ ਕੀ ਵਾਰ 'ਚ। ਬੰਧਨ ਤੋਂ ਬੰਧਨਾ, ਬਹੁਤੇ ਬੰਧਨ। ਵਾਦ ਤੋਂ ਵਾਦਾ, ਵਾਵੇ ਨੂੰ ਕੰਨਾ ਦੱਦੇ ਨੂੰ ਔਂਕੜ ਵਾਦ, ਵਾਵੇ ਨੂੰ ਕੰਨਾ ਦੱਦੇ ਨੂੰ ਕੰਨਾ ਵਾਦਾ, ਬਹੁਤੇ ਵਾਦਾਂ ਦਾ। ਦਾਸ ਤੋਂ ਦਾਸਾ, ਬਹੁਤੇ ਦਾਸ। ਤੋ ਇਹ ਕੁਛ ਨਿਯਮ ਹੈ, ਸਾਰੀ ਗੁਰਬਾਣੀ 'ਚ ਲਾਗੂ ਹੁੰਦੇ। ਬਾਕੀ ਵਿਚਾਰ ਫੇਰ ਕਰ ਲਾਂਗੇ। ਫਿਲਹਾਲ ਇਹਨੂੰ ਕੰਠ ਕਰ ਲਿਓ, ਚਾਹੇ ਆਪਣੇ ਸਾਹਮਣੇ ਰੱਖ ਕੇ, ਜਿਵੇਂ ਵੀ ਤੁਹਾਨੂੰ ਠੀਕ ਲੱਗਦਾ ਉਸ ਤਰ੍ਹਾਂ ਇਹਨੂੰ ਧਿਆਨ ਕਰ ਲਿਓ। 2-3 ਦਿਨ 4 ਦਿਨ 'ਚ ਹੋ ਜਾਣੀ। ਛੋਟੀ ਉਹ ਵਿਚਾਰ ਹੈ, ਬਹੁਤ ਔਖੀ ਨਹੀਂ ਕਰਨੀ। ਜਿਹੜੀ ਸਾਡੇ ਆਪਣੇ ਕੰਮ ਆਉਂਦੀ ਰੋਜ਼, ਉਹੀ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ। ਤਿੰਨ ਨੇਹੋ ਲੱਗਾ ਰੱਬ ਸੇਤੀ। ਪੜ੍ਹਦੇ ਤਾਂ ਇਹਨੂੰ ਵੀ ਨੇਹ ਆਪਾਂ, ਨੰਨੇ ਨੂੰ ਲਾਮ, ਹਾਹੇ ਨੂੰ ਔਂਕੜ। ਤਿੰਨ ਨੇਹ ਲੱਗਾ ਰੱਬ ਸੇਤੀ।
ਰੱਬ ਸੇਤੀ, ਸੇਤੀ ਜਿਹੜਾ ਇਹ ਸੰਬੰਧਕ ਹੈ, ਇਸ ਕਰਕੇ ਰੱਬ ਦੇ ਬੱਬੇ ਦਾ ਔਂਕੜ ਹੈ ਜਿਹੜਾ ਉਹ ਉੜ ਗਿਆ। ਤਿੰਨ ਨੇਹ ਲੱਗਾ ਰੱਬ ਸੇਤੀ, ਨੇਹ ਕਿਉਂਕਿ ਪੁਲਿੰਗ ਨਾਉਨ ਹੈ, ਇਸ ਕਰਕੇ ਸਭ ਕੂੜੇ ਟੁੱਟੇ ਨੇ, ਇੱਥੇ ਹਾਹਾ ਮੁਕਤਾ, ਇਹਨੂੰ ਕੋਈ ਔਂਕੜ ਨਹੀਂ ਲੱਗੀ ਕਿਉਂਕਿ ਸਭ ਕੂੜੇ ਟੁੱਟੇ ਨੇ, ਬਹੁਤੇ ਨੇ ਹੋ ਗਏ, ਇਸ ਕਰਕੇ ਇਹ ਔਂਕੜ ਉੜ ਜਾਂਦਾ ਇਹਦੇ 'ਚ। ਜਿਹੜਾ ਕੋਈ ਬਹੁਵਚਨ ਨਾਮ ਹੁੰਦਾ ਹੈ, ਉਹਦਾ ਜਿਹੜਾ ਵਿਸ਼ੇਸ਼ਣ ਹੈ, ਉਹਦਾ ਵੀ ਅੰਤਲਾ ਅੱਖਰ ਜਿਹੜਾ ਉਹ ਮੁਕਤਾ ਹੁੰਦਾ। ਜਿਵੇਂ ਅਮੁੱਲ ਗੁਣ ਹੈ, ਬਹੁਤੇ ਗੁਣ ਹੈ, ਗੱਗੇ ਨੂੰ ਔਂਕੜ ਨਾਣਾ ਗੁਣ, ਇਹ ਮੁਕਤਾ ਹੈ ਕਿਉਂਕਿ ਬਹੁਤੇ ਹੈ। ਤੋ ਜਿਹੜਾ ਇਹਦਾ ਵਿਸ਼ੇਸ਼ਣ ਹੈ ਅਮੁੱਲ, ਉਹ ਵੀ ਲੱਲਾ ਮੁਕਤਾ ਹੈ, ਬਿਨਾਂ ਔਂਕੜ ਤੋਂ। ਅਮੁੱਲ ਵਪਾਰ, ਵਪਾਰ ਵੀ ਬਹੁਤੇ ਹੈ, ਇਸ ਕਰਕੇ ਲੱਲਾ ਅਮੁੱਲ ਦਾ ਮੁਕਤਾ ਹੈ। ਜਿਹੜੇ ਇਸਤਰੀ ਲਿੰਗ ਨਾਮ ਹੈ, ਉਹਨਾਂ ਦੇ ਨਾਲ ਪਿੱਛੇ ਔਂਕੜ ਨਹੀਂ ਹੁੰਦਾ, ਜਿਵੇਂ ਦੇਹ, ਦੱਦੇ ਨੂੰ ਲਾਮਾ ਹਾ ਦੇ, ਸਰੀਰ ਦੀ ਗੱਲ ਹੈ। ਔਰ ਬਾਤ, ਬੇੜਾ ਕੱਪਰ ਬਾਤ, ਬਾਤ ਮੂੰਹ ਨੂੰ ਕਹਿੰਦੇ, ਵਾਵੇ ਨੂੰ ਕੰਨਾ ਤੱਤਾ, ਆਸ ਆੜੇ ਨੂੰ ਕੰਨਾ ਸੱਸਾ, ਇਹ ਵੀ ਸਭ ਇਸਤਰੀ ਲਿੰਗ ਹੈ। ਭੂਖ, ਕਲਮ, ਵਾਟ, ਸੇਬ, ਵੇਲ, ਇਹ ਸਾਰੇ ਇਸਤਰੀ ਲਿੰਗ ਸ਼ਬਦ ਨੇ, ਬਿਨਾਂ ਔਂਕੜ ਤੋਂ ਆਉਂਦੇ। ਹਾਲਾਂਕਿ ਇੱਕ ਵਚਨ 'ਚ ਵੀ ਹੈਗੇ, ਆਸ ਇੱਕ ਵਚਨੇ ਹੁੰਦੀ ਹੈ, ਫਿਰ ਵੀ ਇਹ ਬਿਨਾਂ ਔਂਕੜ ਤੋਂ ਆਉਂਦੇ, ਇਸਤਰੀ ਲਿੰਗ ਹੋਣੇ ਕਰਕੇ। ਤੋ ਇਹ ਕੁਛ ਨਿਯਮ ਹੈ, ਬਸ ਥੋੜੇ ਬਹੁਤੇ ਆਪਾਂ ਇਹਨਾਂ ਨੂੰ ਬਹੁਤ ਸੌਖੇ ਜਿਹੇ ਕਰਕੇ ਧਿਆਨ 'ਚ ਰੱਖਣਾ, ਜਿਹਦੇ ਨਾਲ ਆਪਣਾ ਸਾਰਾ ਹੱਲ ਹੋ ਜਾਣਾ। ਜਿੰਨੀ ਵੀ ਬਾਣੀ ਹੈ ਸਾਰੀ ਇਹਨਾਂ ਦੇ ਮੁਤਾਬਕ ਹੀ ਚੱਲਣੀ, ਸਮਝ ਆ ਜਾਏਗੀ, ਕੋਈ ਔਖੀ ਮੁਸ਼ਕਿਲ ਗੱਲ ਇਹਦੇ 'ਚ ਹੈ ਨਹੀਂ। ਬਾਕੀ ਕੱਲ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਵਧੀਆ ਵਿਚਾਰਾਂ ਸੰਗਰਾਂਦ ਦੇ ਪ੍ਰਥਾਏ ਗੁਰਮੁਖਾਂ ਨੇ ਦਿੱਤੀਆਂ। ਸਵਾਗਤ ਹੈ ਸਾਰਿਆਂ ਦਾ, ਧੰਨਵਾਦ ਵੀ ਹੈ। ਇੱਕ ਡਰ ਦੀ ਗੱਲ ਵਿੱਚ ਆਈ ਸੀ, ਸ਼ਾਇਦ ਭਾਈ ਅਮਰੀਕ ਸਿੰਘ ਜੀ ਨੇ ਕਰੀ ਜਾਂ ਡਾਕਟਰ ਜਸਪਾਲ ਵੀਰ ਸਿੰਘ ਜੀ ਨੇ ਕਰੀ। ਉਹਦੇ ਮੁਤਲਕ ਥੋੜ੍ਹੀ ਜਿਹੀ ਬਾਤ ਹੋਰ, ਵੈਸੇ ਤਾਂ ਬਹੁਤ ਵਧੀਆ ਵਿਚਾਰ ਪਹਿਲਾਂ ਹੀ ਹੋ ਚੁੱਕੀ ਹੈ। ਇੱਕ ਐਡੀਸ਼ਨਲ ਗੱਲ ਹੋਰ, ਸਿਮਿਲੀਆ ਸਿਮਿਲੀਬਸ ਕੁਰੈਂਟਰ ਇੱਕ ਸਿਧਾਂਤ ਹੁੰਦਾ ਹੈ, ਜਿਹਦਾ ਦੂਜੇ ਸ਼ਬਦਾਂ 'ਚ ਸੌਖਾ ਮਤਲਬ ਹੁੰਦਾ ਲਾਈਕ ਕਿਉਰਜ਼ ਲਾਈਕ। ਮਤਲਬ ਇਹ ਬਈ ਜਿਹੜੀ ਵਸਤੂ ਇੱਕ ਜੀ ਹੁੰਦੀਆਂ ਦੋਏ, ਉਹਨਾਂ 'ਚੋਂ ਜਿਹੜੀ ਭਾਰੀ ਹੁੰਦੀ ਹੈ ਉਹ ਦੂਜੇ ਨੂੰ ਖਤਮ ਕਰ ਦਿੰਦੀ ਹੈ। ਕਿਵੇਂ? ਇੱਕ ਕੂਲਨਜ਼ ਮਟੀਰੀਆ ਮੈਡੀਕਾ ਦਾ ਟਰਾਂਸਲੇਟ ਕਰਦੇ ਕਰਦੇ ਡਾਕਟਰ ਹੈਨੀਮੈਨ ਜਰਮਨੀ 'ਚ ਸੀ, ਉਹਨੇ ਇਹ ਗੱਲ ਪੜ੍ਹੀ ਵੀ ਜਿਹੜਾ ਕੁਨੀਨ ਹੈ, ਜਿਹੜਾ ਆਪਾਂ ਮਲੇਰੀਆ 'ਚ ਦਵਾਈ ਦਿੰਦੇ ਕੁਨੀਨ ਦੀਆਂ ਗੋਲੀਆਂ, ਵੀ ਇਹ ਕੁਨੀਨ ਨੂੰ ਅਗਰ ਰਿਸ਼ਟ ਪੁਸ਼ਟ ਬੰਦੇ ਖਾ ਲੈਣ ਤਾਂ ਇਹ ਮਲੇਰੀਏ ਵਰਗੇ ਲੱਛਣ ਪੈਦਾ ਕਰ ਦਿੰਦੀਆਂ ਚੰਗਿਆਂ ਭਲਿਆਂ 'ਚ। ਜਿਹੜੀ ਕੁਨੀਨ ਹੈ ਕਰ ਦਿੰਦੀ ਹੈ। ਉਹ ਲੱਛਣ ਕਿਆ ਹੁੰਦੇ ਮਲੇਰੀਆ ਦੇ? ਕੰਬ ਕੰਬ ਕੇ, ਪਾਲਾ ਲੱਗ ਲੱਗ ਕੇ ਚੜ੍ਹਨਾ ਤੀਜੇ ਦਿਨ। ਅੱਗੇ ਬਹੁਤ ਹੁੰਦਾ ਸੀ ਪਹਿਲਾਂ 70ਵੇਂ 72ਵਿਆਂ 'ਚ, 80 ਤੱਕ ਰਿਹਾ, ਹੁਣ ਘਟ ਗਿਆ ਮਲੇਰੀਆ। ਉਹ ਤੋਂ ਫਿਰ ਅੱਗੇ ਹੈਨੀਮੈਨ ਨੇ ਇਹ ਜਿਹੜਾ ਹੋਮੋਪੈਥਿਕ ਸਿਸਟਮ ਹੈ ਇਹ ਚਲਾਇਆ, ਇਹ ਸਿਮਿਲੀਆ ਕਿਉਰਜ਼ ਸਿਮਿਲੀਆ, ਸਿਮਿਲੀਆ ਸਿਮਿਲੀਬਸ ਕੁਰੈਂਟਰ ਕਹਿੰਦੇ ਇਹਨੂੰ ਜਰਮਨ ਭਾਸ਼ਾ 'ਚ। ਇਸੇ ਸਿਧਾਂਤ ਦੇ ਤਹਿਤ ਜਿਹੜਾ ਡਰ ਦੀ ਗੱਲ ਹੈ ਗੁਰਬਾਣੀ ਨੇ ਪਾਈ ਹੋਈ ਹੈ। ਦੁਨਿਆਵੀ ਜਿੰਨੇ ਵੀ ਡਰ ਹੈ ਇਹ ਛੋਟੇ ਹੈ, ਇਹ ਗੰਭੀਰ ਨਹੀਂ ਹੈ, ਹੋਛੇ ਹੈ। ਜਿਹੜਾ ਨਿਰਮਲ ਭਾਵ ਹੈ ਪਰਮਾਤਮਾ ਦਾ, ਉਹ ਸਭ ਤੋਂ ਗ੍ਰਿਸ਼ਟ ਹੈ, ਸਭ ਤੋਂ ਜ਼ਿਆਦਾ ਭਾਰਾ ਹੈ। ਜਦੋਂ ਸੂਰਜ ਚੜ੍ਹਦਾ ਸਾਧ ਸੰਗਤ ਜੀ, ਉਹ ਮੋਮਬੱਤੀਆਂ, ਲਾਟੂ, ਬਲਬ, ਟਿਊਬਾਂ ਸਭ ਫਿੱਕੇ ਪੈ ਜਾਂਦੇ। ਹਾਲਾਂਕਿ ਰਾਤ ਨੂੰ ਕਿੰਨਾ ਤੇਜ਼ ਪ੍ਰਕਾਸ਼ ਦਿੰਦੇ ਹੋ, ਪਰ ਜਦੋਂ ਹੋਇਆ ਜਾਈ ਹੋਰ ਸੂਰਜ ਜਦ ਚੜ੍ਹ ਜਾਂਦਾ ਹੈ, ਰੋਸ਼ਨੀ ਵੱਧ ਰੋਸ਼ਨੀ, ਤਾਂ ਇਹ ਫਿੱਕੇ ਪੈ ਜਾਂਦੇ। ਇਹ ਹੈ ਉਹ ਸਿਧਾਂਤ। ਬਿਲਕੁਲ ਇਸੇ ਤਰ੍ਹਾਂ ਸਾਡੇ ਮਨ ਦੇ ਵਿੱਚ ਜਿਹੜੀ ਡਰਾਂ ਦੀ ਗੱਲ ਹੈ, ਗੌੜੀ ਰਾਗ ਦੇ ਸ਼ੁਰੂ ਵਿੱਚ ਜਿਹੜੀ ਬਾਤ ਆਉਂਦੀ ਹੈ ਬਈ ਜਿੰਨਾ ਚਿਰ ਸਾਡੇ ਮਨ 'ਚ ਨਿਰਮਲ ਭਾਵ ਨਹੀਂ ਪੈਂਦਾ, ਜਿਹੜਾ ਕਿ ਸਭ ਤੋਂ ਵੱਡਾ ਗੰਭੀਰ ਗਰੂਆ ਡਰ ਹੈ, ਉਹਦੇ ਕਰਕੇ
ਉਹਦੇ ਨਾ ਪੈਦਾ ਹੋਣੇ ਕਰਕੇ ਬਾਕੀ ਦੇ ਡਰ ਹੈ ਸਾਡੇ ਮਨ ਵਿੱਚ। ਮਰਨੇ ਦਾ ਡਰ, ਮੌਤ ਦਾ ਡਰ, ਬਿਮਾਰ ਹੋਣ ਦਾ ਡਰ, ਹੁਣ ਨਾ ਕੋਈ ਸੰਕਟ ਆ ਜਾਵੇ ਉਹਦਾ ਡਰ, ਮੂਹਰੇ ਵਾਲੀ ਉਹ ਡਰੀ ਜਾਣਾ ਐਵੇਂ। ਇਹ ਡਰ ਬਹੁਤ ਨਿੱਗਰ ਬਣਾਈ ਬੈਠੇ ਅਸੀਂ ਆਪਣੇ ਮਨਾਂ 'ਚ, ਪਰ ਅਸਲ ਵਿੱਚ ਗੱਲ ਇੱਕਣ ਹੈ ਨਹੀਂ। ਇਹ ਉਕਣੇ ਗੱਲ ਹੈ ਵੀ ਜਿਵੇਂ ਰਾਤ ਨੂੰ ਆਪਾਂ ਨੂੰ ਟਿਊਬਾਂ ਬਲਬ ਬਹੁਤ ਬੜੇ ਲੱਗਦੇ ਵੀ ਬਹੁਤ ਚਾਨਣਾ, 100-100 ਵਾਟ ਦੇ, 500-500 ਵਾਟ ਦੇ, ਬੜਾ ਚਾਨਣਾ ਕਰਦੇ। ਲੇਕਿਨ ਜਦ ਸੂਰਜ ਚੜ ਜਾਂਦਾ ਤਾਂ ਉਹ 100 ਵਾਟ ਵਾਲਾ ਵੀ ਫਿੱਕਾ ਪੈ ਜਾਂਦਾ, ਉਧਰ ਨੂੰ ਕੋਈ ਦੇਖਦਾ ਤੱਕ ਵੀ ਨਹੀਂ ਵੀ ਕੋਈ ਲਾਈਟ ਜਲਦੀ ਹੈ। ਬਿਲਕੁਲ ਇਸੇ ਤਰ੍ਹਾਂ ਜਿੱਦਣ ਗੁਰੂ ਭੇਂਟ ਹੁੰਦੀ ਹੈ ਕਿਸੇ ਵੀ ਬੰਦੇ ਨੂੰ, ਤਾਂ ਉਸ ਤੇ ਜਿਹੜਾ ਫੌਰੀ ਅਮਲ ਹੁੰਦਾ ਮਨ ਦੇ ਵਿੱਚ, ਉਹ ਨਿਰਮਲ ਭਾਉ ਦਾ ਪੈਣਾ ਹੁੰਦਾ। ਨਿਰਮਲ ਭਾਉ ਗੁਰੂ ਭੇਂਟ ਤੋਂ ਬਾਅਦ ਵਿੱਚ ਪੈਦਾ ਹੁੰਦਾ ਮਨ ਵਿੱਚ, ਹੁੰਦਾ ਸੰਗਤ ਦੇ ਵਿੱਚ ਹੈ। ਜਿੱਦਣ ਉਹ ਡਰ ਪੈ ਗਿਆ ਮਨ ਵਿੱਚ ਵੀ ਤੂੰ ਹੀ ਬੜਾ ਹੈ, ਫਿਰ ਬੰਦਾ ਇਹ ਸਮਝਦਾ ਹੈ, ਉਹਨੂੰ ਤਾਂ ਮਹਾਂਪੁਰਸ਼ ਕਹਿਣਾ ਚਾਹੀਦਾ, ਬਲਕਿ ਫਿਰ ਉਹ ਇਹ ਸਮਝਦਾ ਵੀ ਤੂੰ ਮੇਰੇ ਅੰਦਰ ਹਰ ਵਕਤ ਮੈਨੂੰ ਦੇਖ ਰਿਹਾ, ਉਹਨੂੰ ਕਹਿੰਦੇ ਨਿਰਮਲ ਭਾਉ। ਜਿਹੜਾ ਅਸੀਂ ਇਹ ਸਮਝਦੇ ਹਾਂ ਨਾ ਵੀ ਰੱਬ ਕਿਤੇ ਦੂਰ ਹੈ, ਕਿਹੜਾ ਦੇਖਦਾ ਹੈ ਜਾਂ ਕੁਛ ਵੀ ਹੈ, ਉਹ ਰੱਬ ਦਾ ਡਰ ਨਾ ਹੋਣੇ ਕਰਕੇ ਹੀ ਹੈ। ਔਰ ਇਹਨੂੰ ਦੱਸ ਰਹੇ ਨੇ, ਲੋਕਾਂ ਤੋਂ ਪੁੱਛ ਕੇ ਵੀ ਇਹ ਗੱਲ ਦੀ ਤਸੱਲੀ ਕਰੀ ਬਈ ਜਦੋਂ ਗੁਰਦੁਆਰੇ ਸਾਹਿਬ ਕੋਈ ਵੀ ਬੰਦਾ ਜਾਂਦਾ, ਉੱਥੇ ਡਰਦੇ ਆ ਥੋੜਾ ਜਿਹਾ ਵੀ ਇੱਥੇ ਗੁਰੂ ਹੈ। ਬਾਹਰ ਨਿਕਲਦੀ ਸਾਰਾ ਕੁਝ ਭੁੱਲ ਜਾਂਦੇ, ਕਿਉਂਕਿ ਨਿਰਮਲ ਭਾਉ ਨਹੀਂ ਪਿਆ ਹੋਇਆ ਅੰਦਰ। ਜੇ ਨਿਰਮਲ ਭਾਉ ਪੈ ਗਿਆ ਤਾਂ ਉਹ ਅੰਦਰ ਬਾਹਰ ਹਰ ਜਗ੍ਹਾ ਉਹਨੂੰ ਆਪਣੇ ਅੰਦਰ ਮਹਿਸੂਸ ਕਰਦਾ ਬੰਦਾ। ਪਿਰ ਪਰਦੇਸ ਸ਼ਿੰਗਾਰ ਬਣਾਏ, ਮਨਮੁਖ ਅੰਧ ਐਸੇ ਕਰਮ ਕਮਾਏ। ਰੱਬ ਦਾ ਡਰ ਨਾ ਹੋਣੇ ਕਰਕੇ ਜਿਹੜੀ ਸਾਡੀ ਨਕਲੀ ਡੇਰੇਦਾਰੀ ਹੈ, ਇਹਦੀ ਤਸ਼ਬੀਹ ਗੁਰਬਾਣੀ 'ਚ ਦੇਖੋ ਕਿਵੇਂ ਦਿੱਤੀ ਗੁਰੂ ਮਹਾਰਾਜ ਨੇ। ਜੇ ਪਤੀ ਕਿਸੇ ਔਰਤ ਦਾ ਬਾਹਰ ਗਿਆ ਵਾ ਹੋਵੇ ਔਰ ਫਿਰ ਉਹ ਸ਼ਿੰਗਾਰ ਕਰੇ, ਸ਼ਿੰਗਾਰ ਕਿਹਦੇ ਵਾਸਤੇ ਕਰਨਾ? ਫਿਰ ਉਹਨੇ ਵਿਵਚਾਰਨ ਕਿਹਾ ਜਾਊਗਾ, ਜਾਂ ਕਮ ਸੇ ਕਮ ਉਹਦੇ ਪ੍ਰਤੀ ਚੰਗੀ ਭਾਵਨਾ ਨਹੀਂ ਬਣੇਗੀ ਸੁਸਾਇਟੀ 'ਚ। ਤੋ ਜਿਹੜੀ ਇਹ ਨਕਲੀ ਗੁਰੂ ਡੰਮ ਹੈ ਜਾਂ ਸਾਧ ਡੰਮ ਹੈ, ਇਹ ਬਿਲਕੁਲ ਉਹੀ ਹੈ। ਇਸ ਰੱਬ ਤਾਂ ਇਹਨਾਂ ਦੇ ਨੇੜੇ ਅੰਦਰ ਹੁੰਦਾ ਨਹੀਂ ਹੈ, ਬਾਹਰ ਤੋਂ ਸ਼ਿੰਗਾਰ ਪੂਰਾ ਬਣਾਈ ਬੈਠੇ ਹੁੰਦੇ। ਲੋਕ ਸਮਝਦੇ ਆ ਵੀ ਸ਼ਾਇਦ ਰੱਬ ਦੇ ਬੰਦੇ ਹੋਣਗੇ। ਬਸ ਇਹੀ ਵਿਡੰਬਣਾ ਸਾਡੇ ਸਮਾਜ ਦੀ, ਜਿਹੜਾ ਖਾਸ ਕਰਕੇ ਸਿੱਖ ਸਮਾਜ ਹੈ ਇੱਕਣ ਫਸਿਆ ਹੋਇਆ ਡੇਰੇਦਾਰੀ 'ਚ। ਕਦੇ ਵੀ ਜਿਹੜਾ ਨਿਰਮਲ ਭਾਉ ਹੈ, ਜਿੰਨਾ ਚਿਰ ਅੰਦਰ ਨਹੀਂ ਪੈਂਦਾ, ਸੰਤ ਕੋਈ ਹੋ ਹੀ ਨਹੀਂ ਸਕਦਾ। ਜਾਂ ਦੂਜੇ ਸ਼ਬਦਾਂ 'ਚ ਕਹੋ, ਜਿੰਨਾ ਚਿਰ ਭੇਂਟ ਨਹੀਂ ਹੁੰਦੀ ਗੁਰੂ ਨਾਲ। ਭੇਂਟ ਕਦੋਂ ਹੋਣੀ ਹੈ? ਜਦੋਂ ਮੈਂ ਟੁੱਟਣੀ ਹੈ। ਉਹ ਕਿਹਨੇ ਤੋੜਨੀ ਹੈ? ਗੁਰੂ ਨੇ ਤੋੜਨੀ ਹੈ। ਸਾਰਾ ਕੁਛ ਅਲਟੀਮੇਟਲੀ ਗੁਰੂ ਤੇ ਹੀ ਆ ਜਾਂਦੀ ਹੈ ਗੱਲ। ਜਿੱਦਣ ਉਹਨੇ ਸੰਗਤ ਵਿੱਚ ਭੇਜ ਕੇ ਬੰਦੇ ਨੂੰ ਨਿਰਮਲ ਭਾਉ ਪਾਤਾ, ਉਹਦੇ ਅੰਦਰ ਭੇਂਟਾ ਕਰ ਲਈ, ਮੈਂ ਤੋੜ ਦਿੱਤੀ, ਇਹ ਸਾਰਾ ਕੁਛ ਇਕੱਠਾ ਹੀ ਹੋਣਾ ਹੈ। ਪਰ ਨਿਰਮਲ ਭਾਉ ਇਹਨਾਂ ਤੇ ਬਾਅਦ 'ਚ ਪੈਂਦਾ। ਉਦਣ ਫਿਰ ਬੰਦੇ ਦੇ ਇਹ ਡਰ ਦੂਰ ਹੋ ਜਾਣੇ, ਜਿਹੜੇ ਵੀ ਹਾਏ ਰੱਬਾ ਐ ਨਾ ਹੋ ਜਾਏ, ਉਹ ਨਾ ਹੋ ਜਾਏ, ਕਲਪਨਾ ਵਿੱਚ ਡਰੀ ਜਾਂਦਾ ਬੰਦਾ। ਸੋ ਜਿਹੜਾ ਅਸਲੀ ਡਰ ਹੈ ਉਹ ਨਿਰਮਲ ਭਾਉ ਹੈ। ਨਿਰਮਲ ਭਾਉ ਬਹੁਤ ਵੱਡੀ ਬਾਤ ਹੈ ਗੁਰਬਾਣੀ ਦੇ ਮੁਤਾਬਕ। ਉਹਦੇ ਕਰਕੇ ਹੀ ਬਾਕੀ ਦੇ ਡਰ ਸਾਰੇ ਛੱਡ ਕੇ ਲੰਘ ਜਾਂਦੇ, ਇੱਥੋਂ ਤੱਕ ਵੀ ਮੌਤ ਦਾ ਡਰ ਵੀ ਲੰਘ ਜਾਂਦਾ। ਕਿਉਂਕਿ ਇਹ ਆਪਣੇ ਨਾਲ ਤਾਂ ਕਦੇ ਨਹੀਂ ਬੀਤੀ, ਪਰ ਆਪਾਂ ਨੂੰ ਅਹਿਸਾਸ ਤਾਂ ਹੈ ਨਾ ਵੀ ਆਰਾ ਚੱਲ ਰਿਹਾ ਸਿਰ ਦੇ ਉੱਤੇ, ਡਰ ਹੈ ਹੀ ਨਹੀਂ ਭੋਰਾ ਵੀ। ਲਾਲੀਆਂ ਛਾਈਆਂ ਚਿਹਰੇ ਦੇ ਉੱਤੇ, ਜਪਜੀ ਸਾਹਿਬ ਦਾ ਪਾਠ ਹੋ ਰਿਹਾ, ਤੱਤੀ ਤਵੀ ਹੈ, ਉੱਪਰੋਂ ਰੇਤਾ ਵੀ ਗਰਮ ਪੈ ਰਿਹਾ, ਮਹੀਨਾ ਵੀ ਜੂਨ ਦਾ ਹੈ, ਗਰਮੈਸ਼ ਦਾ ਹੈ, ਲੇਕਿਨ ਠੰਡ ਵਰਤ ਰਹੀ ਹੈ ਮਨਾਂ 'ਚ। ਇਹ ਕਿਆ ਚੀਜ਼ ਹੈ? ਇਹ ਉਹ ਜਿਹੜਾ ਮੌਤ ਦਾ ਇੱਕ ਸਾਡਾ ਜਿਹੜੀ ਕਲਪਨਾ 'ਚ ਡਰਦੇ ਹਾਂ ਅਸੀਂ, ਮੌਤ ਤਾਂ ਜਿੱਦਣ ਆ ਗਈ ਉਸ ਤੋਂ ਬਾਅਦ ਤਾਂ ਕੋਈ ਡਰ ਨਹੀਂ ਹੋਣਾ। ਉਹ ਮੌਤ ਨੂੰ ਯਾਦ ਕਰਕੇ ਹੀ, ਉਹਦਾ ਸੀਨ ਯਾਦ ਕਰਕੇ ਹੀ ਮਨ ਵਿੱਚ ਡਰ ਹੈ। ਇੱਕ ਵਾਰ ਦਾਸਰੇ ਕੋਲ ਕੋਈ ਪਿੰਡ ਦੀ ਕੋਈ ਬੀਬੀ ਬੈਠੀ ਸੀ, ਦੇਰ ਦੀ ਗੱਲ ਹੈ, 40 ਸਾਲ ਦੀ ਹੋਣੀ। ਉਹ ਦਾਸਰੇ ਨੇ ਨਾ ਕੰਘਾ ਕਰਕੇ, ਜਿਹੜੇ ਕੇਸ ਸੀਗੇ ਉਦੋਂ ਚੁੱਲ੍ਹੇ ਹੀ ਹੁੰਦੇ ਸੀ, ਸਿਲੰਡਰ ਤਾਂ ਹੁੰਦੇ ਨਹੀਂ ਸੀਗੇ, ਲੱਕੜੀ ਵਾਲੇ ਇਹਨਾਂ ਦੇ ਨਾਲ ਜਿਹੜੇ ਜਲਦੇ ਹੁੰਦੇ ਸੀ, ਉਹ ਉਹਦੇ ਵਿੱਚ ਗੇਰ ਦਿੱਤੇ।
ਉਹ ਮੈਨੂੰ ਕਹਿੰਦੀ ਹੈ ਸੁੱਖੀ ਸਾਂਦੀ ਹੈ ਚੁੱਲ੍ਹੇ 'ਚ ਬਹੁਤ ਮਾੜਾ ਸ਼ਗਨ ਕਰਤਾ, ਸ਼ਗਨ ਨਹੀਂ ਚੰਗਾ ਕਰਿਆ ਕਿ ਸ਼ਗਨ ਹੋ ਗਿਆ। ਮੈਂ ਕਿਹਾ ਕਿਆ ਗੱਲ ਹੈ, ਫੇਰ ਨਹੀਂ ਜਲਣੇ? ਜਿੱਦਣ ਸਿਵਿਆਂ 'ਚ ਲਿਜਾ ਕੇ ਧਰ ਦੇਣਾ ਉਦਣ ਵੀ ਪਹਿਲਾਂ ਸਭ ਤੇ ਕੇਸੇ ਜਲਣੇ, ਸਰੀਰ ਨੇ ਤਾਂ ਬਾਅਦ 'ਚ ਜਲਣਾ। ਕਹਿੰਦੀ ਸੁੱਖੀ ਸਾਂਦੀ ਕਈਆਂ ਦੀਆਂ ਗੱਲਾਂ ਕਰਦਾ। ਇੱਕਣ ਡਰ ਮਨ ਵਿੱਚ ਪਿਆ ਹੋਇਆ ਵੀ ਹਾਏ ਰੱਬਾ ਕਿਤੇ ਮੌਤ ਨਾ ਆ ਜਾਏ। ਗੱਲ ਨਾ ਕਰੋ ਮੌਤ ਦੀ, ਜਿਵੇਂ ਸੱਪ ਪ੍ਰਤੀ ਵੀ ਹੈ। ਸੱਪ ਨੂੰ ਬਾਬਾ ਕਹਿੰਦੀਆਂ ਬਹੁਤੀਆਂ ਬੀਬੀਆਂ ਸਾਡੇ ਉਰੇ ਆਲੇ ਦੁਆਲੇ, ਸੱਪ ਨਹੀਂ ਕਹਿੰਦਾ ਕੋਈ ਵੀ, ਹਾਂ ਬਾਬਾ ਬਾਬਾ। ਇੱਕ ਧਰਤੀ ਦਾ ਵੀ ਕਹਿੰਦੀਆਂ, ਧਰਤੀ ਦਾ। ਮਹੀਨਿਆਂ ਦੇ 9 ਵੀ ਨਹੀਂ ਆਪ ਤੇ ਲੈਂਦੀਆਂ, ਦੂਜੇ ਤੋਂ ਸੁਣਦੀਆਂ। ਜਿਵੇਂ ਅੱਜ ਜੇਠ ਦਾ ਮਹੀਨਾ, ਉਹ ਆਪਣੇ ਮੂੰਹ ਤੇ ਨਹੀਂ ਕਹਿਣਗੀਆਂ ਜੇਠ, ਦੂਜੇ ਤੋਂ ਸੁਣਨਗੀਆਂ ਕਿਸੇ। ਬੰਦੇ ਵੀ ਹੈ ਇਸ ਤਰ੍ਹਾਂ ਦੇ। ਇਹ ਜਿਹੜੇ ਡਰ ਹੈ ਸੁਸਾਇਟੀ 'ਚ ਪਏ ਹੋਏ ਹੈ, ਇਹ ਡਰ ਕੇਵਲ ਨਿਰਭਉ ਡਰ ਜਦ ਪੈਣਾ ਅੰਦਰ, ਨਿਰਭਉ ਹੋਣਾ ਬੰਦੇ ਨੇ, ਨਿਰਮਲ ਭਉ ਪੈਣਾ ਜਦੋਂ ਅੰਦਰ, ਇਹ ਡਰ ਨੇ ਜਦ ਜਾਣਾ। ਗੁਰਬਾਣੀ ਦੀ ਵਿਚਾਰ ਸੰਗਤ ਦੇ ਵਿੱਚ ਕਰਕੇ ਜਿਹੜਾ ਬਾਹਰਲਾ ਡਰ ਹੈ ਸਾਡਾ, ਉਹ ਤਾਂ ਬਿਲਕੁਲ ਨਿਕਲ ਜਾਂਦਾ ਹੈ। ਇਹਦੇ 'ਚ ਕੋਈ ਡਾਊਟ ਨਹੀਂ ਹੈ। ਇਹ ਡਰ ਤਰਕਸ਼ੀਲਾਂ ਦਾ ਵੀ ਨਿਕਲਿਆ ਵਾ ਹੁੰਦਾ, ਉਹ ਵੀ ਨਹੀਂ ਬਹੁਤੇ ਇਹੋ ਜਿਹੇ ਪਖੰਡਾਂ ਨੂੰ ਮੰਨਦੇ ਹੈ। ਪਰ ਜਿਹੜਾ ਡਰ ਮੈਂ ਔਰ ਮੇਰੀ ਦਾ ਅੰਦਰ, ਆਈ ਐਂਡ ਮਾਈ ਦਾ, ਹੰਕਾਰ ਵੀ ਤੇ ਡਰ ਵੀ ਉਹਦੇ ਕਰਕੇ ਜੋ ਅੰਦਰ ਹੋ ਰਿਹਾ, ਉਹ ਨਿਰਮਲ ਭਉ ਪਏ ਬਿਨਾਂ ਨਹੀਂ ਜਾਣਾ। ਇਹ ਜ਼ਰੂਰੀ ਹੈ। ਸੋ ਜਿਹੜੀ ਗੁਰਮਤਿ ਦੀ ਵਿਚਾਰ ਹੈ ਉਹ ਉਸ ਲੈਵਲ ਦੀ ਹੈ, ਉੱਚੀ। ਜਦੋਂ ਵੀ ਸਾਨੂੰ ਉਸ ਗੱਲ ਦੀ ਸੋਝੀ ਹੋਈ ਗੁਰੂ ਮਹਾਰਾਜ ਵਰਸੂਗਾ ਸਾਡੇ ਉੱਤੇ, ਅੰਮ੍ਰਿਤ ਵਰਖਾ ਕਰੂਗਾ, ਸਾਡੇ ਅੰਦਰ ਨਿਰਮਲ ਭਉ ਪਾਊਗਾ, ਜਾਂ ਡਰ ਦਾ ਸੂਰਜ ਚੜਾਊਗਾ ਅੰਦਰ, ਜਿਹੜਾ ਬੜਾ ਡਰ ਹੈ ਸੂਰਜ ਵਰਗਾ, ਫਿਰ ਇਹ ਡਰ ਆਪੇ ਨਿਕਲ ਜਾਣਗੇ। ਆਪਾਂ ਤਾਂ ਕਿਆਸ ਹੀ ਕਰ ਸਕਦੇ ਹਾਂ ਨਾ, ਕਿਉਂਕਿ ਆਪਾਂ ਅਜੇ ਆਰੇ ਹੇਠ ਤਾਂ ਬੈਠੇ ਨਹੀਂ ਹੈ। ਜੇ ਜਿਹੜੇ ਬੈਠੇ ਆ ਉਹਨਾਂ ਦੀ ਗੱਲ ਨੂੰ ਆਪਾਂ ਅਨੁਸਰਨ ਕਰ ਸਕਦੇ ਹਾਂ। ਜਿਹੜਾ ਡਰਦਾ ਹੋਊਗਾ ਆਰੇ ਤੋਂ, ਉਹ ਤਾਂ ਆਰਾ ਚਲਵਾ ਹੀ ਨਹੀਂ ਸਕਦਾ, ਉੱਪਰ ਉਹਦਾ ਨੱਠੂਗਾ ਉੱਥੇ ਤੋਂ। ਬੇਸ਼ੱਕ ਬੰਨ ਕੇ ਤਾਂ ਹੱਥ ਪੈਰ ਕੋਈ ਪਿਆ ਚਲਾ ਦੇਵੇ। ਜੇਕਰ ਸਹਿਜ ਵਿੱਚ ਬੈਠਾ ਬੰਦਾ, ਇੱਕ ਫੋਟੋ ਦੇ ਉੱਤੇ ਦੱਸ ਰਹੇ ਨੇ, ਦੇਖਿਆ ਸੀ, ਪੰਚਮ ਪਾਤਸ਼ਾਹ ਬਹੁਤ ਮੌਜ ਦੇ ਨਾਲ ਆਏ ਇੱਕ ਪੈਰ ਤਵੀ ਪਰ ਰੱਖਿਆ ਵਾ, ਦੂਜਾ ਜਿੱਕਣ ਵੀ ਉੱਪਰ ਬੈਠਣਾ ਹੁੰਦਾ, ਇੱਕਣ ਕੋਈ ਬੰਨ ਕੇ ਨਹੀਂ ਸੀ ਬਿਠਾਲੇ ਹੋਏ, ਸਹਿਜ ਵਿੱਚ ਬੈਠੇ ਹੋਏ ਸੀ। ਕੋਈ ਡਰ ਹੈ ਹੀ ਨਹੀਂ ਸੀ ਅੰਦਰ ਮੌਤ ਦਾ। ਪਹਿਲਾਂ ਹੀ ਮੌਤ ਤੋਂ ਤਾਂ ਜਿਹੜਾ ਗੁਰਮੁਖ ਹੁੰਦੇ, ਗੁਰੂ ਦੀ ਤਾਂ ਬਾਤ ਹੀ ਕਿਹਾ ਹੈ, ਉਹ ਮੌਤ ਤਾਂ ਉਹਨਾਂ ਨੇ ਪਿੱਛੇ ਛੱਡੀ ਵੀ ਹੁੰਦੀ, ਮੌਤ ਤੋਂ ਅੱਗੇ ਨਿਕਲੇ ਵੀ ਹੁੰਦੇ। ਇਹ ਹੈ ਜਿਹੜਾ ਨਿਰਮਲ ਭਉ ਹੈ। ਜੇ ਇਹ ਪੈ ਜੇ ਸਾਡੇ ਅੰਦਰ ਤਾਂ ਫਿਰ ਮਹਾਰਾਜ ਬਖਸ਼ਿਸ਼ ਹੈ ਕੋਈ ਪੂਰੀ। ਬਖਸ਼ਿਸ਼ ਤਾਂ ਇੰਨੀ ਵੀ ਬਹੁਤ ਹੈ ਵੀ ਸੰਗਤ ਵੀ ਜਾਏ, ਤੇ ਜਿਹੜਾ ਅਸੀਂ ਬਾਹਰਲਾ ਹੀ ਆ ਸੰਗਰਾਂਦਾਂ ਦੀਆਂ ਵਿਚਾਰਾਂ ਇੱਧਰ ਉੱਧਰ ਦੀਆਂ ਜਿਹੜੀਆਂ ਇਹ ਕਰਦੀ ਹੈ, ਸੰਸਾਰ ਕਰਦਾ ਹੀ ਹੈ। ਝੋਟਾ ਮਿਲ ਗਿਆ, ਸਾਉਣ ਸ਼ਾਸਤਰ, ਬਾਹਮਣ ਪੰਡਤ ਮੂਹਰੇ ਮਿਲ ਗਿਆ, ਲੰਬੜਦਾਰ ਮਿਲ ਗਿਆ, ਕੰਮ ਨਹੀਂ ਬਣਨਾ, ਬਿੱਲੀ ਰਸਤਾ ਕੱਟ ਗਈ, ਪਤਾ ਨਹੀਂ ਕਿਆ ਕਿਆ। ਇੱਕ ਕਣੀ 2 ਕਮਰੇ ਪਾਉਣੇ ਹੁੰਦੇ ਆ, ਪਹਿਲਾਂ ਇੱਕ ਕਾਲਾ ਜਿਹਾ ਟੰਗਦੇ, ਜੀਭ ਜੀ ਗੱਡੀ ਹੋਈ ਬਾਹਰ, ਬਈ ਇਹ ਨਜ਼ਰ ਨਹੀਂ ਲੱਗਦੀ। ਇਹੋ ਜਿਹੇ ਮਨ ਡਰਦਾ, ਇੱਕਣ ਡਰੀ ਬੈਠਾ ਹੈ। ਇਹ ਸਾਰਾ ਕੁਝ ਪੰਡਤ ਨੇ ਕਰਿਆ ਵਾ। ਪੰਡਤ ਜਹਾਨ ਦਾ ਗੁਰੂ ਹੈ। ਕਬੀਰ ਜੀ ਤਾਂ ਹੀ ਤਾਂ ਕਹਿ ਰਹੇ ਹੈ, ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹਿ, ਅਰਜ ਉਰਜ ਕੈ ਪਚਮੂਆ, ਚਾਰੋਂ ਵੇਦੋਂ। ਅਸੀਂ ਉਹਨੂੰ ਗੁਰੂ ਬਣਾਈ ਬੈਠੇ ਰਹੇ ਹੁਣ ਕਈ ਸਦੀਆਂ ਤੋਂ, ਅਜੇ ਵੀ। ਹੁਣ ਜੇ ਪੰਡਤ ਹਟਾ ਦਿੱਤਾ ਤਾਂ ਸਾਡੇ ਕਈ ਸਿੱਖੀ ਜਾਮੇ ਵਿੱਚ ਨਕਲੀ ਗੁਰੂ ਬਣ ਗਏ। ਪੰਜਾਬ ਦੀ ਇਹ ਹਾਲਤ ਹੋ ਰਹੀ। ਤੋ ਦਾਸਰਾ ਦੇਖ ਰਿਹਾ, ਸਾਡੇ ਆਪਣੇ ਗੁਰਦੁਆਰੇ ਸਾਹਿਬ ਪਿੰਡ ਦੇ ਵਿੱਚ ਵੀ ਕਿਸੇ ਨੇ ਉਹ ਰੱਖ ਦਿੱਤੇ ਸੀ ਲਿਜਾ ਕੇ, ਕੁਛ ਇਲਾਇਚੀਆਂ ਜੀਆਂ ਕੜਾਹ ਪ੍ਰਸ਼ਾਦ ਵਾਲੇ ਬਾਟੇ 'ਚ, ਕੁਛ ਮੇਖਾਂ ਜੀਆਂ, ਪਤਾ ਨਹੀਂ ਕਿਹਾ ਗਿਆ ਬੜਾ। ਫਿਰ ਕਾਫੀ 1-2 ਬੰਦਿਆਂ ਪਰ ਸ਼ੱਕ ਸੀਗੀ, ਉਹਨਾਂ ਦਾ ਨਾਂ ਲਏ ਤੋਂ ਬਗੈਰ ਫਿਰ ਉੱਥੇ ਕਰਨਾ ਪਿਆ ਵੀ ਖਬਰਦਾਰ ਜੀ, ਅੱਗੇ ਤੇ ਕਿਸੇ ਨੇ ਇਹ ਕੰਮ ਕਰਿਆ। ਕਿਸੇ ਸਿਆਣੇ ਸਾਧ ਕੋਲ, ਜੋਸ਼ੀ ਕੋਲ ਗਏ ਹੋਣੇ, ਉਹਨੇ ਦੱਸਿਆ ਹੋਣਾ, ਉਹਨੇ ਜਾ ਕੇ ਇੱਕਣ ਕਰਿਆ। ਮਾਂ ਵੀ ਸੀਗੇ ਰੱਖੇ ਹੋਏ। ਔਰ ਗੁਰਦੁਆਰੇ ਸਾਹਿਬਾਨਾਂ 'ਚ ਛੋਲਿਆਂ ਦਾ ਬੱਕਲੀਆਂ ਜਿਹਨੂੰ ਕਹਿੰਦੇ ਆਪਾਂ, ਘੁੰਗਣੀਆਂ, ਉਹ ਵੀ ਚੜਾਉਨੇ ਇਸੇ ਕਰਕੇ, ਸ਼ਨੀਚਰ ਸਮਝ ਕੇ ਪਤਾ ਨਹੀਂ ਕਿਹਾ। ਚਲੋ ਵਿਚਾਰ ਨੂੰ ਸਮਾਪਤ ਕਰੀਏ। ਇਹ ਆਪ ਜੀ ਨੇ ਜਿਹੜੀਆਂ ਵਿਚਾਰਾਂ ਕਰੀਆਂ ਬਹੁਤ ਜ਼ਿਆਦਾ ਢੁਕਵੀਆਂ ਔਰ ਸਹੀ ਹੈ। ਇਸ ਤਰ੍ਹਾਂ ਦੀਆਂ ਹੀ ਕਰਨੀਆਂ ਬਣਦੀਆਂ ਵੀ ਭਾਈ ਆਓ ਸੰਗਰਾਂਦ ਨੂੰ ਹੀ ਸਹੀ ਬਾਣੀ ਤਾਂ ਸੁਣੋ, ਬਾਣੀ ਦੀ ਵਿਚਾਰ ਕਰੋ, ਪੂਰਨਮਾਸ਼ੀ ਨੂੰ ਹੀ ਸਹੀ, ਇੱਕ ਦਿਨੇ ਸਹੀ, ਆਓ ਤਾਂ ਸਹੀ।
ਇਹ ਫਿਰ ਨਾਲ ਗੱਲ ਆਪ ਸਮਝਾਏ ਸਕਦੇ ਹਾਂ ਸਾਰੇ, ਆਪਾਂ ਸਮਝਾਉਣੇ ਹੀ ਹੈ ਵੀ ਐਂ ਨਾ ਸਮਝੋ ਵੀ ਅੱਜੇ ਪਵਿੱਤਰ ਹੈ, ਜੇ ਕੱਲ ਨੂੰ ਆਉਂਗੇ ਤਾਂ ਆਹੀ ਕੁਛ ਕੱਲ ਨੂੰ ਵੀ ਤੁਹਾਨੂੰ ਮਿਲੂਗਾ, ਗੁਰੂ ਦੀ ਗਿਆਨ ਮਿਲੂਗਾ, ਕੱਲ ਨੂੰ ਵੀ ਉਸੇ ਤਰ੍ਹਾਂ ਸਾਰਥਕ ਹੋਊਗਾ ਜਿਵੇਂ ਅੱਜ ਸਾਰਥਕ ਹੈ। ਵੱਧ ਤੋਂ ਵੱਧ ਆਓ, ਜੇ ਨਹੀਂ ਹੁੰਦਾ ਤਾਂ ਇੱਕ ਦਿਨ ਤਾਂ ਕਮ ਸੇ ਕਮ ਆ ਜਾਓ, ਉਹ ਵੀ ਮੁਬਾਰਕ ਹੈ, ਚੰਗੀ ਉਹ ਗੱਲ ਹੈ। ਜਿਹੜੀ ਘੜੀ ਵੀ ਸਾਨੂੰ ਪ੍ਰਮਾਤਮਾ ਚਿੱਤ ਆਵੇ ਉਹ ਸੁਲੱਖਣੀ ਹੁੰਦੀ ਹੈ। ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ। ਗੁਸਾਈ ਗ੍ਰਿਸ਼ਟ ਰੂਪੇਣ ਸਿਮਰਨ ਸਰਵਤਰ ਜੀਵਨੈ। ਲਬਧਯੰ ਸੰਤ ਸੰਗੇਣ ਨਾਨਕ ਸਵੱਛ ਮਾਰਗ ਹਰ ਭਗਤਣੈ। ਮਸਕੰ ਭਗਨੰਤ ਸੈਲੰ ਕਰਦਮ ਤੁਰੰਤ ਪਪੀਲ ਕੈ। ਤੁਰੰਤ ਪਪੀਲ ਕੈ ਸਾਗਰੰ ਲੰਘੰਤ ਪਿੰਗੰ ਤਮ ਪ੍ਰਗਾਸ ਅੰਧ ਕੈ। ਸਾਧ ਸੰਗੇਣ ਸਿਮਰੰਤ ਗੋਵਿੰਦ ਸ਼ਰਨ ਨਾਨਕ ਹਰ ਹਰ ਹਰੇ। ਸਾਗਰੰ ਲੰਘੰਤ ਪਿੰਗੰ ਤਮ ਪ੍ਰਗਾਸ ਅੰਧ ਕੈ। ਸਾਧ ਸੰਗੇਣ ਸਿਮਰੰਤ ਗੋਵਿੰਦ ਸ਼ਰਨ ਨਾਨਕ ਹਰ ਹਰ ਹਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਾਂ ਦੀ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜੀਓ, ਗੁਰਬਾਣੀ ਵਿਚਾਰ ਦੇ ਸਾਰੇ ਗੁਰਮੁਖ ਸੱਜਣੋ, ਵਕਤੇ ਅਤੇ ਸਰੋਤੇ, ਸਾਰਿਆਂ ਦੇ ਚਰਨਾਂ ਦੇ ਵਿੱਚ ਪ੍ਰਣਾਮ। ਅੱਜ ਪੰਜਵੇਂ ਨਾਨਕ ਧੰਨ ਧੰਨ ਗੁਰੂ ਅਰਜਨ ਦੇਵ ਜੀ ਸਾਨੂੰ ਇਹਨਾਂ ਸ਼ਲੋਕਾਂ ਦੇ ਜ਼ਰੀਏ ਉਪਦੇਸ਼ ਕਰ ਰਹੇ ਹਨ। ਗੁਸਾਈ ਗ੍ਰਿਸ਼ਟ ਰੂਪੇਣ, ਪਰਮਾਤਮਾ ਦਾ ਜਿਹੜਾ ਰੂਪ ਹੈ ਉਹ ਬਹੁਤ ਗ੍ਰਿਸ਼ਟ ਹੈ, ਭਾਰੀ ਹੈ, ਮਨਮੋਹਣ ਵਾਲਾ, ਸਾਰਿਆਂ ਰੂਪਾਂ ਤੋਂ ਭਾਰੀ ਰੂਪ ਹੈ, ਜਿਹਨੂੰ ਦੇਖਦੇ ਹੀ ਭੁੱਖ ਨਹੀਂ ਲੈਂਦੀ। ਸਿਮਰਨ ਸਰਬੱਤਰ ਜੀਵਨ ਹੈ, ਉਹਦਾ ਸਿਮਰਨ ਕਰਨਾ ਸਾਰਿਆਂ ਜੀਵਾਂ ਦਾ ਜੀਵਨ ਹੈ, ਯਾਨੀ ਜਾਨ ਹੈ ਸਭ ਦੀ ਸਿਮਰਨ ਕਰਨਾ। ਲਵਧਯੰ ਸੰਤ ਸੰਗੇਣ ਨਾਨਕ, ਇਹ ਕਿੱਥੋਂ ਮਿਲਦਾ ਭਾਈ ਸਿਮਰਨ? ਇਹ ਲੱਭਦਾ ਹੈ ਸੰਤਾਂ ਦੀ ਸੰਗਤ ਵਿੱਚੋਂ। ਸਵੱਛ ਮਾਰਗ ਹਰ ਭਗਤ। ਹਰੀ ਦੀ ਭਗਤੀ ਸਭ ਤੋਂ ਸਵੱਛ ਮਾਰਗ ਹੈ, ਸਭ ਤੋਂ ਵੱਡਾ ਮਾਰਗ ਹੈ, ਸਭ ਤੋਂ ਸੁੰਦਰ ਮਾਰਗ ਹੈ, ਸਾਫ਼ ਮਾਰਗ ਹੈ। ਬਾਕੀ ਭਗਤੀਆਂ ਸਭ ਹੋਛੀਆਂ ਨੇ। ਭਗਤੀਆਂ ਬਹੁਤ ਹੈ ਸੰਸਾਰ ਦੇ ਵਿੱਚ। ਪੰਡਿਤ ਨੇ ਤਾਂ ਔਰ ਵੇਦਾਂ ਨੇ ਤਾਂ 9 ਕਿਸਮ ਦੀ ਭਗਤੀ ਗਿਣੀ ਹੋਈ ਹੈ। ਭਗਤ 9 ਪ੍ਰਕਾਰਾ ਪਰ ਪੰਡਿਤ ਵੇਦ ਪੁਕਾਰਾ। ਸਾਨੂੰ ਕਈ ਵਾਰ ਇੱਕ ਤੁਕ ਪਕੜ ਕੇ ਇਹ ਖਿਆਲ ਪੈਦਾ ਹੋ ਜਾਂਦਾ ਹੈ, ਲਿਖਣ ਵਿੱਚ ਵੀ ਦੇਖੀਆਂ ਦਾਸ ਨੇ ਗੱਲਾਂ, ਟੀਕਿਆਂ 'ਚ ਵੀ ਭਗਤੀ 9 ਪ੍ਰਕਾਰ ਦੀ ਹੁੰਦੀ ਹੈ। ਉਹ ਭਾਈ ਉਹਨਾਂ ਖਾਤਰ ਹੁੰਦੀ ਹੈ, ਪੰਡਿਤ ਵੇਦਾਂ ਖਾਤਰ, ਜਿਨ੍ਹਾਂ ਨੇ ਇਹ ਗੱਲ ਪੁਕਾਰੀ ਹੋਈ ਹੈ। ਸਿੱਖ ਖਾਤਰ ਨਹੀਂ ਹੈ, ਸਿੱਖ ਖਾਤਰ ਇੱਕੋ ਹੀ ਭਗਤੀ ਹੈ। ਉਹੀ ਭਗਤੀ ਜਿਹੜੀ ਸਰੈਂਡਰ ਆਫ ਮਾਈਂਡ ਐਂਡ ਬੁੱਧੀ ਚੋਂ ਨਿਕਲਦੀ ਹੈ। ਇੱਕ ਦੀ ਗੱਲ, ਭਗਤੀਆਂ ਬਹੁਤ ਹੈ, ਕਿੰਨੇ ਹੀ ਦੇਵੀ ਦੇਵਤੇ ਬਣਾਏ ਹੋਏ ਹੈ, ਕਿੰਨੇ ਹੀ ਸਮਾਜਿਕ ਦੇਵੀ ਦੇਵਤੇ ਵੀ ਹੈ। ਉਹਨਾਂ ਸਾਰਿਆਂ ਦੀ ਜਿਹੜੀ ਭਗਤੀ ਹੈ ਉਹ ਹੋਛੀ ਹੈ ਭਾਈ। ਕਬੀਰ ਜੀ ਨੇ ਫਰਮਾਈ ਹੈ ਗੱਲ, ਹੋਛ ਭਗਤ ਕੈਸੇ ਉਤਰਸ ਪਾਰਾ। ਇਹ ਹੋਛੀਆਂ ਭਗਤੀਆਂ ਦੇ ਨਾਲ ਪਾਰ ਨਹੀਂ ਜਾਇਆ ਜਾ ਸਕਦਾ। ਇਹ ਸਿਰਫ ਮਨ ਨੂੰ ਭਰਮਾਉਣ ਦੀਆਂ ਗੱਲਾਂ ਨੇ, ਇਹ ਦੂਜੇ ਭਾਅ ਦੀਆਂ ਗੱਲਾਂ। ਕੇਵਲ ਪਰਮਾਤਮਾ ਦੀ ਭਗਤੀ ਸੰਗਤ ਵਿੱਚੋਂ ਮਿਲਦੀ ਹੈ, ਗੁਰੂ ਕੀ ਸੰਗਤ ਚੋਂ। ਔਰ ਪਰਮਾਤਮਾ ਦਾ ਜਿਹੜਾ ਰੂਪ ਹੈ ਉਹ ਬਹੁਤ ਭਾਰਾ ਹੈ, ਬਹੁਤ ਸੁੰਦਰ ਹੈ, ਮਨਮੋਹਕ ਹੈ। ਮਸਕੰ ਭਗਨੰਤ ਸੈਲੰ, ਮਸਕ ਹੁੰਦਾ ਹੈ ਮੱਛਰ, ਸੈਲ ਪੱਥਰ। ਮੱਛਰ ਵੀ ਪਹਾੜ ਨੂੰ, ਪੱਥਰ ਨੂੰ ਤੋੜ ਸਕਦਾ ਹੈ। ਹਾਲਾਂਕਿ ਮੱਛਰ ਵਿਚਾਰੇ ਦੀ ਪਾਇਆ ਤਾਂ ਕੁਛ ਨਹੀਂ ਹੈ। ਪੱਥਰ ਕਿੰਨਾ ਭਾਰੀ ਭਰਕਮ ਹੁੰਦਾ, ਮਜ਼ਬੂਤ ਹੁੰਦਾ, ਸਖਤ ਹੁੰਦਾ। ਮੱਛਰ ਤਾਂ ਇੱਕ ਮਾਮੂਲੀ ਜਿਹਾ ਆਪਾਂ ਹੱਥਾਂ 'ਚ ਮਸਲ ਦਿੰਦੇ ਪਕੜ ਕੇ। ਪਰ ਜੇ ਪਰਮਾਤਮਾ ਦੀ ਕਿਰਪਾ ਹੋ ਜਾਏ ਤਾਂ ਮੱਛਰ ਵੀ ਪਹਾੜ ਨੂੰ ਤੋੜ ਦਿੰਦਾ, ਪੱਥਰ ਨੂੰ ਤੋੜ ਕੇ ਰੱਖ ਦਿੰਦਾ। ਕਰਦਮਯ ਤੁਰੰਤ ਪਪੀਲ ਕੈ,
ਕੀੜੀ, ਪਪੀਲ ਕਹਿ ਕੀੜੀ ਨੂੰ ਕਹਿੰਦੇ ਆ। ਕਰਦਮਿਆ ਹੁੰਦਾ ਚਿੱਕੜ। ਕੀੜੀ ਵੀ ਚਿੱਕੜ ਨੂੰ ਤਿਰ ਕੇ ਲੰਘ ਸਕਦੀ ਹੈ, ਨਹੀਂ ਤਾਂ ਕੀੜੀ ਦੇ ਪੈਰ ਫਸ ਜਾਂਦੇ ਚਿੱਕੜ ਦੇ ਵਿੱਚ। ਪਰ ਜੇ ਗੁਰੂ ਦੀ ਕਿਰਪਾ ਹੋ ਜਾਏ ਤਾਂ ਉਹ ਵੀ ਚਿੱਕੜ ਨੂੰ ਪਾਰ ਕਰ ਸਕਦੀ ਹੈ। ਸਾਗਰੰ ਲੰਘੰਤ ਪਿੰਗੰ, ਪਿੰਗੰ ਪਿੰਗਲਾ, ਜਿਹਦੀਆਂ ਲੱਤਾਂ ਨਾ ਹੋਣ, ਕਿਉਂਕਿ ਲੱਤਾਂ ਦੇ ਜ਼ਰੀਏ ਤਿਰ ਕੇ ਪਾਰ ਲੰਘੀਦਾ। ਪਰ ਜੇ ਉਹਦੀ ਕਿਰਪਾ ਨਜ਼ਰ ਹੋ ਜੇ, ਇਨਾਇਤ ਹੋ ਜੇ, ਤਾਂ ਸਾਗਰ ਨੂੰ ਪਿੰਗਲਾ ਵੀ ਪਾਰ ਕਰ ਸਕਦਾ ਹੈ। ਤਮ ਪ੍ਰਕਾਸ਼ ਅੰਧਕ ਹੈ। ਤਮ ਹੁੰਦਾ ਹਨੇਰਾ। ਜਿਹੜਾ ਹਨੇਰਾ ਹੈ ਉਹ ਪ੍ਰਕਾਸ਼ ਵਿੱਚ ਬਦਲ ਸਕਦਾ ਹੈ ਜੇ ਉਹਦੀ ਕਿਰਪਾ ਹੋ ਜਾਏ। ਕਿਹੜਾ ਹਨੇਰਾ? ਮਨਾਂ ਦਾ। ਆਈ ਐਂਡ ਮਾਈ ਦਾ ਹਨੇਰਾ, ਦੁਬਦਾ ਦਾ ਹਨੇਰਾ, ਔਰ ਜਿਹੜੀ ਸਾਡੇ ਮਨ ਦੇ ਵਿੱਚ ਨੱਠ ਭੱਜ ਹੁੰਦੀ ਹੈ ਦੂਜੇ ਭਾਅ 'ਚ, ਚਾਹੇ ਉਹ ਨੱਠ ਭੱਜ ਮਨ ਦੀ ਹੈ ਚਾਹੇ ਸਰੀਰ ਦੀ ਹੈ। ਪੁਰਾਣੇ ਜਿਹੜੇ ਸਾਡੇ ਰਿਸ਼ੀ ਮੁਨੀ ਸੀ ਉਹ ਸਰੀਰ ਦੀ ਨੱਠ ਭੱਜ ਬਹੁਤ ਕਰਦੇ ਸੀ। 68 ਤੀਰਥਾਂ ਦੇ ਉੱਤੇ ਜਾਣਾ ਆਉਣਾ, 7 ਸਮੁੰਦਰਾਂ ਤੇ ਪਾਰ ਜਾਣਾ, ਉਹਨਾਂ ਨੂੰ ਇਹ ਬੜੀ ਭਗਤੀ ਲੱਗਦੀ ਸੀ। ਗੁਰਬਾਣੀ ਨੇ ਇਸ ਗੱਲ ਨੂੰ ਬੜਾ ਨਹੀਂ ਕਰਿਆ ਹੈ। ਰੱਬ ਦਾ ਨਾਮ ਬੜਾ ਹੈ, ਭਾਵੇਂ ਕਿਸੇ ਵੀ ਤੀਰਥ ਪਰ ਨਾ ਜਾਓ, ਮਨ ਨੂੰ ਤੀਰਥ ਬਣਾਓ, ਨਾਮ ਨੂੰ ਤੀਰਥ ਬਣਾਓ। ਤੇ ਇੱਕ ਜਿਹੜੀ ਮਨਾਂ 'ਚ ਨੱਠ ਭੱਜ ਹੈ, ਸਾਰਾ ਦਿਨ ਅਡੋਲ ਰਹਿੰਦਾ ਮਨ, ਦੁਫਾੜ ਹੋਇਆ ਪਿਆ ਬੀਜ ਦੀ ਤਰ੍ਹਾਂ। ਕਿਆ ਨਿਕਲਣਾ ਉਹਦੇ ਚੋਂ? ਦੁਫਾੜ ਬੀਜ ਕਦੇ ਜੰਮਦਾ, ਉੱਗਦਾ ਨਹੀਂ ਹੈ ਧਰਤੀ 'ਚੋਂ, ਸਾਬਤ ਜੰਮਦਾ ਹੈ। ਤੋ ਸਾਬਤ ਏਕਾ ਹੁੰਦਾ। ਜਿੰਨਾ ਚਿਰ ਮਨ ਸਾਡਾ ਇੱਕ ਨਹੀਂ ਬਣਦਾ, ਇਹਦੇ 'ਚ ਭਗਤੀ ਪੈਦਾ ਨਹੀਂ ਹੋ ਸਕਦੀ। ਹੋਛੀਆਂ ਭਗਤੀਆਂ ਹੋਣਗੀਆਂ ਜਿਹੜੀਆਂ ਵੀ ਹੈ। ਇਸ ਕਰਕੇ ਸਾਧ ਸੰਗਤ ਜੀਓ, ਇਹ ਜਿਹੜਾ ਮਨਾਂ ਦਾ ਹਨੇਰਾ ਹੈ, ਅੰਧਕਾਰ ਹੈ, ਇਹ ਪ੍ਰਕਾਸ਼ ਵਿੱਚ ਬਦਲ ਜਾਂਦਾ ਹੈ ਜੇ ਗੁਰੂ ਨਿਹਾਲ ਹੋ ਜੇ ਸਾਡੇ ਉੱਤੇ, ਪਰਮਾਤਮਾ ਕਿਰਪਾ ਕਰ ਦੇਵੇ। ਇਹ ਦੋਏ ਗੱਲਾਂ ਵੀ ਜੁੜੀਆਂ ਸਾਧ ਸੰਗਤ ਜੀ। ਗੁਰੂ ਕਿਹਨੂੰ ਮਿਲਦਾ ਹੈ? ਜਿਹਦੇ ਉੱਤੇ ਅਚੁੱਤ ਦੀ ਕਿਰਪਾ ਹੁੰਦੀ ਹੈ, ਵਾਹਿਗੁਰੂ ਦੀ ਕਿਰਪਾ ਹੁੰਦੀ, ਉਹਨੂੰ ਗੁਰੂ ਮਿਲਦਾ। ਜਿਸ ਹਰ ਭਾਵੈ ਤਿਸ ਗੁਰ ਮਿਲੈ, ਸੋ ਹਰ ਨਾਮ ਧਿਆਏ। ਇਹ ਚੀਜ਼ਾਂ ਇਕੱਠੀਆਂ ਨੇ। ਗੁਰੂ ਕਿਰਪਾ ਬਿਨਾਂ ਸਾਨੂੰ ਅੰਦਰ ਪ੍ਰਕਾਸ਼ ਨਹੀਂ ਹੁੰਦਾ, ਸਾਡੇ ਅੰਦਰ ਸਹਿਜ ਨਹੀਂ ਪੈਦਾ ਹੋ ਸਕਦਾ। ਲੇਕਿਨ ਗੁਰੂ ਮਿਲਣਾ ਹੈ ਪਰਮਾਤਮਾ ਦੀ ਕਿਰਪਾ ਨਾਲ। ਔਰ ਇੱਕ ਗੱਲ ਇਹਦੇ ਨਾਲ ਹੋਰ ਵੀ ਜੁੜੀ ਹੋਈ ਹੈ, ਬਈ ਸਾਡੇ ਸੰਸਕਾਰ ਵੀ ਹੋਣ ਉਸ ਤਰ੍ਹਾਂ ਦੇ। ਸਾਡੇ ਮੱਥੇ ਦਾ ਲੇਖ ਵੀ ਉਹਨੇ ਲਿਖਿਆ ਵਾ ਹੋਵੇ ਵੀ ਫਲਾਣੇ ਟਾਈਮ ਤੇ ਤੁਹਾਨੂੰ ਗੁਰੂ ਕਿਰਪਾ ਹੋਏਗੀ, ਭੇਂਟ ਹੋਏਗੀ। ਲਿਖਣ ਵਿੱਚ ਤਾਂ ਫਿਰ ਇੱਕ ਅੱਧੀ ਗੱਲ ਆਉਂਦੀ ਹੈ, ਪਰ ਉਹਦਾ ਜਦ ਸਮੱਗਰ ਬਾਣੀ ਆਪਾਂ ਵਿਸਤ੍ਰਿਤ ਵਿਚਾਰ ਕਰਦੇ ਹਾਂ ਤਾਂ ਇਹ ਗੱਲਾਂ ਸਮਝ ਆ ਜਾਂਦੀਆਂ ਵੀ ਇਹ ਸਾਰਾ ਕੁਛ ਇਕੱਠਾ ਹੀ ਹੁੰਦਾ। ਬਿਨਾਂ ਪਰਮਾਤਮਾ ਦੀ ਨਜ਼ਰ ਤੋਂ, ਬਿਨਾਂ ਪਰਮਾਤਮਾ ਦੇ ਕਰਮ ਤੋਂ ਗੁਰੂ ਨਹੀਂ ਮਿਲਦਾ, ਔਰ ਗੁਰੂ ਦੇ ਪ੍ਰਸਾਦ ਤੋਂ ਬਿਨਾਂ ਸਾਡੇ ਅੰਦਰ ਪ੍ਰਕਾਸ਼ ਨਹੀਂ ਆਉਂਦਾ। ਗੁਰੂ ਕੋਲ ਚਲੇ ਜਾਣਾ, ਆ ਜਾਣਾ, ਇਹ ਹੋਰ ਗੱਲ ਹੈ, ਚੰਗੀ ਗੱਲ ਹੈ, ਲੇਕਿਨ ਛੋਟੀ ਗੱਲ ਹੈ। ਗੁਰੂ ਸਾਡੇ ਅੰਦਰ ਪ੍ਰਕਾਸ਼ ਕਰ ਦੇਵੇ, ਉਹ ਲਘੂ ਤੋਂ ਫਿਰ ਭਾਰੀ ਗੱਲ ਬਣ ਜਾਂਦੀ ਹੈ, ਜਿਹਨੂੰ ਗ੍ਰਿਸ਼ਟ ਕਿਹਾ ਗੁਰਬਾਣੀ 'ਚ। ਯਾਨੀ ਸਾਡਾ ਜਿਹੜਾ ਹੌਲੀ ਮਨਮਤ ਹੈ, ਜਿਵੇਂ ਭਾਈ ਅਮਰੀਕ ਸਿੰਘ ਜੀ ਫਰਮਾ ਰਹੇ ਤੇ, ਉਹ ਜਿਹੜੀ ਹੌਲੀ ਮਨਮਤ ਹੈ ਉਹ ਭਾਰੀ ਵਿੱਚ ਬਦਲ ਜਾਂਦੀ ਹੈ। ਜਿਹੜਾ ਰੱਬ ਦਾ ਡਰ ਹੈ, ਰੱਬ ਦੀ ਜਿਹੜੀ ਸੰਗਤ ਕਰਨੀ ਹੈ ਅੰਦਰੂਨੀ ਬਹਿਰੂਨੀ ਤੋਂ, ਉਹ ਬਹੁਤ ਜ਼ਿਆਦਾ ਭਾਰੀ ਹੈ, ਉਹ ਨਿੱਗਰ ਹੈ। ਉਹਦੇ ਵਿੱਚ ਫਿਰ ਬਾਕੀ ਜੋ ਕੁਛ ਵੀ ਹੈ ਉਹ ਸਾਰਾ ਹੀ ਹੌਲਾ ਹੈ। ਜਿੰਨੀ ਡੁਐਲਿਟੀ ਹੈ ਸਭ ਹੌਲੀ ਹੈ, ਹੋਛੀ ਹੈ। ਜਿਹੜਾ ਏਕਾ ਹੈ ਉਹ ਬਹੁਤ ਭਾਰਾ ਹੈ, ਨਿੱਗਰ ਹੈ, ਕਿਉਂਕਿ ਸ੍ਰਿਸ਼ਟੀ ਦਾ ਮੂਲ ਉਹੀ ਹੈ। ਬਾਕੀ ਨੇ ਡੁਐਲਿਟੀ ਨੇ ਮਿਟ ਜਾਣਾ, ਮਿਟਦੀ ਰਹੀ ਹੈ, ਫਿਰ ਵੀ ਮਿਟ ਸਕਦੀ ਹੈ, ਮਿਟੂਗੀ ਉਹਦੇ ਹੁਕਮ ਵਿੱਚ, ਲੇਕਿਨ ਉਹ ਨਹੀਂ ਮਿਟਦਾ ਕਦੇ ਵੀ। ਉਹ ਹੈ ਵੀ, ਪਹਿਲਾਂ ਵੀ ਥਾ ਔਰ ਹੁਣ ਵੀ ਹੈ, ਫਿਰ ਵੀ ਰਹੇਗਾ। ਹੈਪੀ ਹੋਸੀ ਜਾਏ ਨਾ ਜੈਸੀ ਰਚਨਾ ਜਿਹਨੇ ਰਚਾਈ, ਉਹ ਨਹੀਂ ਮਿਟਦਾ ਕਦੇ ਵੀ। ਉਹੀ ਭਾਰਾ ਹੈ ਅਸਲ ਵਿੱਚ, ਬਾਕੀ ਸਭ ਕੁਝ ਹੌਲਾ ਹੈ, ਹੋਛਾ ਹੈ। ਉਹਦੀ ਵਿਚਾਰ ਹੋਰ ਕਵੀਆਂ ਨੇ ਵੀ ਇਸ ਤਰ੍ਹਾਂ ਕਰੀ ਹੈ। ਹਰਦਾਸ ਇੱਕ ਕਵੀ ਹੋਇਆ, ਉਹਨੇ ਸ੍ਰੀ ਦਰਬਾਰ ਸਾਹਿਬ ਦੀ ਤੁਲਨਾ ਕਰੀ ਹੈ ਅੰਮ੍ਰਿਤਸਰ ਦੀ ਆਪਣੇ ਬੋਲਾਂ ਵਿੱਚ, ਜਿਹਦੇ ਵਿੱਚ ਬੈਕੁੰਠ ਔਰ ਹਰਿਮੰਦਰ ਸਾਹਿਬ ਇੱਕ ਇੱਕ ਪਾਲੜੇ 'ਚ ਰੱਖ ਕੇ ਉਹਦੀ ਕਲਪਨਾ ਦੇਖੋ। ਟੋਲੇ ਹੌਰਾ ਸੋ ਧਰਤੀ ਰਿਹੋ, ਗੌਰਾ ਚੜਿਓ ਆਕਾਸ਼।
ਜਿਹੜਾ ਹੌਲਾ ਸੀਗਾ, ਜਿਹੜਾ ਭਾਰਾ ਸੀਗਾ ਉਹ ਹੇਠਾਂ ਰਹਿ ਗਿਆ ਤੇ ਜਿਹੜਾ ਹੌਲਾ ਸੀ ਉਹ ਉੱਪਰ ਚੜ ਗਿਆ। ਗੌਰਾ ਸੋ ਧਰਤੀ ਰਹਿਓ, ਹੌਰਾ ਚੜਿਓ ਆਕਾਸ਼। ਸੌਰੀ, ਉਲਟ ਕਹਿ ਹੋ ਗਿਆ ਸੀ। ਮਤਲਬ ਭਾਰੀ ਜਿਹੜਾ ਹੈ, ਗ੍ਰਿਸ਼ਟ ਜਿਹੜਾ ਹੈ, ਉਹ ਧਰਤੀ ਤੇ ਰਹਿ ਗਿਆ ਦਰਬਾਰ ਸਾਹਿਬ, ਤੇ ਬੈਕੁੰਠ ਹੈ ਜਿਹੜਾ ਉਹ ਹੌਲਾ ਉੱਪਰ ਚੜ ਗਿਆ। ਜਿਵੇਂ ਕਲਪਨਾ ਹਿੰਦੂ ਧਰਮ ਦੇ ਵਿੱਚ ਵੀ ਬੈਕੁੰਠ ਕਿਤੇ ਉੱਪਰ ਹੈ, ਇਸ ਤਰ੍ਹਾਂ ਦੀ ਗੁਰਬਾਣੀ ਦੀ ਵਿਚਾਰ ਨਹੀਂ ਹੈ, ਲੇਕਿਨ ਇਹ ਵਿਚਾਰਾਂ ਆ ਰਹੀਆਂ ਮਿਥਿਆਸ ਦੀ, ਇਸ ਕਰਕੇ ਇਹਨਾਂ ਦਾ ਹਵਾਲਾ ਦੇਣਾ ਪੈਂਦਾ ਹੈ। ਤਾਂ ਕਵੀ ਹਰਦਾਸ ਜੀ ਕਹਿੰਦੇ ਆ, ਜਦੋਂ ਪ੍ਰਮਾਤਮਾ ਨੇ ਦੋਨੋਂ ਤੋਲੇ, ਬੈਕੁੰਠ ਕਿੱਥੇ ਹੁੰਦਾ? ਜਿੱਥੇ ਵਿਸ਼ਨੂੰ ਰਹਿੰਦਾ, ਦੇਵਤਾ ਰਹਿੰਦਾ ਸਾਰੇ ਸੰਸਾਰ ਦਾ, ਉਹਨਾਂ ਦੇ ਮੁਤਾਬਕ। ਤੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ, ਜਿੱਥੇ ਗੁਰੂ ਦਾ ਥਾਪਿਆ ਹੋਇਆ ਸਥਾਨ ਹੈ, ਧਾਮ ਹੈ, ਔਰ ਪਰਮਾਤਮਾ ਦੀ ਉਸਤਤੀ ਹੁੰਦੀ ਹੈ। ਜਦੋਂ ਦੋਨੋਂ ਤੋਲੇ, ਹਰਮੰਦਰ ਸਾਹਿਬ ਕਿਉਂਕਿ ਭਾਰਾ ਸੀਗਾ, ਗੌਰਾ ਸੀਗਾ, ਉਹ ਹੇਠਾਂ ਰਹਿ ਗਿਆ, ਤੇ ਜਿਹੜਾ ਹੌਰਾ ਸੀ, ਹੌਲਾ, ਉਹ ਬੈਕੁੰਠ ਉੱਪਰ ਚਲਾ ਗਿਆ। ਦੇਖੋ ਤਾਂ ਸਹੀ ਕਿਸ ਤਰ੍ਹਾਂ ਦੀ ਕਲਪਨਾ ਕਰੀ ਹੈ। ਹਰ ਬੰਦੇ ਨੂੰ ਮਹਾਰਾਜ ਨੇ ਕੁਛ ਨਾ ਕੁਛ ਗੁਣ ਦਿੱਤਾ ਵਾ ਹੁੰਦਾ। ਕਵੀਆਂ ਨੂੰ ਖਾਸ ਕਰਕੇ, ਕਵੀ ਹਰ ਬੰਦਾ ਨਹੀਂ ਹੋ ਸਕਦਾ ਜਾਣਾ ਕਣਾ। ਕਵੀ ਦੀਆਂ ਜਿਹੜੀਆਂ ਕਲਪਨਾਵਾਂ ਉਹ ਬਹੁਤ ਉੱਚੀਆਂ ਹੁੰਦੀਆਂ। ਇਹ ਠੀਕ ਹੈ ਵੀ ਕਵੀ ਹੁੰਦਾ ਤ੍ਰੈਗੁਣੀਓ ਹੈ, ਕੋਈ ਵਿਰਲੇ ਨੂੰ ਛੱਡ ਕੇ, ਜਿਵੇਂ ਭਾਈ ਨੰਦ ਲਾਲ ਜੀ 52 ਕਵੀ ਸ੍ਰੀ ਦਸ਼ਮੇਸ਼ ਜੀ ਦੇ ਦਰਬਾਰ 'ਚ ਰਹਿੰਦੇ ਸੀ, ਉਹਨਾਂ ਚੋਂ ਇੱਕੋ ਹੀ ਕਵੀ ਭਾਈ ਨੰਦ ਲਾਲ ਜੀ ਚੌਥੇ ਗੁਣ ਵਾਲੇ ਸੀਗੇ, ਬਾਕੀ ਕਵੀ ਸਤੋ ਗੁਣ ਸੀ। ਹੁਣ ਗੁਰੂ ਸਾਹਿਬਾਨ ਵੀ ਤਾਂ ਖੁਦ ਕਵੀ ਥੇ, ਰੱਬੀ ਸ਼ਾਇਰ ਥੇ, ਪਰ ਉਹ ਚੌਥੇ ਪਦ ਜਾਂ ਪਰਮ ਪਦ ਦੀਆਂ ਸਿਖਰਾਂ ਛੂਹ ਰਹੇ ਸੀ। ਇਹ ਅੰਤਰ ਜ਼ਰੂਰ ਹੈਗਾ। ਤੋ ਸਾਧ ਸੰਗਤ ਜੀਓ, ਅੱਜ ਦੀ ਵਿਚਾਰ ਤਾਂ ਬਸ, ਕਿਉਂਕਿ ਛੋਟੇ ਸੀ ਸ਼ਲੋਕ, ਇੰਨੀਓ ਹੈ। ਬਾਕੀ ਦਿਨ ਦੇ ਵਿੱਚ ਕੋਈ ਹੋਰ ਵਿਚਾਰ ਮਨ ਚ ਆਏਗੀ ਤੇ ਜ਼ਰੂਰ ਦਾਸਰਾ ਕਰੇਗਾ, ਕਿਉਂਕਿ ਅਸਲ ਚ ਬੰਦੇ ਦੇ ਵਾਸਤੇ ਹੈ ਨਹੀਂ ਕੁਛ ਵੀ। ਸਮਾਂ ਸਾਰਾ ਹੀ ਪ੍ਰੀ ਪਲਾਨਡ ਹੈ, ਨਿਸ਼ਚਿਤ ਹੈ, ਬੰਦੇ ਨੇ ਕਿਆ ਕਰਨਾ ਕਿ ਨਹੀਂ ਕਰਨਾ। ਜਦੋਂ ਆਪਾਂ ਗੁਰਬਾਣੀ ਵਾਲੇ ਹੋ ਜਾਈਏ, ਗੁਰੂ ਵਾਲੇ ਹੋ ਜਾਈਏ, ਤਾਂ ਫਿਰ ਇਸ ਗੱਲ ਦੀ ਸਮਝ ਆ ਜਾਂਦੀ ਹੈ ਵੀ ਮੇਰੇ ਹੱਥ 'ਚ ਕੁਛ ਨਹੀਂ ਹੈ। ਐਵੇਂ ਹੀ ਮੈਂ ਨੱਠ ਭੱਜ ਕਰਦਾ, ਦੌੜ ਧੂਪ ਕਰਦਾ, ਅਸਲ ਵਿੱਚ ਜੋ ਕੁਛ ਉਹਨੇ ਪਹਿਲਾਂ ਤੋਂ ਲਿਖਿਆ ਹੋਣਾ ਉਹੀ ਹੈ। ਸਭ ਕੁਛ ਨਿਸ਼ਚਿਤ ਹੈ। ਕਿਸੇ ਨੂੰ ਭਗਤੀ ਮਾਰਗ ਮਿਲਣਾ ਹੈ, ਗੁਰੂਆਂ ਵਾਲਾ ਮਾਰਗ ਹੈ ਜਿਹੜਾ ਭਗਤਾਂ ਵਾਲਾ, ਉਹ ਉਹਨੂੰ ਮਿਲ ਜਾਏਗਾ, ਨਹੀਂ ਮਿਲਣਾ ਤਾਂ ਉਹ ਨਹੀਂ ਮਿਲਣਾ। ਦੌੜ ਧੂਪ ਜਿਹੜੀ ਸਾਡੀ ਹੈ ਉਹ ਬਹੁਤੀ ਸਫਲ ਨਹੀਂ ਹੁੰਦੀ, ਕਿਉਂਕਿ ਮੈਂ 'ਚ ਹੁੰਦੀ ਹੈ। ਜੇ ਸਾਡੇ ਅੰਦਰ ਇਹ ਖਿਆਲ ਪੈਦਾ ਹੋ ਜਾਏ ਗੁਰਬਾਣੀ ਸੁਣ ਕੇ ਵੀ ਸਾਡਾ ਤਾਂ ਮਨ ਬਹੁਤ ਅੰਦਰ ਤੋਂ ਹਨੇਰਾ ਪਿਆ, ਮਨ ਵਿੱਚ ਇਹ ਤਾਂ ਕਾਲਾ ਹੋਇਆ ਪਿਆ, ਸਿਆਹ ਹੋਇਆ ਪਿਆ ਬਿਲਕੁਲ, ਔਰ ਯੁੱਗਾਂ ਤੋਂ ਕਾਲਾ ਹੈ, ਫੇਰ ਸਾਡੀ ਜਿਹੜੀ ਦੌੜ ਹੈ ਉਹ ਗੁਰੂ ਦੇ ਹੁਕਮ ਦੇ ਵਿੱਚ ਹੀ ਅਸੀਂ ਸੰਗਤ ਵੱਲ ਨੂੰ ਤੁਰ ਪੈਂਦੇ ਹਾਂ। ਸੰਗਤ ਦੇ ਵਿੱਚ ਜਾ ਕੇ ਸਾਡਾ ਆਸਣ ਲੱਗ ਜਾਂਦਾ, ਉੱਥੋਂ ਫਿਰ ਇਹ ਗੱਲ ਹੋਰ ਅੱਗੇ ਨਿਕਲ ਜਾਂਦੀ ਹੈ, ਕਿਉਂਕਿ ਖਿਆਲ ਤਾਂ ਪੈਦਾ ਕਰ ਦਿੱਤਾ ਗੁਰੂ ਨੇ, ਅਸੀਂ ਸੰਗਤ 'ਚ ਆ ਗਏ। ਸੰਗਤ ਨੇ ਫਿਰ ਸਾਨੂੰ ਚੱਕ ਕੇ ਉਹ ਅਵਸਥਾ ਵੱਲ ਨੂੰ ਲੈ ਜਾਣਾ ਜਿਹੜੀ ਦੀ ਲੋੜ ਹੈ, ਜਿਹੜੀ ਗੁਰੂ ਦੀ ਭੇਟਾ ਹੋਣ ਦੀ ਗੱਲ ਹੈ, ਉਹ ਸੰਗਤ ਵਿੱਚ ਹੀ ਹੋਣੀ ਹੈ। ਸੋ ਸੰਗਤ ਦੇ ਵਿੱਚ ਕੋਈ ਨਾ ਕੋਈ ਮਹਾਂਪੁਰਖ ਵੀ ਜ਼ਰੂਰ ਹੁੰਦਾ ਹੈ, ਸੰਗਤ ਹੁੰਦੀ ਉਹ ਵੱਡੀ ਹੈ। ਠੀਕ ਹੈ, ਹਰ ਅਵਸਥਾ ਵਾਲਾ ਬੰਦਾ ਹੁੰਦਾ, ਜਿਨ੍ਹਾਂ ਨੇ ਅਜੇ ਚੱਲਣਾ ਉਹ ਵੀ ਹੁੰਦੇ ਆ, ਚੱਲੇ ਹੋਏ ਵੀ ਹੁੰਦੇ ਆ, ਤੇ ਪਹੁੰਚੇ ਹੋਏ ਵੀ ਹੁੰਦੇ, ਉਹ ਵੀ ਵਿੱਚੇ ਹੁੰਦੇ। ਜਦੋਂ ਮਨ ਵਿੱਚ ਕੋਈ ਚੀਜ਼ ਦੀ ਸ਼ਰਧਾ ਪੈਦਾ ਹੋ ਜਾਏ ਬੰਦੇ ਨੂੰ, ਉਸ ਤਰ੍ਹਾਂ ਦੇ ਹਾਲਾਤ ਆਪਣੇ ਆਪ ਬਣਦੇ ਚਲੇ ਜਾਂਦੇ। ਜੇ ਰੱਬ ਨੂੰ ਮਿਲਣ ਦੀ ਤਾਂਘ ਪੈਦਾ ਹੋ ਗਈ, ਕਿਸੇ ਨਾ ਕਿਸੇ ਮਹਾਂਪੁਰਸ਼ ਨੇ ਆ ਕੇ ਮਿਲ ਜਾਣਾ। ਜੇ ਨਹੀਂ ਹੈ ਤਾਂ ਜਾਣਾ ਹੁਣ ਤੱਕ ਕੇ ਮਹਿਦੂਦ ਰਹਿ ਜਾਂਦੀ ਹੈ ਗੱਲ। ਸੋ ਸਾਧ ਸੰਗਤ ਜੀ, ਦਿਓ ਆਗਿਆ, ਕਿਸੇ ਅਪਸ਼ਬਦ ਦੀ ਖਿਮਾ ਦਿਓ ਅਸੀਸਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸੰਗਤ ਜੀਓ, ਗੁਰਮੁਖ ਜਨੋ, ਉਹ ਜਿਹੜੀ ਓਛੀ ਭਗਤੀ ਦੀ ਗੱਲ ਹੈ ਉਹਨੂੰ ਹੋਰ ਮਨਾਂ 'ਚ ਆਪਾਂ ਵਸਾਈਏ ਥੋੜ੍ਹਾ ਜਿਹਾ, ਗੁਰੂ ਦੇ ਗਿਆਨ 'ਚੋਂ, ਗੁਰੂ ਦੇ ਵਿਵੇਕ ਗਿਆਨ 'ਚੋਂ। ਕਾਸ਼ੀ ਮਗਹਰ ਸੰਵਿਚਾਰੀ, ਓਛੀ ਭਗਤ ਕੈਸੇ ਉਤਰਸ ਪਾਰੀ। ਕਬੀਰ ਜੀ ਦਾ ਸ਼ਬਦ। ਕਹੋ ਗੁਰ ਗਜ ਸ਼ਿਵ ਸਭ ਕੋ ਜਾਣੇ, ਮੁਆ ਕਬੀਰ ਰਮਤ ਸ਼੍ਰੀ ਰਾਮ। ਉਹਨਾਂ ਦਾ ਵਿਚਾਰ ਸੀ ਵੀ ਮਗਹਰ ਦੀ ਧਰਤੀ ਦੇ ਉੱਤੇ ਜੇ ਬੰਦਾ ਮਰ ਜੇ ਤਾਂ ਉਹ ਖੋਤੇ ਦੀ ਜੂਨ ਪੈਂਦਾ, ਜੇ ਕਾਸ਼ੀ 'ਚ ਮਰੇ ਤਾਂ ਉਹਨੂੰ ਬੈਕੁੰਠ ਮਿਲਦਾ। ਇਹ ਹਿੰਦੂ ਧਰਮ ਦੀ ਵਿਚਾਰ ਸੀ ਉਸ ਟਾਈਮ, ਹੁਣ ਵੀ ਹੋਊ। ਲੇਕਿਨ ਕਬੀਰ ਜੀ ਸਾਰੀ ਉਮਰ ਤਾਂ ਸਗਲ ਜਨਮ ਸ਼ਿਵਪੁਰੀ ਗਵਾਇਆ, ਮਰਤੀ ਵਾਰ ਮਗਹਰ ਉਠਾਇਆ। ਸਾਰੀ ਜ਼ਿੰਦਗੀ ਤਾਂ ਰਹੇ ਕਾਸ਼ੀ, ਮਰਨੇ ਦੇ ਸਮੇਂ ਭਾਵੇਂ ਉਹਨਾਂ ਨੇ ਦੇਸ਼ ਨਿਕਾਲਾ ਹੀ ਦੇਤਾ ਹੋਊ,
ਜਿਹੜੇ ਵਾਸੀ ਸੀ ਬਨਾਰਸ ਦੇ, ਕਿਉਂਕਿ ਉਹਨਾਂ ਨੂੰ ਕਬੀਰ ਜੀ ਦੀਆਂ ਗੱਲਾਂ ਚੰਗੀਆਂ ਨਹੀਂ ਸੀ ਲੱਗਦੀਆਂ। ਉਹ ਇੱਕ ਦੀ ਗੱਲ ਕਰਦੇ ਸੀ, ਉਹ ਦੂਜੇ ਪਾਸੇ ਉਹ ਸਾਰੇ ਡੁਅਲਿਟੀ 'ਚ ਫਸੇ ਹੋਏ ਸੀ। ਫਿਰ ਕਬੀਰ ਜੀ ਫਰਮਾ ਰਹੇ ਹੈ ਵੀ ਦੇਖੋ, ਮੇਰਾ ਸਾਰਾ ਪਰਿਵਾਰ ਵੀ ਭਾਈ ਪਰਮਾਤਮਾ ਦੇ ਨਾਲ ਮਿਲ ਰਿਹਾ ਹੈ। ਤੁਸੀਂ ਮੈਨੂੰ ਕਹਿੰਦੇ ਸੀਗੇ ਵੀ ਖੋਤੇ ਦੀ ਜੂਨ ਪਾਏਗਾ। ਗੱਲ ਜਗ੍ਹਾ ਦੀ ਨਹੀਂ ਹੈ, ਗੱਲ ਰੱਬ ਦੇ ਨਾਂ ਦੀ ਹੈ। ਜੇ ਰੱਬ ਦਾ ਨਾਮ ਮਗਰ ਦੀ ਧਰਤੀ ਤੇ ਵੀ ਲੈ ਲਿਆ ਜਾਵੇ, ਉੱਥੇ ਵੀ ਪਾਰ ਉਤਾਰਾ ਹੋਏਗਾ, ਤੇ ਜੇ ਨਾ ਲਿਆ ਜਾਵੇ ਤਾਂ ਕਾਸ਼ੀ 'ਚ ਰਹਿ ਕੇ ਵੀ ਨਹੀਂ ਹੋਣਾ। ਔਰ ਚੈਲੰਜ ਕਰ ਰਹੇ ਕਬੀਰ ਜੀ, ਕਹੋ ਗੁਰ ਗਜ ਸ਼ਿਵ ਸਭ ਕੋ ਜਾਣੈ। ਗਜ ਗਣੇਸ਼, ਕਿਉਂਕਿ ਉਹਦੇ ਮੂੰਹ ਲੱਗਿਆ ਵਾ ਹੁੰਦਾ ਹਾਥੀ ਦਾ। ਸ਼ਿਵ ਸਾਰਿਆਂ ਨੂੰ ਕਿਹਾ, ਕਹੋ ਗੁਰ ਗਜ ਸ਼ਿਵ ਸਭ ਕੋ ਜਾਣੈ। ਸਾਰੇ ਜਾਣ ਲਓ ਭਾਈ, ਮੂਆ ਕਬੀਰ ਰਮਤ ਸ਼੍ਰੀ ਰਾਮ। ਰਾਮ ਦੀ ਭਗਤੀ ਕਬੀਰ ਜੀ ਨੇ ਕਰੀ ਹੈ, ਉਹਦੇ ਨਾਲ ਉਹਦਾ ਪਾਰ ਉਤਾਰਾ ਹੋਇਆ। ਆ ਤੁਹਾਡੀਆਂ ਭਗਤੀਆਂ ਨਾਲ ਕਿਸੇ ਨੇ ਸਫਲ ਨਹੀਂ ਹੋਣਾ ਭਾਈ। ਤੁਸੀਂ ਆਪ ਹੀ ਨਹੀਂ ਹੈ, ਤੁਸੀਂ ਤੁਹਾਡਾ ਆਪ ਹੀ ਨਹੀਂ ਉਧਾਰ ਹੋਇਆ। ਤੁਸੀਂ ਤਾਂ ਫਿਰਦੇ ਜੂਨਾਂ 'ਚ। ਤੇ ਇਹ ਇੱਕ ਜਿਹੜੀ ਦੇਵਤਿਆਂ ਦੀ ਗੱਲ ਹੈ, ਇਹ ਇੱਕ ਗ੍ਰੰਥ ਵਿੱਚ ਜ਼ਿਕਰ ਆਉਂਦਾ ਹੈ ਬਈ ਇੱਕ ਵਾਰੀ ਇੱਕ ਕੀੜਾ 14 ਵਾਰੀ ਗਿਰਿਆ। ਰਾਮ ਚੰਦਰ ਜੀ ਉਹਨੂੰ ਦੇਖ ਕੇ ਮੁਸਕਰਾ ਪਏ। ਤੋ ਜਿਹੜਾ ਉਹਨਾਂ ਦਾ ਉਸ ਵਕਤੀ ਗੁਰੂ ਸੀ ਵਸ਼ਿਸ਼ਟ, ਉਹ ਪੁੱਛਣ ਲੱਗੇ ਵੀ ਰਾਮ ਜੀ ਕਿਉਂ ਮੁਸਕਰਾਏ। ਰਾਮ ਚੰਦਰ ਜੀ ਨੇ ਫਰਮਾਇਆ ਵੀ ਇਹ ਇੰਦਰ ਦਾ, ਮਤਲਬ ਇੰਦਰ ਸੀਗਾ, 14 ਵਾਰੀ ਸਵਰਗ ਦਾ ਰਾਜਾ ਸੀ ਇੰਦਰ। ਹੁਣ ਇਹ ਭਟਕਦਾ ਫਿਰਦਾ ਜੂਨੀਆਂ 'ਚ। ਇਹ ਗੱਲ ਯੋਗ ਵਸ਼ਿਸ਼ਟ ਗ੍ਰੰਥ ਵਿੱਚ ਆਉਂਦੀ ਹੈ। ਤੋ ਰਾਮ ਚੰਦਰ ਜੀ ਦੇ ਰਸਨਾ ਤੋਂ ਇਹ ਗੱਲ ਕਹਾਈ ਹੋਈ ਹੈ ਗ੍ਰੰਥ ਵਿੱਚ ਵੀ ਇਹ ਜਿਹੜੇ ਦੇਵਤੇ ਇੰਦਰ ਵਰਗੇ ਸਭ ਤੋਂ ਸਿਰਮੌਰ ਦੇਵਤੇ, ਇਹ ਵੀ ਜੂਨਾਂ 'ਚ ਭਟਕਦੇ ਫਿਰਦੇ। ਇਸ ਦੇਹੀ ਕੋ ਲੋਚੈ ਦੇਵ ਜਾਂ ਸਿਮਰੈ ਦੇਵ, ਇਸ ਦੇਹੀ ਕੋ ਸਿਮਰੈ ਦੇਵ। ਦੇਵਤੇ ਤਰਸਦੇ ਆ ਵੀ ਸਾਨੂੰ ਵੀ ਮਨੁੱਖ ਜੋਨੀ 'ਚ ਪਾ ਦੇ, ਤਾਂ ਕਿ ਸਾਡਾ ਵੀ ਕਲਿਆਣ ਹੋ ਜਾਏ, ਅਸੀਂ ਤੈਨੂੰ ਸਿਮਰ ਲਈਏ। ਹੋਰ ਜੂਨਾਂ ਨੂੰ ਇਸ ਭਾਗ ਨਹੀਂ ਹੈ। ਸਭ ਤੋਂ ਸ੍ਰੇਸ਼ਟ ਪੌੜੀ ਦਾ ਜਿਹੜਾ ਡੰਡਾ ਹੈ ਉਹ ਮਨੁੱਖ ਹੈ। ਅਸੀਂ ਲੋਕ ਦੇਵਤਿਆਂ ਨੂੰ ਬੜਾ ਕਰੀ ਬੈਠੇ ਹਾਂ, ਗੁਰਬਾਣੀ ਸੰਤਾਂ ਨੂੰ ਬੜਾ ਕਰਦੀ ਜਿਹੜੇ ਮਨੁੱਖ ਜਾਮੇ ਚਾਹੁੰਦੇ। ਦੇਵਤਿਆਂ ਦੀ ਐ ਸੱਚ ਕੋਈ ਗੁਰਬਾਣੀ ਨੇ ਕੀਮਤ ਨਹੀਂ ਪਾਈ ਹੋਈ, ਲੋਕਾਂ ਨੇ ਪਾਈ ਹੋਈ ਹੈ। ਸਾਡੇ ਹੋਰ ਜਿਹੜੇ ਬਾਕੀ ਦੇ ਧਰਮ ਹੈ ਉਹਨੇ ਪਾਈ ਹੋਈ ਹੈ। ਸਾਡੇ ਵਾਸਤੇ ਸਿਰਫ ਉਹ ਮਨੁੱਖ ਜਿਹੜੇ ਦੇ ਅੰਦਰ ਚੌਥਾ ਗੁਣ ਬਣ ਗਿਆ, ਗੁਰੂ ਨੇ ਬਣਾਤਾ, ਉਹੀ ਸ੍ਰੇਸ਼ਟ ਹੈ। ਔਰ ਉੱਥੇ ਹੀ ਸਮਾਪਤੀ ਹੋ ਜਾਂਦੀ ਹੈ। ਜਿਹੜੀ ਜੀਵਨ ਦੀ ਦੌੜ ਹੈ 84 ਦੀ, ਇਹ ਉੱਥੇ ਹੀ ਸਮਾਪਤ ਹੋ ਜਾਂਦੀ ਹੈ। ਫਿਰ ਕਿਤੇ ਨਹੀਂ ਜਾਣਾ ਪੈਂਦਾ। ਦੇਵਤਿਆਂ ਨੂੰ ਇਹ ਨਸੀਬ ਹਾਸਲ ਨਹੀਂ ਹੈ। ਸੋ ਸਾਧ ਸੰਗਤ ਜੀ, ਵਿਚਾਰ ਮੇਰਾ ਖਿਆਲ ਸਪਸ਼ਟ ਹੋ ਗਈ ਹੋਣੀ ਹੈ। ਬਹੁਤ ਕੁਛ ਆਨੰਦ ਆਉਂਦਾ ਜਦ ਗੁਰਬਾਣੀ ਦੀਆਂ ਵਿਚਾਰਾਂ ਅਲੱਗ-ਅਲੱਗ ਗੁਰਮੁਖ ਆਪਣੇ ਐਂਗਲ ਤੋਂ ਪੇਸ਼ ਕਰਦੇ ਆ। ਇੱਕ ਤੇ ਇੱਕ ਚੜ੍ਹੰਦੀਆਂ, ਇੱਕ ਤੋਂ ਇੱਕ ਚੜ੍ਹੰਦੀਆਂ, ਕੌਣ ਜਾਣੇ ਮੇਰਾ ਨਾਮ ਜੀ। ਅਲੱਗ-ਅਲੱਗ ਵਿਚਾਰਾਂ ਜਦੋਂ ਆਉਂਦੀਆਂ ਹਰ ਐਂਗਲ ਤੋਂ, ਮਨ ਨਿਹਾਲ ਹੋ ਜਾਂਦਾ। ਕਿਉਂਕਿ ਆਫਟਰ ਆਲ ਬੰਦੇ ਦੀ ਤਾਂ ਲਿਮਟ ਹੈ ਨਾ। ਬੰਦੇ ਕੋਲ ਇੱਕ ਖਿਆਲ ਹੋਊ, ਦੋ ਹੋਊ, ਵੱਧ ਤੇ ਵੱਧ। ਤੇ ਜਿੰਨੇ ਵੀ ਮਹਾਂਪੁਰਸ਼ ਜਾਂ ਸ਼ਖਸ ਹੁੰਦੇ ਸੰਗਤ ਦੇ ਵਿੱਚ, ਉਹ ਸਾਰੇ ਹੀ ਆਪਣਾ ਆਪਣਾ ਖਿਆਲ ਜਦੋਂ ਪੇਸ਼ ਕਰਦੇ ਆ ਤਾਂ ਐਨ ਰਿੜਕ ਹੋ ਜਾਂਦੀ ਹੈ ਗੱਲ। ਉਹ ਰਿੜਕਣੇ ਦੇ ਨਾਲ ਫਿਰ ਗੱਲ ਹੋਰ ਚੰਗੀ ਤਰ੍ਹਾਂ ਸਮਝ ਆ ਜਾਂਦੀ ਹੈ। ਭਾਈ ਜਸਵਾਲ ਵੀਰ ਸਿੰਘ ਜੀ, ਅਮਰੀਕ ਸਿੰਘ ਜੀ, ਭਾਈ ਮਨਜੀਤ ਸਿੰਘ ਜੀ, ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ, ਅੱਜ ਰਾਜਾ ਜੀ, ਕਦੇ ਕਦੇ ਹਰਮੀਤ ਸਿੰਘ ਜੀ ਵੀ ਵਿਚਾਰ ਦੇ ਦਿੰਦੇ ਵਿੱਚ ਨੂੰ, ਦਿਆ ਕਰੋ ਭਾਈ। ਔਰ ਇੱਕ ਅੱਧੀ ਵਾਰ ਭਾਈ ਬਲਦੇਵ ਸਿੰਘ ਜੀ, ਹੋਰ ਵੀ ਪਤਾ ਨਹੀਂ ਕਿੰਨੇ ਅੱਛੇ ਤੋਂ ਅੱਛੇ ਮਨੁੱਖੀ ਔਰ ਰੂਹਾਨੀ ਗੁਣਾਂ ਵਾਲੇ ਪੁਰਸ਼ ਇਸ ਗਰੁੱਪ 'ਚ ਬੈਠੇ ਹੈ। ਉਹਨਾਂ ਦੀ ਜਿਹੜੀ ਹੋਂਦ ਹੈ, ਅਸਤਿਤਵ ਹੈ, ਇਸ ਗਰੁੱਪ 'ਚ ਹੋਣਾ ਹੀ ਸਾਨੂੰ ਉਤਸ਼ਾਹ ਦਿੰਦਾ ਸਭ ਨੂੰ। ਚਾਹੇ ਉਹ ਬੋਲਦੇ ਆ ਚਾਹੇ ਨਹੀਂ ਬੋਲਦੇ। ਬੋਲਣ ਵਾਲੇ ਨਾਲੋਂ ਤਾਂ ਨਾ ਬੋਲਣ ਵਾਲਾ ਵੈਸੇ ਜ਼ਿਆਦਾ ਉੱਤਮ ਹੁੰਦਾ। ਸੁਣਤੇ ਪੁਨੀਤ ਕਹਿਤੇ ਪਵਿੱਤ। ਤੋ ਤੁਹਾਡਾ ਜਿੰਨੇ ਵੀ ਸਿੰਘ ਸਾਹਿਬਾਨ ਜੀ ਉਹ ਬੈਠੇ ਹੋ ਗਰੁੱਪ ਦੇ ਵਿੱਚ, ਚਾਹੇ ਚੁੱਪ ਕਰੀ ਬੈਠੇ ਹੋ, ਸੁਣਦੇ ਹੋ, ਤੁਹਾਡਾ ਇੱਥੇ ਗਰੁੱਪ ਦੇ ਵਿੱਚ ਰਹਿਣਾ ਹੀ ਸਾਡੇ ਉੱਤੇ ਬਿਜਲਈ ਤਰੰਗਾਂ ਛੱਡਦਾ ਹੈ। ਜਿਵੇਂ ਕਿਸੇ ਵੀ ਮਹਾਂਪੁਰਸ਼ ਦਾ ਆਭਾ ਹੁੰਦਾ, ਉਹਦੇ ਆਲੇ ਦੁਆਲੇ ਇੱਕ ਹੈਲੋ ਜਿਹਾ ਹੁੰਦਾ ਹੈ, ਉਹਦੀ ਆਭਾ ਬਹੁਤ ਦੂਰ ਤੱਕ ਜਾਂਦੀ ਹੈ। ਤ੍ਰਿਸ਼ਮਾ ਜਿਹੜੀਆਂ ਰਿਸ਼ਮਾਂ ਹੁੰਦੀਆਂ
ਜਿਹਨੂੰ ਆਪਾਂ ਅੱਜ ਕੱਲ੍ਹ ਤਰੰਗਾਂ ਜਾਂ ਵੇਵਜ਼ ਕਹਿ ਦਿੰਦੇ ਹਾਂ, ਉਹ ਹਰ ਪੁਰਸ਼ ਦੇ ਆਲੇ ਦੁਆਲੇ ਇੱਕ ਔਰਾ ਹੁੰਦਾ ਹੈ, ਜਿਹੀ ਜੀ ਉਹਦੀ ਅੰਦਰਲੀ ਅਵਸਥਾ ਹੁੰਦੀ ਹੈ। ਇਸੇ ਕਰਕੇ ਤਸਵੀਰਾਂ ਜਿਹੜੀਆਂ ਬਣਾਈਆਂ ਜਾਂਦੀਆਂ ਗੁਰੂ ਸਾਹਿਬਾਨਾਂ ਦੀਆਂ, ਉਹਨਾਂ ਦੇ ਆਲੇ ਦੁਆਲੇ ਇੱਕ ਪਰਿਵਾਰ ਜਿਹਾ ਹੁੰਦਾ ਹੈ ਰੋਸ਼ਨੀ ਦਾ, ਜਿਹਨੂੰ ਆਪਾਂ ਆਭਾ ਕਹਿੰਦੇ ਹਾਂ। ਤੋ ਆਪ ਜੀ ਬੋਲੋ ਨਾ ਬੋਲੋ, ਸਾਨੂੰ ਸਤਿਕਾਰ ਹੈ ਸਾਡੇ ਅੰਦਰ, ਤੁਹਾਡੀ ਜਿਹੜੀ ਇੱਥੇ ਐਗਜ਼ਿਸਟੈਂਸ ਹੈ ਇਸ ਗਰੁੱਪ ਦੇ ਵਿੱਚ, ਜਾਂ ਬਾਕੀ ਵੀ ਜਿਹੜੀ ਸੰਗਤ ਆਲੇ ਦੁਆਲੇ ਜਿਹੜੀ ਸੁਣਦੀ ਹੈ, ਉਹਦੇ ਨਾਲ ਬੋਲਣ ਵਾਲੇ ਨੂੰ ਉਤਸ਼ਾਹ ਪੈਦਾ ਹੁੰਦਾ। ਕਾਹਤੋਂ ਹੁੰਦਾ? ਕਿਉਂਕਿ ਉੱਧਰੋਂ ਜਿਹੜੀਆਂ ਰਿਸ਼ਮਾਂ ਹੈ, ਤਰੰਗਾਂ ਹੈ, ਵੇਵਜ਼ ਹੈ, ਉਹ ਸਾਡੇ ਕੋਲ ਆਉਂਦੀਆਂ। ਇਸ ਕਰਕੇ ਆਪ ਸਾਰਿਆਂ ਦਾ ਬਹੁਤ ਬਹੁਤ ਅਤੀ ਧੰਨਵਾਦ ਹੈ। ਜੀਓ, ਵਾਹਿਗੁਰੂ ਮਿਹਰ ਕਰੇ, ਸਾਰਿਆਂ ਨੂੰ ਅਵਸਥਾ ਬਣੇ ਔਰ ਆਪਣੇ ਨਾਲ ਉਹ ਜੋੜ ਲਵੇ, ਸਾਡਾ ਵੀ ਕਲਿਆਣ ਹੋ ਜਾਏ, 84 ਕੱਟੀ ਜਾਵੇ ਸੰਗਤ ਦੇ ਨਾਲ ਮਿਲ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਰਾਜਾ ਜੀ ਦੀ ਜਿਹੜੀ ਬਾਤ ਸੀਗੀ ਸਾਈਮਲਟੇਨੀਅਸਲੀ ਹੋਣ ਦੀ, ਸਾਈਮਲਟੇਨੀਅਸਲੀ ਮੈਨੇ ਸਾਰਾ ਕੁਛ ਇਕੱਠਾ ਹੋਣੇ ਨੂੰ ਕਹਿੰਦੇ। ਦੇਖਣ ਨੂੰ ਤਾਂ ਬੜੀ ਸੋਹਣੀ ਲੱਗਦੀ ਹੈ ਗੱਲ, ਪਰ ਜਦੋਂ ਉਹਦੀ ਆਪਾਂ ਵਿਚਾਰ ਕਰਦੇ ਹਾਂ ਤਾਂ ਕਾਫੀ ਜ਼ਿਆਦਾ ਭੇਦ ਹੈ ਉਹਦੇ ਵਿੱਚ। ਦੇਖੋ, ਜਿਹੜਾ ਜਪ ਕਰਨਾ ਹੈ, ਜਪ ਕਰਨਾ ਤਾਂ ਕੋਈ ਵੀ ਸਿੱਖ ਕਰ ਸਕਦਾ ਹੈ, ਬਿਨਾਂ ਅਵਸਥਾ ਵਾਲੇ ਵੀ ਕਰਦੇ ਆ, ਕਿਉਂਕਿ ਸਾਡੀ ਉਹ ਅਵਸਥਾ ਬਣ ਜੇ, ਸਾਨੂੰ ਸਿਮਰਨ ਮਿਲ ਜੇ, ਸਾਨੂੰ ਗੁਰ ਭੇਂਟ ਹੋ ਜੇ, ਇਸ ਕਰਕੇ ਜਪ ਕਰਿਆ ਜਾਂਦਾ। ਜਪ ਕਰਦਿਆਂ ਕਈ ਵਾਰ ਸਾਰੀ ਉਮਰ ਵੀ ਲੰਘ ਜਾਂਦੀ ਹੈ, ਫਿਰ ਵੀ ਉਹ ਅਵਸਥਾ ਨਹੀਂ ਬਣਦੀ। ਜੇ ਬਣਾ ਦੇਵੇ ਤਾਂ 1 ਸੈਕਿੰਡ ਵੀ ਨਹੀਂ ਲੱਗਦਾ। ਸੋ ਜਪ ਹੈ ਜਿਹੜਾ, ਇਹ ਉਰਾਰ ਹੈ, ਨਦੀ ਤੋਂ ਉਰਲੇ ਪਾਸੇ ਹੈ। ਇਹਦੀ ਮਦਦ ਦੇ ਨਾਲ, ਇਹਦੀ ਸਹਾਇਤਾ ਦੇ ਨਾਲ ਅਗਰ ਗੁਰੂ ਭੇਂਟ ਬਣ ਗਈ, ਪਰਮਾਤਮਾ ਦੀ ਨਜ਼ਰ ਹੋ ਗਈ, ਉੱਥੋਂ ਬਾਅਦ ਫਿਰ ਸਾਰਾ ਕੁਝ ਚੱਲਣਾ ਹੈ। ਜੋ ਕੁਝ ਚੌਥੇ ਪਦ ਜਾਂ ਪਰਮ ਪਦ ਦੇ ਵਿੱਚ ਹੁੰਦਾ ਹੈ, ਜੋ ਆਪਾਂ ਨੂੰ ਸਮਝ ਆਈ ਹੈ ਗੁਰਬਾਣੀ ਤੋਂ ਔਰ ਥੋੜ੍ਹੇ ਬਹੁਤ ਅਨੁਭਵ ਦੇ ਨਾਲ, ਪੂਰਾ ਨਹੀਂ। ਉਹਦੀ ਵਿਚਾਰ ਇਹ ਹੈ ਵੀ ਜਦੋਂ ਗੁਰੂ ਭੇਂਟ ਹੋ ਗਈ, ਮੈਂ ਟੁੱਟ ਗਈ, ਬੰਦਾ ਸਮਰਪਿਤ ਹੋ ਗਿਆ ਅੰਦਰ ਤੋਂ। ਬਾਹਰ ਤੋਂ ਤਾਂ ਆਪਾਂ ਸਾਰੇ ਸਮਰਪਿਤ ਹਾਂ, ਗੁਰੂ ਨੂੰ ਮੱਥਾ ਟੇਕਦੇ ਹਾਂ, ਅੰਦਰ ਦੀ ਗੱਲ ਹੈ। ਜਦ ਵੀ ਸਾਡਾ ਅਭਿਮਾਨ ਟੁੱਟਿਆ, ਉਹਦੇ ਨਾਲ ਜੁੜ ਗਏ ਅੰਦਰ ਤੋਂ, ਉਹਨੇ ਜੋੜ ਲਿਆ। ਐਂ ਕਹੋ, ਸਾਡੇ ਵੱਸ ਦੀ ਗੱਲ ਨਹੀਂ, ਉਹਨੇ ਅਗਰ ਜੋੜ ਲਏ, ਸਾਡੀ ਮੈਂ ਤੋੜ ਕੇ ਆਪਣੇ ਨਾਲ ਜੋੜ ਲਿਆ, ਫੇਰ ਨਿਰਮਲ ਭਾਉ ਪੈਣਾ। ਔਰ ਇਹ ਨਿਰਮਲ ਭਾਉ ਹੈ ਜਿਹੜਾ, ਇੱਕ ਜਗ੍ਹਾ ਬਚਨ ਆਉਂਦਾ ਗੁਰਬਾਣੀ 'ਚ, ਸਗਲ ਗੁਣਾ ਗੁਣ ਉੱਤਮੋ ਭਰਤਾ ਦੂਰ ਨਾ ਪੀਖਰੀ। ਭਰਤਾ ਮੈਨੇ ਪਤੀ। ਸਾਰਿਆਂ ਗੁਣਾਂ 'ਚ ਉੱਤਮ ਗੁਣ ਇਹ ਹੈ ਵੀ, ਹੇ ਔਰਤ, ਆਪਣੇ ਪਤੀ ਨੂੰ ਦੂਰ ਨਾ ਸਮਝ ਵੀ ਕਿਤੇ ਅਮਰੀਕਾ ਕੈਨੇਡਾ 'ਚ ਗਿਆ ਹੋਇਆ, ਉਹਨੂੰ ਅੰਦਰ ਸਮਝ ਹਰ ਵਕਤ। ਭਰਤਾ ਦੂਰ ਨਾ ਪੀਖਰੀ, ਇਹ ਚੀਜ਼ ਹੈ ਜਿਹੜੀ ਨਿਰਮਲ ਭਾਉ ਦਾ ਪੈਣਾ। ਇਹਦੇ ਨਾਲ ਫੇਰ ਬੰਦੇ ਨੂੰ ਇਹ ਸਮਝ ਆ ਜਾਂਦੀ ਹੈ ਵੀ ਤੂੰ ਮੈਨੂੰ ਅੰਦਰੋਂ ਦੇਖ ਰਿਹਾ। ਜਦੋਂ ਹਰ ਵਕਤ ਦੇਖ ਰਿਹਾ, ਬੰਦਾ ਗਲਤ ਕਿਉਂ ਕਰੂਗਾ, ਕਿਵੇਂ ਕਰੂਗਾ? ਇਹ ਅਹਿਸਾਸ ਪੈਦਾ ਹੋਣਾ, ਇਹ ਨਿਰਮਲ ਭਾਉ ਦਾ ਪੈਦਾ ਹੋਣਾ। ਇਹਦੇ ਵਿੱਚੋਂ ਹੀ ਵਿਵੇਕ ਨਿਕਲਣਾ ਹੈ। ਵਿਵੇਕ ਗਿਆਨ ਮਤਲਬ ਇਹ ਵੀ ਜਿਹੜਾ ਤਰਾਸ਼ਿਆ ਵਾ ਗਿਆਨ ਹੈ, ਹਉਮੈ ਰਹਿਤ ਗਿਆਨ ਹੈ, ਉਹਨੂੰ ਵਿਵੇਕ ਗਿਆਨ ਕਹਿੰਦੇ। ਉਹ ਗੁਰੂ ਵੱਲੋਂ ਸਾਨੂੰ ਮਿਲਦਾ, ਸਾਡੇ ਪੱਲੇ ਨਹੀਂ ਹੁੰਦਾ। ਉਹ ਕਹਿਣ ਨੂੰ ਤਾਂ ਦੁਨੀਆਦਾਰ ਸਭ ਕਹੀ ਜਾਂਦੇ ਵੀ ਵਿਵੇਕੀ ਬਣੋ, ਵਿਵੇਕੀ ਬਣੋ, ਐਂ ਕਰੋ। ਪਾਰਲੀਮੈਂਟ 'ਚ ਬਥੇਰਾ ਲੋਕ MLA ਔਰ MP ਜਿੰਨੇ ਉਹਨੇ, ਵਿਧਾਨ ਸਭਾਵਾਂ 'ਚ ਵੀ ਇਹ ਬਹੁਤ ਰੌਲਾ ਪਾਉਂਦੇ, ਵਿਵੇਕ ਸੇ ਕੰਮ ਲੀਜੀਏ, ਵਿਵੇਕ ਸੇ ਕੰਮ ਲੀਜੀਏ। ਆਪਣੇ ਪੱਲੇ ਵਿਵੇਕ ਹੁੰਦਾ ਨਹੀਂ। ਉਹ ਸਿਆਣਪ ਨੂੰ ਵਿਵੇਕ ਕਹਿੰਦੇ। ਨੋ, ਸਿਆਣਪ ਤਾਂ ਚਤਰ ਚਲਾਕੀ ਹੁੰਦੀ ਹੈ, ਚਤਰਾਈ ਹੁੰਦੀ ਹੈ। ਵਿਵੇਕ ਗਿਆਨ ਹੋਰ ਚੀਜ਼ ਹੈ, ਉਹ ਗੁਰੂ ਵੱਲੋਂ ਹੀ ਮਿਲਦਾ। ਜਿਹਨੂੰ ਮਿਲ ਗਿਆ ਉਹੀ ਗੁੰਗੇ ਦੀ ਮਠਿਆਈ ਖਾਣ ਵਾਂਗ ਉਹਨੂੰ ਸਮਝ ਆਉਂਦੀ ਵੀ ਵਿਵੇਕ ਗਿਆਨ ਅਸਲ 'ਚ ਕਿਆ ਹੈ। ਗਿਆਨ ਬਹੁਤ ਹੈ ਦੁਨੀਆ 'ਚ, ਵਿਵੇਕ ਗਿਆਨ ਗੁਰੂ ਤੋਂ ਬਿਨਾਂ ਮਿਲ ਹੀ ਨਹੀਂ ਸਕਦਾ ਕਿਸੇ ਨੂੰ, ਸੰਗਤ ਤੋਂ ਬਿਨਾਂ। ਅਗਲੀ ਫਿਰ ਜਿਹੜੀ ਹੋਰ ਅੱਗੇ ਜਿਉਂ ਬੰਦਾ ਚੱਲਦਾ ਹੈ, ਦੇਖੋ ਇਹਨੂੰ ਇੱਕ ਹੋਰ ਸ਼ਬਦ ਹੈ ਗੁਰਬਾਣੀ ਦਾ, ਉਹ ਤੋਂ ਥੋੜਾ ਜਿਹਾ ਆਸਰਾ ਲਈਏ ਆਪਾਂ। ਥੋੜਾ ਜਿਹਾ ਕਿਹਾ, ਪੂਰਾ ਹੀ ਲਈਏ। ਨਾਮੇ ਲਾਏ ਸਵਾਰਿਆਨ, ਸ਼ਬਦੇ ਲਏ ਮਿਲਾਏ। ਸ਼ਬਦ ਦੇ ਨਾਲ ਸਾਡੀ ਭੇਂਟ ਹੁੰਦੀ ਹੈ ਗੁਰੂ ਨਾਲ, ਸ਼ਬਦ ਨਾਲ। ਸ਼ਬਦ ਇਟਸੈਲਫ ਗੁਰੂ ਹੈ। ਫਿਰ ਜਦੋਂ ਸਾਨੂੰ ਨਾਮ ਬਖਸ਼ ਦਿੰਦਾ ਉਹ ਗੁਰੂ ਭੇਂਟ ਤੋਂ ਬਾਅਦ, ਨਾਮ ਦਾ ਮਤਲਬ ਜਿਹੜਾ ਅੰਦਰੋਂ ਸਪੌਂਟੇਨੀਅਸਲੀ ਸਾਡੇ ਅੰਦਰੋਂ ਵਾਹਿਗੁਰੂ ਸ਼ਬਦ ਉੱਠਣ ਲੱਗ ਜਾਏ। ਪਹਿਲਾਂ ਤਾਂ ਆਪਾਂ ਕੋਸ਼ਿਸ਼ ਕਰਦੇ ਹਾਂ ਨਾ ਕਹਿਣ ਦੀ, ਉਹ ਉਰਾਰ ਅਵਸਥਾ ਹੈ, ਉਰਲੀ। ਜਦੋਂ ਆਪਣੇ ਆਪ ਤੋਂ ਅੰਦਰ ਤੋਂ ਉੱਠ ਖੜੇ, ਉਹ ਫਿਰ ਇਨ ਬਿਟਵੀਨ ਅਵਸਥਾ ਹੈ, ਚੌਥੇ ਪਦ ਦੀ ਔਰ ਸੰਸਾਰੀ, ਜਿਹੜਾ ਸਾਡੀ ਬੁੱਧੀ ਹੈ ਉਹਦੀ। ਉਹ ਭੇਂਟਾ
ਔਰ ਉਹਦੇ ਨਾਲ ਨਾਮ ਦਾ ਪੈਦਾ ਹੋ ਜਾਣਾ ਔਰ ਨਿਰਮਲ ਭਾਵ ਦਾ ਪੈਦਾ ਹੋ ਜਾਣਾ, ਇਹ ਵਿਚਾਲੇ ਦੀਆਂ ਸਟੇਜਾਂ ਨੇ। ਖਾਸ ਕਰਕੇ ਜਿਹੜਾ ਭੇਂਟ ਹੈ, ਇਹ ਵਿਚਾਲੇ ਕੜੀ ਹੈ ਇੱਕ। ਸੰਤਾਂ ਦਾ ਔਰ ਸਾਡੇ ਵਰਗੇ ਮਨਮੁਖ ਬੰਦਿਆਂ ਦਾ ਇੱਕ ਫਰਕ ਹੁੰਦਾ ਹੈ, ਉਹ ਫਰਕ ਦੇ ਵਿਚਾਲੇ ਇਹ ਕੜੀ ਹੈ, ਜਿਹਨੂੰ ਬਫਰ ਸਟੇਟ ਕਹਿੰਦੇ, ਭੇਂਟ, ਗੁਰੂ ਭੇਂਟ। ਜਿੱਦਣ ਇਹ ਹੋਈ ਉਸ ਤੋਂ ਬਾਅਦ ਫਿਰ ਵਿਵੇਕ, ਨਿਰਮਲ ਭਾਵ, ਔਰ ਉਹਦੇ ਨਾਲ ਹੀ ਜਿਹੜਾ ਅਨਹਦ ਦਾ ਸੁਣਨਾ ਹਰ ਵਕਤ। ਅਨਹਦ ਗੁਰਬਾਣੀ ਹੈ, ਰੱਬ ਦਾ ਨਾਮ ਹੈ। ਸੰਗਤ ਦੇ ਵਿੱਚ ਬਾਣੀ ਦੇ ਰੂਪ ਚ ਅਨਹਦ ਵੱਜਦਾ ਹੈ, ਆਪਾਂ ਸੁਣਦੇ ਹਾਂ ਸਾਰੇ ਲੋਕ, ਤੇ ਅੰਦਰ ਜਿਹੜਾ ਵੱਜਦਾ ਉਹ ਹੋਰ ਚੀਜ਼ ਹੈ, ਉਹ ਫਿਰ ਪਰਮਾਤਮਾ ਵੱਲੋਂ ਸਾਨੂੰ ਮਿਲਦਾ, ਗੁਰੂ ਵੱਲੋਂ ਮਿਲਦਾ ਹਰ ਵਕਤ, ਜਿਹੜਾ ਸਪੌਂਟੇਨੀਅਸਲੀ ਚੱਲਣਾ। ਉਹਨਾਂ ਤੋਂ ਬਾਅਦ ਵਿੱਚ ਹੌਲੀ ਹੌਲੀ ਜਾ ਕੇ ਫੇਰ ਪ੍ਰਕਾਸ਼ ਹੁੰਦਾ, ਜਿਹਨੂੰ ਪਰਮ ਪਦ ਕਹਿੰਦੇ। ਚੌਥੇ ਗੁਣ ਦੀ ਵੀ ਬਹੁਤ ਲੰਬੀ ਚੌੜੀ ਉਹ ਹੈ, ਹੋ ਜਾਏ 1 ਸਕਿੰਟ ਚ ਹੋ ਜਾਏ, ਨਾ ਹੋਵੇ ਤਾਂ ਕਈ ਪੁਰਸ਼ ਚੌਥੇ ਗੁਣ ਦੇ ਸ਼ੁਰੂਆਤ ਵਿੱਚ ਹੀ ਸਰੀਰ ਛੱਡ ਜਾਂਦੇ, ਉਹਨਾਂ ਦਾ ਅਜੇ ਪੂਰਾ ਨਹੀਂ ਹੁੰਦੀ ਯਾਤਰਾ, ਪ੍ਰਕਾਸ਼ ਨਹੀਂ ਹੋਇਆ ਹੁੰਦਾ। ਕਿਵੇਂ? ਜਦੋਂ ਦਰਸ਼ਨ ਹੋ ਗਏ ਉਹਦੇ, ਉਦੋਂ ਪਰਮ ਪਦ ਬਣਨਾ ਹੈ। ਉਹ ਵੀ ਚੌਥਾ ਹੀ ਪਦ ਹੈ, ਪਰ ਚੌਥੇ ਪਦ ਦੀ ਉਹ ਸਿਖਰ ਹੁੰਦੀ ਹੈ, ਦੁਪਹਿਰ ਹੁੰਦੀ ਹੈ, ਸਵੇਰ ਹੁੰਦੀ ਹੈ, ਜਦੋਂ ਨਿਰਮਲ ਭਾਵ ਪੈਂਦਾ ਚੌਥੇ ਗੁਣ ਦੀ। ਤੋ ਜਦੋਂ ਨਿਰਮਲ ਭਾਵ ਪੈਦਾ ਹੋ ਗਿਆ, ਉਸ ਤੋਂ ਬਾਅਦ ਇਹ ਸਾਰਾ ਕੁਛ ਹੁੰਦੇ ਫਿਰ ਸਿਮਰਨ ਮਿਲ ਜਾਂਦਾ। ਇਸੇ ਅਵਸਥਾ ਵਿੱਚ ਪਹਿਲਾਂ ਜਪ ਹੁੰਦਾ ਨਾ, ਉਹ ਬੰਦਾ ਕਰਦਾ, ਫਿਰ ਸਿਮਰਨ ਬਖਸ਼ ਦਿੰਦਾ ਗੁਰੂ। ਉਹ ਸਿਮਰਨ ਦੀਆਂ ਬਰਕਤਾਂ ਦੇ ਨਾਲ ਮਨ ਦੀ ਮੈਲ ਨਿਕਲਦੀ ਸਫਾਈ ਹੁੰਦੀ ਚਲੇ ਜਾਂਦੀ ਹੈ। ਕਿਹੜੇ ਇੱਕ ਮੈਲ ਹੈ ਵੀ ਇੱਕਦਮ ਟੁੱਟ ਜੂ, ਹੌਲੀ। ਇਹ ਵੀ ਗੱਲ ਇੱਕ ਹੈ ਕੁਦਰਤੀ, ਬਈ ਜਿਹੜੇ ਸੱਜਣ ਰੱਬ ਕੰਨੀ ਆਏ ਵੀ ਹੈ, ਜਿਵੇਂ ਸੱਜਣ ਕੌਡਾ, ਬਲੀ ਕੰਧਾਰੀ, ਇਹ ਵੀ ਕੋਈ ਇੱਕਦਮ ਨਹੀਂ ਹੋਏ। ਇੱਕਦਮ ਉਹ ਗਿਰ ਤਾਂ ਗਏ, ਗੁਰੂ ਭੇਂਟ ਤਾਂ ਹੋ ਗਈ, ਬਾਅਦ ਵਿੱਚ ਫਿਰ ਉਹ ਜਿਹੜਾ ਉਹਨਾਂ ਨੂੰ ਸ਼ਬਦ ਦਿੱਤਾ ਗਿਆ ਨਾਮ, ਉਹਦੇ ਨਾਲ ਫਿਰ ਉਹ ਹੌਲੀ ਟੁੱਟਦੀ ਵਿਕਾਰ, ਫਿਰ ਉਹ ਨਿਰਮਲ ਹੋ ਗਏ, ਫਿਰ ਰੱਬ ਦੇ ਨਾਲ ਮਿਲਾਪ ਹੋਇਆ। ਇਹ ਇੱਕਦਮ ਤਾਂ ਹੁੰਦਾ ਨਹੀਂ ਹੈ। ਸ਼ਬਦ ਮਿਲਾਵਾ ਤਾਂ ਕਰ ਦੂਗਾ, ਗੁਰੂ ਨੂੰ ਮਿਲਾ ਦੂਗਾ, ਸ਼ਬਦ ਆਪਣੇ ਆਪ ਚ ਮਿਲਾ ਲੂਗਾ ਬੰਦੇ ਨੂੰ, ਲੇਕਿਨ ਜਿਹੜਾ ਨਾਮ ਬਖਸ਼ਦਾ ਨਾ, ਇਹ ਫਿਰ ਉਹਦੇ ਨਾਲ ਸਫਾਈ ਹੁੰਦੀ ਹੈ ਮਨ ਦੀ। ਉਹ ਜਿਹੜਾ ਨਾਮ ਹੈ ਹਰ ਵਕਤ ਸਪੌਂਟੇਨੀਅਸ ਚੱਲਣਾ, ਉਹਦੇ ਨਾਲ ਫਿਰ ਹੁੰਦਾ ਇਹ ਪਰਮ ਪਦ ਤੱਕ ਵਿਅਕਤੀ ਜਾ ਸਕਦਾ ਹੈ। ਗੁਰਬਾਣੀ ਫਰਮਾਉਂਦੀ ਹੈ ਪ੍ਰਕਾਸ਼ ਜਦੋਂ ਹੋ ਗਿਆ, ਰੱਬ ਦੇ ਦਰਸ਼ਨ ਹੋ ਗਏ ਕਿਸੇ ਨਾ ਕਿਸੇ ਰੂਪ ਚ। ਕਈ ਇਸ ਤਰ੍ਹਾਂ ਵੀ ਕਹਿ ਸਕਦਾ ਕੋਈ ਤਰਕਵਾਦੀ, ਵੀ ਰੱਬ ਦੇ ਤਾਂ ਕੋਈ ਸਰੂਪ ਹੀ ਨਹੀਂ ਹੈ, ਰੂਪ ਨਾ ਰੰਗ ਨਾ ਰੇਖ ਕੁਛ, ਵੀ ਫਿਰ ਕਿਵੇਂ ਦਰਸ਼ਨ ਹੁੰਦੇ? ਉਹ ਭਾਈ ਇਹ ਉਹਦੀ ਯੋਗ ਮਾਇਆ, ਉਹ ਕਿਸੇ ਵੀ ਰੂਪ ਚ ਆ ਸਕਦਾ। ਉਹ ਗਰੜ ਚੜ੍ਹ ਕੇ ਵੀ ਆਇਆ, ਗਰੜ ਚੜ੍ਹੇ ਗੋਬਿੰਦ ਆਇਲਾ, ਨਾਮਦੇਵ ਜੀ ਨੂੰ ਦਰਸ਼ਨ ਦਿੱਤੇ, ਕਿਤੇ ਪੰਡਤ ਦੇ ਰੂਪ ਚ ਆ ਗਿਆ, ਕਿਤੇ ਕਿਸੇ ਹੋਰ ਰੂਪ ਚ ਵੀ ਆ ਸਕਦਾ। ਗਜ ਹਸਤੀ ਦਾ ਆਧਾਰ ਵੀ ਹੋਇਆ ਜਦ ਤੰਦੂਏ ਨੇ ਪਕੜ ਲਿਆ ਸੀ। ਕੋਈ ਰੂਪ ਉਹ ਬਣਾ ਸਕਦਾ ਹੈ, ਕਿਉਂਕਿ ਆਪਾਂ ਨੂੰ ਇਹ ਗੱਲ ਤਾਂ ਮੰਨਣੀ ਪਊ ਇੱਕ ਸਿੱਖ ਦੇ ਨਾਤੇ, ਗੁਰੂ ਦੇ ਸਿੱਖ ਹੋਣ ਦੇ ਨਾਤੇ, ਵੀ ਉਹ ਕੁਛ ਵੀ ਕਰ ਸਕਦਾ ਹੈ। 1 ਸੈਕਿੰਡ ਦੇ ਵਿੱਚ ਦੁਨੀਆ ਨੂੰ ਮਿਟਾ ਸਕਦਾ, ਬਣਾ ਸਕਦਾ। ਤੋ ਆ ਰੂਪ ਧਾਰਨਾ ਤਾਂ ਕੋਈ ਬੜੀ ਗੱਲ ਨਹੀਂ। ਸੋ ਇਹ ਗੱਲ ਮੰਨਣੀ ਪਊਗੀ ਵੀ ਤੂੰ ਸਰਵ ਸ਼ਕਤੀਮਾਨ ਹੈ, ਸਰਵੱਗ ਹੈ, ਤੂੰ ਕੁਛ ਵੀ ਕਰ ਸਕਦਾ। ਰੂਪ ਬਟਾਉਣੀ ਕੋਈ ਬਹੁਤ ਬੜੀ ਗੱਲ ਨਹੀਂ। ਸਾਡੇ ਦੁਨੀਆਦਾਰਾਂ ਖਾਤਰ ਬੜੀ ਹੋ ਸਕਦੀ ਹੈ, ਰੱਬ ਖਾਤਰ ਬੜੀ ਨਹੀਂ ਹੈ, ਗੁਰੂ ਖਾਤਰ ਬੜੀ ਨਹੀਂ ਹੈ। ਗੁਰੂ ਇੱਕੇ ਟਾਈਮ ਬਾਈਵੈਲੈਂਟ ਹੋ ਸਕਦਾ, ਮਤਲਬ ਇਹ ਗੁਰੂ ਇੱਕੇ ਟਾਈਮ 2 ਜਗ੍ਹਾ ਪ੍ਰੈਜੈਂਟ ਹੋ ਸਕਦਾ ਹੈ। ਗੁਰੂ ਮੱਕੇ ਮਦੀਨੇ ਚ ਵੀ ਹੋ ਸਕਦਾ, ਗੁਰੂ ਮਿਸਰ ਚ ਵੀ ਹੋ ਸਕਦਾ ਉਸੇ ਟਾਈਮ। ਆ ਪਿੱਛੇ ਆਪਾਂ ਨੇ ਸਾਖੀ ਪੜ੍ਹੀ ਹੈ, ਬਾਈ ਲੋਕੇਸ਼ਨ ਕਹਿੰਦੇ ਉਸ ਚੀਜ਼ ਨੂੰ, ਬਾਈ ਲੋਕੇਟ ਹੋਣਾ। ਗੁਰੂ 2 ਤੋਂ ਕਿਹਾ, ਗੁਰੂ 10 ਤੋਂ ਵੀ ਹੋ ਸਕਦਾ। ਉਹ ਸਰਬ ਹੈ, ਸਰਬ ਵਿਆਪਕ ਹੈ। ਬੁੱਧੀ ਨਹੀਂ ਮੰਨੇਗੀ, ਬੁੱਧੀ ਦੇ ਤਾਂ ਨਿਯਮ ਹੋਰ ਹੈ ਨਾ, ਉਹ ਸੰਸਾਰੀ ਹੈ। ਜਿਹੜੀ ਰੂਹਾਨੀ ਚੀਜ਼ ਹੈ ਉਹ ਹੋਰ ਚੀਜ਼ ਹੈ, ਉਹਦੇ ਚ ਇਹ ਸਾਰਾ ਕੁਛ ਪੋਸੀਬਲ ਹੈ। ਹੁਣ ਗੁਰੂ ਮਹਾਰਾਜ ਜੀ ਨੇ ਕਿਉਂ ਨਹੀਂ ਇਹ ਬਹੁਤਾ ਕੁਛ ਕਰਕੇ ਦਿਖਾਇਆ, ਬਹੁਤ ਲਿਮਟਿਡ ਵੇਚ ਕਰਿਆ। ਉਹ ਇੱਕ ਤਾਂ ਪਹਿਲੀ ਗੱਲ ਤਾਂ ਵੀ ਉਹੀ ਜਾਣੇ, ਨੰਬਰ 2 ਜਿਹੜੀ ਸਾਡੀ ਬੁੱਧੀ ਕਹਿੰਦੀ ਹੈ ਉਹ ਇਹ ਹੈ ਵੀ ਸੰਸਾਰ ਨੂੰ ਗੁਰੂ ਪਰਮਾਤਮਾ ਦੀਆਂ ਰੀਤਾਂ ਦੇ ਅਨੁਸਾਰ ਹੀ ਚਲਾਉਣਾ ਸੀ। ਜਿਹੜੇ ਸੁਪਰ ਨੈਚੁਰਲ ਹੈ ਜਾਂ ਪਰਾਭੌਤਿਕ ਗੱਲਾਂ ਜੇ ਉਹ ਵਰਤਾਉਣ ਲੱਗ ਜਾਏ, ਫਿਰ ਸਾਰਾ ਸੰਸਾਰ ਉਦੋਂ ਤਾਂ ਪਹਿਲਾਂ ਹੀ ਹੋਇਆ ਕਰਾਮਾਤਾਂ ਵੱਲ। ਫਿਰ ਗੁਰੂ ਸਾਹਿਬ ਨੇ ਸਾਹਿਬਜ਼ਾਦੇ ਸ਼ਹੀਦ ਕਰਵਾਏ, ਆਪ ਵੀ ਸ਼ਹੀਦੀਆਂ ਦਿੱਤੀਆਂ ਕਿਸੇ ਰੂਪ ਚ। ਤਾਂ ਉਹ ਕਰਕੇ ਦਿਖਾਇਆ ਵੀ ਸੰਸਾਰ ਇੱਕ ਨਹੀਂ ਚੱਲਦਾ ਭਾਈ, ਉਹਦਾ ਕਰਨੇ ਨੂੰ ਕਿਆ ਕੁਛ ਨਹੀਂ ਕਰ ਸਕਦਾ। ਗੁਰੂ ਤਾਂ ਸਰਬੱਗ ਹੁੰਦਾ।
ਕੁਛ ਵੀ ਕਰ ਸਕਦਾ ਗੁਰੂ ਪਰਮਾਤਮਾ। ਇਹ ਗੱਲ ਸਾਨੂੰ ਕਬੂਲ ਕਰਨੀ ਪਊਗੀ ਅਗਰ ਸਿੱਖੀ ਦੇ ਵਿੱਚ ਸਾਡੀ ਆਸਥਾ ਹੈਗੀ ਤਾਂ। ਤੋ ਚਲੋ ਜਦੋਂ ਦਰਸ਼ਨ ਹੋ ਗਏ, ਜਦੋਂ ਪਰਮਾਤਮਾ ਦਾ ਸਾਨੂੰ ਦੀਦਾਰ ਹੋ ਗਿਆ, ਉਦੋਂ ਸਾਡੀ ਫਿਰ ਪੂਰੀ ਯਾਤਰਾ ਜਿਹੜੀ ਹੈ ਹੋ ਜਾਂਦੀ ਹੈ, ਜਿਹਨੂੰ ਬ੍ਰਹਮ ਗਿਆਨੀ ਹੋਣਾ ਕਹਿ ਦਿੰਦੇ ਆ। ਔਰ ਉਹ ਫਿਰ ਮੁੜ ਕੇ ਉਹਦੀ ਯਾਤਰਾ ਸਮਾਪਤ ਹੋ ਜਾਂਦੀ ਹੈ। ਜੋ ਸਮਝ ਆਈ ਆਪ ਜੀ ਨਾਲ ਸਾਂਝੀ ਕਰ ਦਿੱਤੀ ਹੈ। ਕਿਸੇ ਹੋਰ ਦਾ ਅਨੁਭਵ ਕਿਸੇ ਹੋਰ ਤਰੀਕੇ ਦਾ ਹੋਵੇ, ਉਹ ਵੀ ਜ਼ਰੂਰ ਸਾਂਝਾ ਕਰ ਸਕਦਾ, ਕਿਉਂਕਿ ਇਹ ਅਵਸਥਾ ਕਿਸੇ ਇੱਕ ਬੰਦੇ ਖਾਤਰ ਨਹੀਂ ਗੁਰੂ ਨੇ ਰੱਖੀ ਹੋਈ। ਜਿੰਨੇ ਦੁਨੀਆ ਦੇ ਵਿੱਚ ਲੋਕ ਹੈ, ਜਿੰਨੇ ਸੰਤ ਲੋਕ ਹੋਏ, ਸਾਰਿਆਂ ਦਾ ਅਲੱਗ ਅਲੱਗ ਤਜਰਬਾ ਹੈ। ਕਿਸੇ ਨੂੰ ਖੇਤੀ ਕਰਨ ਲਾਇਆ ਹੋਇਆ ਸੀ, ਉਹ ਤਜਰਬੇ ਚੋਂ ਨਿਕਲਦੀਆਂ ਗੱਲਾਂ, ਉਹ ਜਿਹੜੇ ਤਸ਼ਬੀਹਾਂ ਦਿੰਦੇ ਆ ਜਾਂ ਪ੍ਰਤੀਕ ਦਿੰਦੇ ਆ, ਉਹ ਖੇਤੀ ਦੇ ਦੇਣਗੇ। ਕੋਈ ਬਾਣ ਵੜਦੇ ਸੀ, ਕੋਈ ਫੇਰੀਆਂ ਲਾਉਂਦੇ ਸੀ, ਕੋਈ ਵਪਾਰ ਕਰਦੇ ਸੀ, ਕੋਈ ਜੰਗ ਯੁੱਧਾਂ ਜ਼ਿਆਦਾ ਰਹੇ ਆ। ਜਿਹੋ ਜਿਹਾ ਕੋਈ ਮਹਾਂਪੁਰਸ਼ ਹੋਇਆ, ਉਹਨੂੰ ਉਸ ਤਰ੍ਹਾਂ ਦਾ ਤਜਰਬਾ ਹੁੰਦਾ। ਆਪਾਂ ਇਹ ਨਹੀਂ ਕਹਿ ਸਕਦੇ ਵੀ ਆਹੀ ਇੱਕ ਦੀ ਉਹ ਗੱਲ ਫਾਈਨਲ ਹੈ, ਉਹ ਸਾਰਿਆਂ ਦਾ ਅਲੱਗ ਅਲੱਗ ਹੁੰਦਾ। ਇਹੀ ਤਾਂ ਵਡਿਆਈ ਹੈ ਗੁਰਮਤਿ ਦੀ, ਯੂਨਿਟੀ ਇਨ ਡਾਇਵਰਸਿਟੀ। ਸਾਰੇ ਤਰ੍ਹਾਂ ਦੇ ਅਲੱਗ ਅਲੱਗ ਹੁੰਦੇ ਹੋਏ ਫਿਰ ਏਕੇ ਨਾਲ ਮੇਲ ਹੋਣਾ। ਕੋਈ ਅਪਸ਼ਬਦ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਸਿਹਾਰੀ ਸਭ ਤੋਂ ਜ਼ਿਆਦਾ ਸੰਬੰਧਕੀ ਪਦ ਹੈ, ਜਿੰਨੇ ਵੀ ਪ੍ਰੈਪੋਜੀਸ਼ਨਸ ਉਹਨਾਂ ਦੇ ਅੰਤ ਵਿੱਚ ਵਰਤੀ ਜਾਂਦੀ ਹੈ। ਜਿਵੇਂ ਵਿੱਚ, ਵਾਵੇ ਨੂੰ ਸਿਹਾਰੀ, ਚੱਚੇ ਨੂੰ ਸਿਹਾਰੀ। ਉੱਪਰ, ਊੜੇ ਨੂੰ ਔਂਕੜ, ਪੱਪਾ, ਰਾਰੇ ਨੂੰ ਸਿਹਾਰੀ। ਇੱਕਣੇ ਬਾਹਰ ਦੇ ਰਾਰੇ ਨੂੰ ਸਿਹਾਰੀ, ਅੰਦਰ ਦੇ ਰਾਰੇ ਨੂੰ ਸਿਹਾਰੀ। ਸੰਗ, ਗੱਗੇ ਨੂੰ ਸਿਹਾਰੀ। ਪਾਸ, ਸੱਸੇ ਨੂੰ ਸਿਹਾਰੀ। ਨਜ਼ੀਕ, ਕੱਕੇ ਨੂੰ ਸਿਹਾਰੀ। ਬਰਾਬਰ, ਰਾਰੇ ਨੂੰ ਸਿਹਾਰੀ। ਗੈਲ, ਤੁਲ, ਮੈਂ, ਨਿਕਟ, ਵੱਲ, ਪਾਰ ਆਦਿ। ਤੋ ਜਿੰਨੇ ਵੀ ਪ੍ਰੈਪੋਜੀਸ਼ਨਸ ਹੈ, ਇਹ ਜਿਵੇਂ ਪ੍ਰੈਪੋਜੀਸ਼ਨ ਹੁੰਦੀ ਹੈ ਜਿਹੜੀ ਦੋ ਚੀਜ਼ਾਂ ਦਾ ਸੰਬੰਧ ਜੋੜਦੀ ਹੈ। ਜਿਵੇਂ ਕੁੱਤਾ ਕੋਠੇ ਉੱਪਰ ਬੈਠਾ ਹੈ, ਆ ਜਿਹੜਾ ਉੱਪਰ ਸ਼ਬਦ ਹੈ ਇਹ ਸੰਬੰਧਕੀ ਬਣ ਗਿਆ। ਕਿਤਾਬ ਮੇਜ਼ ਦੇ ਉੱਪਰ ਪਈ ਹੈ, ਦੇ ਜਿਹੜਾ ਹੈ ਇਹ ਸੰਬੰਧਕੀ ਹੈ। ਤੋ ਜਦ ਵੀ ਇਹ ਇਸ ਤਰ੍ਹਾਂ ਕੋਈ ਵੀ ਸੰਬੰਧਕ ਆਉਂਦਾ ਹੈ ਕਿਸੇ ਨਾਊਨ ਦੇ ਨਾਲ, ਤਾਂ ਉਹਦੀ ਜਿਹੜੀ ਮੂਹਰਲੀ ਔਂਕੜ ਹੁੰਦੀ ਹੈ ਨਾਊਨ ਦੀ, ਪੁਲਿੰਗ ਸ਼ਬਦ ਦੀ, ਉਹ ਉੜ ਜਾਂਦੀ ਹੈ। ਤੋ ਬਾਕੀ ਇੱਕ ਹੋਰ ਸ਼ਬਦ ਵੀ, ਇੱਕ ਹੋਰ ਤਰ੍ਹਾਂ ਦੀ ਵਿਚਾਰ ਵੀ ਆਉਂਦੀ ਹੈ, ਜਿਹਦੇ ਵਿੱਚ ਇੱਕ ਮੂਲਕ ਸਿਹਾਰੀ ਹੁੰਦੀ ਹੈ। ਜਿਹੜੇ ਸ਼ਬਦ ਦੂਜੀਆਂ ਬੋਲੀਆਂ 'ਚੋਂ ਆਉਂਦੇ ਆ, ਉਹਨਾਂ ਦੇ ਨਾਲ ਜਿਹੜੀ ਅੰਤਲੇ ਅੱਖਰ ਨੂੰ ਸਿਹਾਰੀ ਲੱਗੀ ਹੁੰਦੀ ਹੈ, ਉਹ ਕਾਇਮ ਰਹਿੰਦੀ ਹੈ ਹਮੇਸ਼ਾ ਹੀ, ਚਾਹੇ ਨਾਲ ਕੋਈ ਵੀ ਆਈ ਜਾਵੇ, ਉਹਨਾਂ ਦੇ ਸੰਬੰਧਕ ਵੀ ਆ ਜਾਵੇ ਚਾਹੇ, ਜਾਂ ਉਹ ਇੱਕ ਵਚਨ ਬਹੁ ਵਚਨ ਦਾ ਉਹਨਾਂ ਨੂੰ ਕੋਈ ਰੌਲਾ ਨਹੀਂ ਹੁੰਦਾ। ਜਿਵੇਂ ਹਰ ਹੈ, ਹਾਹਾ ਰਾਰੇ ਨੂੰ ਸਿਹਾਰੀ, ਇੱਕਣੇ ਆਊਗਾ ਹਰ ਜਗ੍ਹਾ। ਨਾਰ, ਨੰਨੇ ਨੂੰ ਕੰਨਾ, ਰਾਰੇ ਨੂੰ ਸਿਹਾਰੀ। ਇਹ ਸ਼ਬਦ ਪੰਜਾਬੀ ਚੋਂ ਨਹੀਂ ਹੈ, ਇਹ ਉੱਧਰੋਂ ਆਏ ਹੋਏ ਸ਼ਬਦ ਹੈ। ਸੰਸਕ੍ਰਿਤ ਤੋਂ ਹੋਵੇ ਚਾਹੇ ਪਰਸ਼ੀਅਨ ਚੋਂ ਹੋਵੇ, ਇਹ ਆਪਣੀ ਸਿਹਾਰੀ ਨਾਲ ਲਿਆਏ। ਜਿਵੇਂ ਸ੍ਰਿਸ਼ਟ, ਸੱਸੇ ਨੂੰ ਸਿਹਾਰੀ, ਪੈਰ ਵਿੱਚ ਰਾਰਾ, ਸੱਸਾ ਟੈਂਕੇ ਨੂੰ ਸਿਹਾਰੀ। ਸ੍ਰਿਸ਼ਟੀ ਕਹਿੰਦੇ ਜਿਹਨੂੰ ਆਪਾਂ, ਇਹ ਸ੍ਰਿਸ਼ਟ ਸ਼ਬਦ ਟੈਂਕੇ ਨੂੰ ਸਿਹਾਰੀ ਨਾਲ ਹੀ ਆਉਂਦਾ ਹਮੇਸ਼ਾ। ਥਿੱਤੇ, ਥੱਥੇ ਨੂੰ ਸਿਹਾਰੀ, ਤੱਤੇ ਨੂੰ ਸਿਹਾਰੀ, ਇਹ ਹਮੇਸ਼ਾ ਇੱਕਣੇ ਆਊਗਾ, ਕਿਉਂਕਿ ਜਿਹੜੀ ਥਿੱਤ ਹੈ ਇਹ ਸ਼ਬਦ ਸੰਸਕ੍ਰਿਤ ਵਿੱਚੋਂ ਆਇਆ ਹੋਇਆ। ਹਸਤ, ਹਾਹਾ ਸੱਸਾ, ਤੱਤੇ ਨੂੰ ਸਿਹਾਰੀ। ਹਸਤ ਦਾ ਮਤਲਬ ਹੁੰਦਾ ਹੱਥ, ਇਹ ਇਸ ਤਰ੍ਹਾਂ ਹੀ ਆਊਗਾ। ਨਿਧੀ, ਖਜ਼ਾਨਾ ਜਿਹਨੂੰ ਕਹਿੰਦੇ, ਨੰਨੇ ਨੂੰ ਸਿਹਾਰੀ, ਧੱਦੇ ਨੂੰ ਸਿਹਾਰੀ। ਰਿਧੀ ਵੀ ਇਸ ਤਰ੍ਹਾਂ ਹੀ ਹੈ, ਸਿੱਧੀ ਵੀ ਇਸ ਤਰ੍ਹਾਂ ਹੀ ਹੈ, ਸੱਸੇ ਨੂੰ ਸਿਹਾਰੀ, ਧੱਦੇ ਨੂੰ ਸਿਹਾਰੀ। ਸੋ ਇਹ ਜਿਹੜੇ ਕੁਛ ਮੂਲਕ ਸ਼ਬਦ ਹੁੰਦੇ ਆ, ਉਹ ਆਪਣੀ ਸਿਹਾਰੀ ਨਾਲ ਲੈ ਕੇ ਆਏ ਆ, ਉਹਨਾਂ ਦਾ ਕੋਈ ਵਧਾਓ ਘਟਾਓ ਨਹੀਂ ਹੁੰਦਾ, ਉਸ ਤਰ੍ਹਾਂ ਹੀ ਚੱਲਦੇ ਰਹਿੰਦੇ ਆ। ਉਸ ਤੋਂ ਬਾਅਦ ਕੁਛ ਸ਼ਬਦ ਐਸੇ ਹੈ ਜਿਹੜੇ ਲੋੜ ਅਨੁਸਾਰ ਉਹਨਾਂ ਦੀ ਆਵਾਜ਼ ਨੂੰ ਛੋਟਾ ਕਰਨ ਲਈ ਸਿਹਾਰੀ ਦੀ ਵਰਤੋਂ ਹੁੰਦੀ ਹੈ। ਜਿਵੇਂ ਉਤਰਸ, ਉਤਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਉਹ ਧੋਏ। ਉਤਰਸ ਸ਼ਬਦ ਆਉਂਦਾ ਉੱਥੇ। ਊੜੇ ਨੂੰ ਔਂਕੜ, ਤੱਤਾ, ਰਾਰੇ ਨੂੰ ਸਿਹਾਰੀ। ਉਤਰਸ, ਉਤਰਦੀ, ਉਤਰਸੀ ਮਤਲਬ ਉਤਰਦੀ ਹੈ, ਇਹ ਬੋਲੀ ਹੈ ਉਧਰ ਦੀ। ਪੋਠੋਹਾਰੀ, ਉਤਰਸੀ, ਜਾਸੀ, ਖਾਸੀ, ਇਸ ਤਰ੍ਹਾਂ ਸ਼ਬਦ ਆਉਂਦੇ। ਤੋ ਇਹ ਉਤਰਸ। ਦੁੱਬਲ, ਪਤਲੇ ਨੂੰ ਕਹਿੰਦੇ ਦੁੱਬਲ, ਦੁਬਲੀ, ਪਤਲੀ, ਲੱਲੇ ਨੂੰ ਸਿਹਾਰੀ ਨਾਲ ਦੁੱਬਲ। ਇਸ ਤਰ੍ਹਾਂ ਹੀ ਸਵਾਮੀ ਸ਼ਬਦ ਹੈ, ਸਵਾਮ,
ਸਵਾਮੀ ਨੂੰ ਕਈ ਜਗ੍ਹਾ ਸੱਸੇ ਨੂੰ ਔਂਕੜ ਆਲੇ ਨੂੰ ਕਰਨਾ, ਮੰਮੀ ਨੂੰ ਸਿਆਰੀ ਲਿਖਿਆ ਵਾ ਹੁੰਦਾ। ਉਹ ਉਹਦੀ ਆਵਾਜ਼ ਨੂੰ ਛੋਟਾ ਕਰਨ ਖਾਤਰ। ਦਰਬਾਰੀ ਨੂੰ ਦਰਬਾਰ, ਆਲੇ ਨੂੰ ਸਿਆਰੀ ਨਾਲ। ਉਹ ਇਸ ਤਰ੍ਹਾਂ ਇਹ ਸ਼ਬਦ ਵਰਤੇ ਜਾਂਦੇ ਆ। ਕਿੰਨੇ, ਕਿੰਨਿਆਂ ਦੀ ਜਗ੍ਹਾ ਕਿੰਨ ਆਉਂਦਾ। ਜਿਵੇਂ ਪੁੱਛਿਆ ਅਸਮਾਨ, ਖੇਵਟ ਕਿੰਨ ਗਏ। ਕਿੰਨ ਸ਼ਬਦ ਕਿੰਨੇ ਦੀ ਜਗ੍ਹਾ। ਸ਼ਾਸਤਰ ਅੱਗੇ ਨੂੰ ਸ਼ਾਸਤਰਗ, ਸੱਸੇ ਨੂੰ ਕਰਨਾ ਸੱਸਾ ਤੱਤਾ ਪੈਰ ਚਰਾਰਾ, ਗੱਗੇ ਨੂੰ ਸਿਆਰੀ। ਸ਼ਾਸਤਰਗ ਸ਼ਬਦ ਹੈ ਸ਼ਾਸਤਰ ਅੱਗੇ। ਇਸ ਤਰ੍ਹਾਂ ਧੰਨ, ਹਿੰਦੀ ਵਾਲੇ ਕਹਿੰਦੇ ਧੰਨਿਆ ਹੋ, ਧੰਨਿਆ ਹੋ। ਆਪਾਂ ਕਹਿੰਦੇ ਧੰਨ ਹੋ, ਧੰਨ ਹੋ। ਧੱਦੇ ਪਰ ਟਿੱਪੀ, ਨੰਨੇ ਨੂੰ ਸਿਆਰੀ। ਉਹ ਕਹਿੰਦੇ ਸੱਤਿਆ, ਸੱਤਿਆ ਮੇਵ ਜਯਤੇ। ਆਪਾਂ ਕਹਿੰਦੇ ਸੱਤ, ਸੱਸਾ ਤੱਤੇ ਨੂੰ ਸਿਆਰੀ ਸੱਤ, ਛੋਟਾ ਕਰਕੇ ਬੁਲਾਉਂਦੇ ਉਹਨੂੰ। ਸੋ ਇਹ ਜਿਹੜੇ ਇਸ ਤਰ੍ਹਾਂ ਦੇ ਹੈ ਸਿਆਰੀ ਦੇ ਭੇਦ। ਫਿਰ ਇੱਕ ਔਂਕੜ ਦਾ ਭੇਦ ਹੋਰ ਹੈ, ਉਹ ਤਾਂ ਸ਼ਾਇਦ ਕੱਲ ਆ ਲਿਆ, ਚਲੋ ਉਹ ਤਾਂ ਹੋ ਗਈ ਗੱਲ। ਅੱਗੇ ਹੈ ਦੁਲੈਂਕੜੇ ਦਾ। ਲਹਿੰਦੀ ਪੰਜਾਬੀ 'ਚ ਕਿਸੇ ਵੀ ਨਾਮ ਦੇ ਨਾਲ ਜਦ ਪਿੱਛੇ ਸੰਬੰਧਕ ਹੀ ਪਦ ਆ ਜਾਂਦਾ ਹੈ ਤਾਂ ਉੱਥੇ ਫਿਰ ਉਹ ਔਂਕੜ ਨੂੰ ਦਲੈਂਕੜ 'ਚ ਬਦਲਿਆ ਜਾਂਦਾ ਹੈ। ਜਿਵੇਂ ਵਸਤੂ ਅੰਦਰ ਵਸਤ ਸਮਾਵੈ। ਵਸਤੂ ਮਤਲਬ ਤਾਂ ਉਹਦਾ ਵਸਤੇ ਹੈ, ਅੰਦਰ ਸੰਬੰਧਕ ਹੋ ਗਿਆ ਨਾ, ਉਹਦੇ ਨਾਲ ਫਿਰ ਵਸਤੂ ਲੱਗਦਾ। ਜਿੰਦ ਨਮਾਣੀ ਕੱਢੀਐ, ਹੱਡਾਂ ਕੂ ਕੜਕਾਏ, ਜਾਂ ਜਿੰਦੂ ਕੂ ਸਮਝਾਏ। ਜਿੰਦੂ ਦੇ ਨਾਲ ਕੂ ਸ਼ਬਦ ਆ ਗਿਆ ਸੰਬੰਧਕ, ਇਸ ਕਰਕੇ ਜਿੰਦ ਦੀ ਜਗ੍ਹਾ ਜਿੰਦੂ ਆਉਂਦਾ। ਸੱਸੂ ਤੇ ਫਿਰ ਕੀਨੀ ਵਾਕ। ਪਤੀ ਨੇ ਸੱਸ ਤੋਂ ਮੈਨੂੰ ਵੱਖ ਕਰ ਲਿਆ, ਵੀ ਲੜਾਈ ਝਗੜਾ ਨਾ ਹੋਵੇ, ਉਹ ਪ੍ਰਸੰਗ ਵਿੱਚ ਆਇਆ ਵਾ ਬਾਤ ਪਾ ਕੇ। ਸੱਸ ਦੀ ਜਗ੍ਹਾ ਸੱਸੂ ਸ਼ਬਦ ਆਉਂਦਾ। ਇਹ ਹੈ ਉਹਦਾ। ਐਸੇ ਤਰੀਕੇ ਨਾਲ ਕਈ ਜਗ੍ਹਾ ਜਿਹੜੇ ਦੋ ਸ਼ਬਦ ਆਮ ਤੌਰ ਤੇ ਇਕੱਠੇ ਆਉਂਦੇ ਆ, ਉਹਨਾਂ ਨਾਲ ਔਂਕੜ ਜਾਂ ਸਿਹਾਰੀ ਦੋਹਾਂ ਨਾਲ ਲੱਗਣੀ ਜ਼ਰੂਰੀ ਹੁੰਦੀ ਹੈ, ਦਿਸਦੀ ਹੁੰਦੀ ਹੈ, ਪਰ ਉਹ ਲੱਗਦੀ ਨਹੀਂ ਹੈ, ਇੱਕ ਨਾਲੇ ਲੱਗਦੀ ਹੈ। ਜਿਵੇਂ ਮਿੱਤਰ ਸਤਰ, ਮੰਮੇ ਨੂੰ ਸਿਆਰੀ ਤੱਤਾ ਪੈਰ ਚਰਾਰਾ, ਟੈਸ਼ ਛੋਟੀ ਜੀ, ਸੱਸਾ ਤੱਤਾ ਪੈਰ ਚਰਾਰਾ। ਉਹ ਸਤਰ ਦੇ ਜਿਹੜੀ ਸਿਹਾਰੀ ਲੱਗਣੀ ਸੀ ਉਹ ਨਹੀਂ ਲੱਗਦੀ, ਫਿਰ ਮਿੱਤਰ ਨਾਲੇ ਸਰ ਜਾਂਦਾ। ਇਸ ਤਰ੍ਹਾਂ ਗਹਿਰ ਗੰਭੀਰ, ਗੱਗਾ ਹਾਹਾ ਰਾਰਾ, ਕੋਈ ਸਿਆਰੀ ਨਹੀਂ ਹੈ, ਗੰਭੀਰ ਦੇ ਭੱਬੇ ਨੂੰ ਲੱਗ ਗਈ। ਤੋ ਇਹ ਜਿਹੜਾ ਔਂਕੜ ਹੈ ਜੰਮਣ ਮਰਨ, ਜੰਮਣ ਬਿਨਾਂ ਔਂਕੜ ਤੋਂ ਹੈ, ਮਰਨ ਦੇ ਨਾਲ ਔਂਕੜ ਲੱਗ ਗਿਆ। ਆਵਣ ਜਾਣ, ਆਵਣ 'ਚ ਨਹੀਂ ਲੱਗਦਾ ਜਿਹੜਾ ਔਂਕੜ ਹੈ, ਜਾਣ 'ਚ ਲੱਗ ਗਿਆ। ਗੁਰ ਕਰਤਾਰ, ਗੁਰ ਡੈਸ਼ ਕਰਤਾਰ, ਗੁਰ ਨੂੰ ਨਹੀਂ ਲੱਗਦੀ ਸਿਆਰੀ, ਕਰਤਾਰ ਨੂੰ ਲੱਗ ਗਈ, ਦੋਹਾਂ ਦਾ ਕੰਮ ਇੱਕ ਤੋਂ ਹੀ ਲਿਆ ਹੋਇਆ। ਐਸੇ ਤਰ੍ਹਾਂ ਨਰਕ ਘੋਰ ਮੈਂ ਪਾਹੇ, ਨਰਕ ਮੁਕਤਾ ਹੈ, ਸਾਰੇ ਅੱਖਰ ਘੋਰ ਦੇ ਰਾਰੇ ਨੂੰ ਸਿਆਰੀ ਹੈ। ਕਾਮ ਕ੍ਰੋਧ, ਕਾਮ ਔਰ ਕ੍ਰੋਧ, ਕਾਮ ਬਿਲਕੁਲ ਮੁਕਤਾ ਹੈ ਮੰਮਾ, ਲੇਕਿਨ ਡੈਸ਼ ਪਾ ਕੇ ਜਦ ਕ੍ਰੋਧ ਨਾਲ ਕਾਮ ਕ੍ਰੋਧ ਇਕੱਠਾ ਲਿਖਦੇ ਆ, ਫਿਰ ਧੱਦੇ ਨੂੰ ਸਿਆਰੀ ਲੱਗ ਜਾਂਦੀ ਹੈ। ਤੋ ਇਹ ਮੋਟੀ ਜੀ ਵਿਚਾਰ ਹੈ ਵਿਆਕਰਨ ਦੀ। ਬਾਕੀ ਜਿੱਥੇ ਕਿਤੇ ਹੋਰ ਹੈ ਤਾਂ ਬਹੁਤ ਬੜੀ ਹੈ ਇਹ ਵਿਚਾਰ, ਕਿਤੇ ਕਿਤੇ ਜਿੱਥੇ ਫਿਰ ਲੋੜ ਪਊਗੀ ਉੱਥੇ ਕਰਿਆ ਕਰਾਂਗੇ। ਵੈਸੇ ਖੁਸ਼ਕ ਜਿਹਾ ਸਬਜੈਕਟ ਹੈ। ਭਾਈ ਰਣਜੀਤ ਸਿੰਘ ਜੀ, ਉਹ ਤੁਹਾਨੂੰ ਚੰਗਾ ਲੱਗਦਾ ਹੈ, ਭਾਈ ਮਨਜੀਤ ਸਿੰਘ ਨੂੰ ਵੀ ਲੱਗਦਾ ਹੈ, ਬਹੁਤਿਆਂ ਨੂੰ ਨਹੀਂ ਵੀ ਲੱਗਦਾ ਹੋਣਾ ਹੈ, ਪਰ ਫਿਰ ਵੀ ਜੇ ਤੁਹਾਡਾ ਹੁਕਮ ਹੈ ਚਲੋ ਕਰਿਆ। ਸਵਾਦਲਾ ਬਣਾਉਂਦਾ ਇਹ ਵਿਚਾਰ ਨੂੰ, ਅਰਥਾਂ ਨੂੰ ਸਾਨੂੰ ਸਮਝ ਆ ਜਾਂਦੀ ਹੈ ਵੀ ਅਰਥ ਆ ਇੱਕੋ ਹੀ ਠੀਕ ਹੈ। ਜਿੰਨਾ ਚਿਰ ਵਿਆਕਰਨ ਦਾ ਪਤਾ ਨਹੀਂ, ਆਪਾਂ ਫਿਰ ਇਹ ਕਹਿੰਦੇ ਵੀ ਸਾਰੇ ਹੀ ਠੀਕ ਹੈ। ਸਾਰੇ ਠੀਕ ਨਹੀਂ ਹੋ ਸਕਦੇ, ਠੀਕ ਇੱਕੋ ਹੀ ਹੁੰਦਾ, ਸਾਡੀ ਸਮਝ ਦਾ ਫਰਕ ਹੁੰਦਾ। ਜਿਹੜੀ ਗੱਲ ਹੈ ਰੂਹਾਨੀਅਤ ਦੀ, ਉਹ ਵਿਆਕਰਨ ਵਿੱਚ ਨਹੀਂ ਹੈ, ਉਹ ਕਿਸੇ ਮਹਾਂਪੁਰਸ਼ ਤੋਂ ਮਿਲਦੀ ਹੈ। ਉੱਥੇ ਸਭ ਠੀਕ ਹੋ ਸਕਦੇ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਇਸ ਗੱਲ ਦਾ ਵੀ ਇਹਦਾ ਵੀ ਵਿਚਾਰ ਠੀਕ ਹੋ ਸਕਦਾ। ਵਿਆਕਰਨ ਨੇ ਤਾਂ ਇੱਕੋ ਵਿਚਾਰ ਠੀਕ ਰੱਖਣੀ, ਇਹਨੇ ਦੂਜੇ ਵੱਲ ਜਾਣੇ ਨਹੀਂ ਦੇਣਾ। ਕਿਵੇਂ ਚਲੇ ਜਾਊਗੀ ਦੂਜੇ ਪਾਸੇ ਵਿਚਾਰ। ਜਿਵੇਂ ਸਰਪਣ ਘਰ ਮਾਹੀ ਦਾ ਵਿਚਾਰ ਕਰੀ ਸੀ ਆਪਾਂ ਨੇ ਇੱਕ ਦਿਨ। ਉਹ ਘੱਗੇ ਨੂੰ ਜਿਹੜੀ ਘੱਗਾ ਰਾਰੇ ਨੂੰ ਔਂਕੜ ਲੱਗੀ ਹੋਈ ਹੈ, ਉਹਦਾ ਮਤਲਬ ਹੈ ਸੱਪਣੀ ਦਾ ਘਰ। ਸੱਪਣੀ ਘਰ ਵਿੱਚ ਹੈ, ਇਹ ਅਰਥ ਨਹੀਂ ਹੋ ਸਕਦਾ। ਸੱਪਣੀ ਦਾ ਘਰ ਦੇ ਵਿੱਚ ਹੈ। ਇਹਨੂੰ ਫਿਰ ਨਹੀਂ ਅੱਗੇ ਕੋਈ ਵੀ ਤੋੜ ਸਕਦਾ ਅਰਥ ਨੂੰ। ਵਿਆਕਰਨ ਇਹੀ ਚੀਜ਼ ਹੈ।
ਐਨ ਸਫਾਈ ਹੋ ਜਾਂਦੀ ਹੈ, ਮਨ ਦੇ ਵਿੱਚ ਕੋਈ ਸ਼ੰਕਾ ਨਹੀਂ ਰਹਿੰਦਾ। ਬਹੁਤ ਕਲੈਰਿਟੀ ਦੇ ਨਾਲ ਗੁਰਬਾਣੀ ਦੇ ਅਰਥਾਂ ਦੀ ਸਮਝ ਆ ਜਾਂਦੀ ਹੈ, ਜੇ ਵਿਆਕਰਨ ਆਉਂਦਾ ਹੋਵੇ। ਜੇ ਨਹੀਂ ਆਉਂਦਾ ਫਿਰ ਬੰਦੇ ਨੂੰ ਸਮਝ ਨਹੀਂ ਲੱਗਦੀ ਵੀ ਕਿਹੜਾ ਠੀਕ ਹੈ, ਕਿਹਨੇ ਉਹ ਗੱਲ ਠੀਕ ਕਹੀ ਹੋਈ ਹੈ, ਕਿਉਂਕਿ ਟੀਕੇ ਤਾਂ ਬਹੁਤ ਹੋਏ ਹੋਏ। ਵਿਆਕਰਨ ਦਾ ਅਰਥ ਜਿਹੜਾ ਉਹ ਸਹੀ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਗਿਆਨੀ ਗੁਰਵਿੰਦਰ ਸਿੰਘ ਜੀ ਬਿਲਕੁਲ ਠੀਕ ਹੈ ਜੀ। ਗਿਆਨੀ ਹਰਬੰਸ ਸਿੰਘ ਜੀ ਨੇ ਸਾਰੇ ਟੀਕਿਆਂ ਦਾ ਮਤਾਲਾ ਕਰਕੇ ਜੋ ਨਿਰਣੇ ਕੱਢੇ ਹੈ, ਬਹੁਤ ਹੱਦ ਤੱਕ ਉਹ ਠੀਕ ਨੇ। ਟਿੱਪਣੀਆਂ ਤਾਂ ਲੋਕ ਉਹਨਾਂ ਤੇ ਵੀ ਪੈਸੇ ਕਰੀ ਜਾਂਦੇ, ਪਰ ਉਹ ਕਾਫੀ ਜ਼ਿਆਦਾ ਯਥਾਰਥ ਦੇ ਨੇੜੇ ਹੈ। ਉਤਰਸ ਵਾਲੀ ਜਿਹੜੀ ਗੱਲ ਹੈ ਉਹ ਬਿਲਕੁਲ ਸਹੀ ਹੈ। ਉੱਤਰ ਸੌਖੇ ਨਹੀਂ ਬਣਦਾ ਉਹਦਾ ਅਰਥ। ਜਾਂ ਤਾਂ ਇਹ ਅਣਜਾਣ ਲਿਖਾਰੀਆਂ ਤੋਂ ਹੋਈ ਗਲਤੀ, ਜਾਂ ਰੱਬ ਜਾਣੇ ਕਿਵੇਂ ਹੋਇਆ ਹੈ। ਸ਼ਬਦ ਉਤਰਸ ਸੱਸੇ ਨੂੰ ਸਿਆਰੀ ਨਾਲ ਹੀ ਆਉਂਦਾ, ਇਹ ਗੱਲ ਬਿਲਕੁਲ ਠੀਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਸੰਸਕ੍ਰਿਤੀ ਦੀ ਵਿਚਾਰ ਕਰਨ ਤੋਂ ਪਹਿਲਾਂ ਰਾਜਾ ਜੀ ਦਾ ਇੱਕ ਮੈਸੇਜ ਮਿਲ ਗਿਆ, ਉਹਦੀ ਛੋਟ ਵਿੱਚ ਵਿਚਾਰ। ਜਿਹੜੀ ਬਾਤ ਸੰਤ ਮਸਕੀਨ ਜੀ ਨੇ ਕਹੀ ਹੈ, ਸੰਤ ਸਿੰਘ ਮਸਕੀਨ ਜੀ ਨੇ, ਉਹ ਬਿਲਕੁਲ ਸਹੀ ਗੱਲ ਹੈ। ਉਹਦੀ ਅੱਗੇ ਥੋੜ੍ਹੀ ਜਿਹੀ ਐਪਲੀਕੇਸ਼ਨ ਹੈ, ਉਹ ਆਪ ਜੀ ਨਾਲ ਸਾਂਝੀ ਕਰਦਾ। ਜਦੋਂ ਸੂਰਜ ਚੜ੍ਹਦਾ ਹੈ ਰਾਜਾ ਜੀ, ਉਦੋਂ ਉਸ ਤੋਂ 8 ਮਿੰਟ ਬਾਅਦ ਰੋਸ਼ਨੀ ਧਰਤੀ ਤੇ ਆਉਂਦੀ ਹੈ। ਇਹ ਸਾਇੰਸਦਾਨ ਮੰਨਦੇ ਇਸ ਗੱਲ ਨੂੰ। ਤੇ ਉਹ ਜਿਹੜੇ 8 ਮਿੰਟ ਹੈ ਉਹ ਸੂਰਜ ਚੜ੍ਹਨ ਤੋਂ ਬਾਅਦ ਦੇ ਹੈ, ਪਹਿਲਾਂ ਨਹੀਂ ਹੈ। ਗੁਰੂ ਭੇਂਟ ਤੋਂ ਪਹਿਲਾਂ ਕੁਛ ਵੀ ਨਹੀਂ ਹੋ ਸਕਦਾ। ਇਹ ਠੀਕ ਹੈ, ਸੰਗਤ ਵਿੱਚ ਆਏ ਤੋਂ ਪੁਨੀਤ ਹੋ ਜਾਂਦਾ ਬੰਦਾ, ਪਰ ਜਿਹੜੀ ਅੰਦਰਲਾ ਜੋ ਕੁਛ ਵੀ ਵਾਪਰਨਾ ਹੈ ਉਹ ਗੁਰੂ ਭੇਂਟ ਤੋਂ ਬਾਅਦ ਵਿੱਚ ਹੈ, ਕਿਉਂਕਿ ਹਉਮੈ ਦਾ ਟੁੱਟਣਾ ਹੀ ਗੁਰੂ ਭੇਂਟ ਹੈ। ਉਸ ਤੋਂ ਬਾਅਦ ਇਮੀਡੀਏਟਲੀ ਬਾਅਦ ਵਿੱਚ ਜੋ ਕੁਛ ਵੀ ਫੋਲੋ ਹੁੰਦਾ ਹੈ ਉਹਨੂੰ ਉਹ ਬਹੁਤ ਛੋਟਾ ਜਿਹਾ ਟਾਈਮ ਹੈ। ਜਿਵੇਂ 8 ਮਿੰਟ ਕਿੱਡੇ ਕੋਨੇ ਸੂਰਜ ਚੜ੍ਹਨੇ ਤੋਂ ਬਾਅਦ, ਐਸੇ ਤਰੀਕੇ ਨਾਲ ਜਦੋਂ ਸੂਰਜ ਚੜ੍ਹਦਾ ਹੈ ਆਪਣਾ ਪ੍ਰਕਾਸ਼ ਹੁੰਦਾ ਅੰਦਰ ਮਨ ਦੇ ਵਿੱਚ, ਯਾਨੀ ਗੁਰੂ ਭੇਂਟ ਹੁੰਦੀ ਹੈ। ਨਿਰਮਲ ਭਉ ਦਾ ਸੂਰਜ ਚੜ੍ਹਦਾ, ਐਂ ਕਹਿ ਲਓ। ਉਸ ਤੋਂ ਬਾਅਦ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ ਹੈ, ਔਰ ਬਹੁਤ ਜਲਦੀ ਹੋ ਜਾਂਦੀ ਹੈ। ਜਦ ਮੈਂ ਟੁੱਟ ਗਈ, ਸਾਰਾ ਕੁਝ ਠੀਕ ਹੋਣ ਲੱਗ ਪੈਂਦਾ। ਨਿਰਮਲ ਭਉ, ਫਿਰ ਬਾਅਦ ਵਿੱਚ ਹੀ ਵਿਵੇਕ ਪੈਦਾ ਹੁੰਦਾ, ਪਹਿਲਾਂ ਨਹੀਂ ਹੁੰਦਾ। ਇਹ ਵਿਵੇਕ ਬਾਅਦ ਵਿੱਚ ਪੈਦਾ ਹੋਣਾ, ਕਿਉਂਕਿ ਗੁਰੂ ਦੇ ਨਾਲ ਸਾਡੀ ਮੁਲਾਕਾਤ ਅੰਦਰੋਂ ਬਣ ਜਾਏ। ਅੰਤਰਾਤਮਾ ਜੋ ਮਿਲਿਆ ਕਹੀਏ ਸੋ। ਉਦੋਂ ਤੋਂ ਬਾਅਦ ਇਹ ਸਾਰਾ ਕੁਝ ਹੋਣਾ, ਪਹਿਲਾਂ ਕੁਝ ਨਹੀਂ ਹੁੰਦਾ। ਪਹਿਲਾਂ ਬਾਹਰ ਦੀ ਸਫਾਈ ਹੋ ਸਕਦੀ ਹੈ, ਅਸੀਂ ਤਿਆਰ ਹੋ ਸਕਦੇ ਹਾਂ ਉਸ ਅਵਸਥਾ ਖਾਤਰ, ਉਹ ਠੀਕ ਹੈ ਗੱਲ, ਉਹ ਵੀ ਲਾਭ ਹੈ, ਸੰਗਤ ਵੀ ਜਾਣਦਾ। ਪਰ ਜਿਹੜਾ ਅਸਲੀ ਜਿਹੜਾ ਸਾਨੂੰ ਤੱਤ ਜਿਹੜਾ ਮਿਲਣਾ, ਉਹ ਬਾਅਦ ਦੀਆਂ ਗੱਲਾਂ ਸਾਰੀਆਂ। ਫਿਰ ਵਿਵੇਕ ਤੋਂ ਬਾਅਦ ਵਿਰਾਗ, ਇਹ ਸਾਰਾ ਵਿਰਾਗ ਸਾਰਿਆਂ ਤੋਂ ਬਾਅਦ ਚ ਪੈਦਾ ਹੁੰਦਾ। ਫਿਰ ਭਾਵੇਂ ਇਹ ਬਹੁਤ ਇਮੀਡੀਏਟਲੀ ਜਦੇ ਫਟਾਫਟ ਹੋ ਜਾਂਦਾ ਸਾਰਾ ਕੁਝ, ਲੇਕਿਨ ਹੈ ਇਸ ਤਰ੍ਹਾਂ ਹੀ। ਤਾਂ ਚਲੋ, ਤੁਸੀਂ ਸਵਾਲ ਕਰਿਆ ਸੀਗਾ, ਜੇ ਨਿਸ਼ਚਾ ਹੋ ਗਿਆ ਹੋਵੇ ਤਾਂ ਅੱਛੀ ਗੱਲ ਹੈ। ਮਸਕੀਨ ਜੀ ਦੀ ਗੱਲ ਗਲਤ ਨਹੀਂ ਹੈ, ਬਿਲਕੁਲ ਸਹੀ ਹੈ। ਉਹਨੂੰ ਅੱਗੇ ਹੋਰ ਖੋਲ੍ਹਣੇ ਦੀ ਲੋੜ ਸੀਗੀ, ਉਹ ਆਪ ਜੀ ਨਾਲ ਸਾਂਝੀ ਕਰੀਏ। ਕਿੰਨੀ ਕੁ ਸਹੀ ਹੈ, ਗਲਤ ਹੈ, ਸੰਗਤ ਜਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।